हाँ जी ਵੀਰ ਜੀ। ਹੋਰ ਸੁਣਾਓ। ਬਸ ਵਧੀਆ ਜੀ। ਆਪਾਂ 52 ਹਾਂ ਅੱਖਰੀ ਕਬੀਰ ਜੀ ਦੀ ਲੈਣੀ ਆ ਤੇ ਮੇਰੇ ਖਿਆਲ 8 ਹੋ ਗਏ ਸੀਗੇ, 9ਵੇਂ ਤੋਂ ਸ਼ੁਰੂ ਕਰਨਾ ਹੈ। ਆਪਣੇ ਅੰਕ 52 ਅੱਖਰਾਂ ਤੋਂ ਮਹਾਰਾਜ ਨੇ, ਦੇਖੋ ਕਬੀਰ ਜੀ ਨੇ ਇੱਕ ਇੱਕ ਅੱਖਰ ਤੋਂ ਇੱਕ ਇੱਕ ਗੀਤ ਬਣਾਇਆ ਆਪਾਂ ਨੂੰ ਜਿਹੜਾ ਹੈਗਾ, ਔਰ ਉਹਦੇ ਨਾਲ ਗਿਆਨ ਦਿੱਤਾ ਹੈ। ਔਰ ਕਾਹਦੇ ਵਾਸਤੇ ਦੇ ਰਿਹਾ? ਕਹਿੰਦੇ ਵੀ ਮੈਂ ਇਹ ਗਿਆਨ ਇਸ ਵਾਸਤੇ ਦੇ ਰਿਹਾ ਕਿ ਉਹ ਅੱਖਰ ਜਿਹੜਾ ਹੈਗਾ, ਉਹ ਜਿਹੜਾ ਹੈਗਾ ਅੱਖਰਾਂ ਦੇ ਵਿੱਚ ਨਹੀਂ ਹੈਗਾ ਉਹ ਸ਼ਬਦ। ਜੇ ਤੂੰ ਉਹ ਅੱਖਰ ਨੂੰ ਪਛਾਣ ਜਾਏਗਾ ਜਿਹੜਾ ਅੱਖਰਾਂ ਦੇ ਵਿੱਚ ਨਹੀਂ ਹੈਗਾ, ਬਸ ਇਸ ਵਾਸਤੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਦੇ ਨਾਲ ਇੱਕ ਇੱਕ ਅੱਖਰ ਤੋਂ ਜਿਹੜਾ ਹੈਗਾ ਗਿਆਨ ਦੇ ਰਿਹਾ ਹੈ ਕਿ ਤੂੰ ਉਸ ਅੱਖਰ ਨੂੰ ਪਛਾਣ ਜਾਏ ਜਿਹੜਾ ਸ਼ਬਦ ਦੇ ਵਿੱਚ ਨਹੀਂ ਹੈਗਾ, ਔਰ ਆਪਣੇ ਅੰਦਰ ਪ੍ਰਗਟ ਕਰ ਲੈ। ਬਸ ਆਹੀ ਪ੍ਰਯੋਜਨ ਹੈਗਾ। ਤੇ ਹੁਣ ਗੱਗੇ ਅੱਖਰ ਤੋਂ ਗਿਆਨ ਦੇ ਰਹੇ। ਗੱਗਾ ਗੁਰ ਕੇ ਬਚਨ ਪਛਾਨਾ। ਕਹਿੰਦੇ ਗੁਰੂ ਦੇ ਬਚਨਾਂ ਤੋਂ ਪਰਮਾਤਮਾ ਦੀ ਪਛਾਣ ਹੋ ਸਕਦੀ ਹੈ ਭਾਈ, ਹੋਰ ਕੋਈ ਤਰੀਕਾ ਨਹੀਂ ਹੈਗਾ। ਕਿਉਂਕਿ ਗੁਰੂ ਨੇ ਜਿਹੜਾ ਹੈਗਾ, ਸਤਿਗੁਰੂ ਨੇ, ਬ੍ਰਹਮ ਗਿਆਨੀਆਂ ਨੇ, ਉਹ ਮਾਲਕ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲਈ ਆ, ਔਰ ਉਹਨਾਂ ਨੇ ਜਿਹੜਾ ਹੈਗਾ ਸਾਡੇ ਤੇ ਉਪਕਾਰ ਕਰਤਾ ਵੀ ਸਾਨੂੰ ਜਿਹੜਾ ਹੈਗਾ ਇਹ ਜਾਣ ਦਾ ਜਿਹੜਾ ਹੈਗਾ ਰਸਤਾ ਐਟਲੀਸਟ ਸਾਨੂੰ ਜਿਹੜਾ ਹੈਗਾ ਦੱਸ ਦਿੱਤਾ ਭਾਈ ਬਈ ਆਹ ਜਿਹੜੇ ਰਸਤੇ ਤੇ ਤੁਸੀਂ ਲੱਗੇ ਹੋ ਇਹ ਰਸਤਾ ਨਹੀਂ ਜਾਂਦਾ, ਆਹ ਰਸਤਾ ਜਾਂਦਾ ਹੈ। ਗੱਗਾ ਗੁਰ ਕੇ ਬਚਨ ਪਛਾਣਾ। ਗੁਰੂ ਦੇ ਬਚਨਾਂ ਨੂੰ ਮੈਂ ਕਦਰ ਪਾਵਾਂ, ਗੁਰੂ ਦੇ ਬਚਨਾਂ ਦੀ ਪਛਾਣਾ, ਗੁਰੂ ਦੇ ਬਚਨਾਂ ਨੂੰ ਵੀ ਮੇਰਾ ਗੁਰੂ ਕੀ ਕਹਿ ਰਿਹਾ ਆ। ਦੂਜੀ ਬਾਤ ਨਾ ਧਰੀ ਕਾਨਾ। ਕਹਿੰਦੇ ਮੈਂ ਕੰਨ ਤੇ ਹੋਰ ਕੋਈ ਗੱਲ, ਹੋਰ ਗੁਰੂ ਦੇ ਬਚਨ ਤੋਂ ਉੱਪਰ ਮੈਂ ਕਿਸੇ ਨੂੰ ਨਹੀਂ ਸਮਝਦਾ। ਦੂਜੀ ਗੱਲ ਮੈਂ ਨਹੀਂ ਸਮਝਦਾ ਕੋਈ ਕਿਸੇ ਦੀ ਗੱਲ ਹੈਗੀ, ਉਹਨੂੰ ਮੈਂ ਗੁਰੂ ਦੇ ਬਚਨ ਦੇ ਨਾਲ ਟੈਸਟ ਕਰਦਾ ਹਾਂ ਵੀ ਕਿ ਮੇਰਾ ਗੁਰੂ ਇਹ ਕਹਿ ਰਿਹਾ ਹੈ, ਫਿਰ ਮੈਂ ਉਹਦੀ ਗੱਲ ਵੀ ਮੰਨ ਲੈਣਾ ਹੈ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕਾਨਾ, ਰਹੇ ਪਿਅੰਗਮ ਕਤੇ ਨਾ ਜਾਈ। ਕਹਿੰਦੇ ਮੇਰਾ ਗੁਰੂ ਕਹਿੰਦਾ ਹੈ ਬਸ ਅੰਦਰ ਵੜ, ਆਪਣੇ ਪਿਅੰਗਮ ਰਹਿ। ਕਿੱਥੇ ਤੂੰ ਜਿਹੜਾ ਹੈਗਾ ਇੰਨੇ ਜਿਹੜੇ ਹੈਗੇ ਆ, ਤੂੰ ਇੰਨੀ ਜਗ੍ਹਾ ਮੋਹ ਪਾ ਰਿਹਾ ਆ, ਜਗ੍ਹਾ ਜਗ੍ਹਾ ਤੇ ਤੂੰ ਫਸਾਈ ਜਾ ਰਿਹਾ ਆਪਣੇ ਸਿੰਘ। ਰਹੇ ਪਿਅੰਗਮ ਕਤੇ ਨਾ ਜਾਈ, ਅਗਾ ਗਹਿ ਗਹਿ ਗਗਨ ਰਹਾਈ। ਕਹਿੰਦੇ ਅਗਾ ਜਿਹੜਾ ਨਹੀਂ, ਮਾਲਕ ਪਰਮਾਤਮਾ ਜਿਹਦਾ ਆਦਿ ਅੰਤ ਹੈ ਨਹੀਂਗਾ, ਉਹਦਾ ਗਾਹ ਨਹੀਂ ਪਾਇਆ ਜਾ ਸਕਦਾ। ਮਾਲਕ ਪਰਮਾਤਮਾ ਦੀ ਗਹਿਰਾਈ, ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਉਹ ਤਾਂ ਪਾਰਾਵਾਰ ਹੀ ਨਹੀਂ ਹੈ ਉਸ ਮਾਲਕ ਪਰਮਾਤਮਾ ਦਾ। ਕਹਿੰਦੇ ਉਹਦੇ ਨਾਲ ਜੁੜੇ, ਗਹਿ ਗਗਨ ਰਹਾਈ, ਆਪਣੇ ਆਪ ਨੂੰ ਗਗਨ ਮੰਡਲ ਦੇ ਵਿੱਚ ਵਿਚਾਰ ਸ਼ੂਨਯ ਕਰੇ, ਉਸ ਮਾਲਕ ਪਰਮਾਤਮਾ ਦੇ ਨਾਲ ਜੁੜ ਕੇ ਰਹੇ। ਹਾਂਜੀ ਵੀਰ ਜੀ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕਾਨਾ। ਮਤਲਬ ਦੁਬਾਰਾ ਬੋਲੋ, ਕੀ ਕਹਿਣਾ ਚਾਹੁੰਦੇ ਨੇ? ਕਹਿੰਦੇ ਕਿ ਮੈਂ ਤਾਂ ਗੁਰੂ ਦੇ ਬਚਨਾਂ ਨੂੰ ਪਛਾਣਦਾ ਹਾਂ। ਗੁਰ ਕੇ ਬਚਨ ਪਛਾਨਾ, ਗੁਰੂ ਦੇ ਬਚਨ, ਗੁਰੂ ਦੀ ਜੋ ਗੁਰੂ ਗਿਆਨ ਦੇ ਰਿਹਾ ਮੈਨੂੰ, ਬ੍ਰਹਮ ਗਿਆਨ ਜਿਹੜਾ ਸ਼ਬਦ ਬ੍ਰਹਮ ਆ, ਮੈਂ ਉਸ ਤੇ ਕੰਸਨਟਰੇਟ ਹੁੰਦਾ ਹੈ। ਦੂਜੀ ਬਾਤ ਨਾ ਧਰੀ ਕਾਨਾ, ਹੋਰ ਮੈਂ ਇੱਧਰ ਉੱਧਰ ਦਾ ਗਿਆਨ ਜਿਹੜਾ ਹੈਗਾ, ਇੱਧਰ ਉੱਧਰ ਜਿਹੜੇ ਕਰਮ ਕਾਂਡ ਜਿਹੜੇ ਹੈ, ਇੱਧਰ ਉੱਧਰ ਸੋ ਕਾਲਡ ਬਣੇ ਬੈਠੇ ਆ, ਕਹਿੰਦੇ ਉਹਨਾਂ ਦੀ ਗੱਲ, ਮੈਂ ਉਹਨਾਂ ਦੇ ਵੱਲ ਧਿਆਨ ਨਹੀਂ ਦਿੰਦਾ, ਮੈਂ ਉਲਝਦਾ ਨਹੀਂ ਉਹਦੇ ਵਿੱਚ। ਹਾਂਜੀ ਸਾਧ ਸੰਗਤ ਜੀ, ਇੱਥੇ ਕਬੀਰ ਜੀ ਜੋ ਸਾਨੂੰ ਸਮਝਾ ਰਹੇ ਨੇ, ਉਹ ਬਿਲਕੁਲ ਪੁਆਇੰਟ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਮੈਂ ਗੁਰੂਆਂ ਦੇ ਬਚਨਾਂ ਨੂੰ ਪਛਾਣਦਾ ਹਾਂ। ਗੁਰੂ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਕਿਸੇ ਨੂੰ ਆਪਾਂ ਗੁਰੂ ਕਹਿ ਦਈਏ। ਗੁਰੂ ਦਾ ਮਤਲਬ ਕਿ ਜਿਹੜਾ ਬੰਦਾ ਬ੍ਰਹਮ ਲੀਨ ਹੋ ਗਿਆ। ਹੁਣ ਜਿੱਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਣੀ ਦਾ ਵਿਚਾਰ ਲੈ ਰਹੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੀ ਬਾਣੀ ਹੈ ਨਾ, ਉਹਨਾਂ ਮਨੁੱਖਾਂ ਦੀ ਹੈ, ਉਹਨਾਂ ਬ੍ਰਹਮ ਗਿਆਨੀਆਂ ਦੀ ਹੈ ਜਿਨ੍ਹਾਂ ਨੇ ਇਹ ਸਫ਼ਰ ਪੂਰਾ ਸਫਲਤਾ ਦੇ ਨਾਲ ਪੂਰਾ ਕਰ ਲਿਆ। ਹੁਣ ਤੁਸੀਂ ਦੇਖੋ, ਆ ਜਿੰਨੀ ਵੀ ਬਾਣੀ ਚੱਲ ਰਹੀ ਹੈ, ਕਿਸੇ ਦੀ ਨਿੰਦਿਆ ਕਰ ਰਹੇ ਆ, ਕਿਸੇ ਦੀ ਪਰਸਨਲ ਕਿਸੇ ਨਾਲ ਗੱਲਬਾਤ, ਕੋਈ ਪਰਸਨਲ, ਕੋਈ ਧਰਮ ਨੂੰ ਲੈ ਕੇ, ਕੋਈ ਜਾਤ ਨੂੰ ਲੈ ਕੇ, ਕੋਈ ਪਾਤ ਨੂੰ ਲੈ ਕੇ ਜੇਕਰ ਮਾੜਾ ਕਹਿਣ ਦੀ ਗੱਲ ਆਉਂਦੀ ਹੈ ਤੇ ਕਹਿੰਦੇ ਸਭ ਤੋਂ, ਉਹ ਕਹਿੰਦੇ ਹਮ ਨਹੀਂ ਚੰਗੇ, ਉਹ ਆਪਣੇ ਆਪ ਨੂੰ ਮਾੜਾ ਕਹੀ ਜਾਂਦੇ ਆ। ਠੀਕ ਹੈ ਜੀ ਸਾਹਿਬ? ਬਿਲਕੁਲ ਬਿਲਕੁਲ। ਹਾਂ, ਹੁਣ ਇਹ ਦੇਖਿਆ ਜਾਵੇ ਸਾਧ ਸੰਗਤ ਜੀ, ਇੱਥੇ ਵੇਖਿਆ ਜਾਵੇ, ਇੱਥੇ ਆਪਾਂ ਨੂੰ ਇਹ ਚੀਜ਼ ਨੂੰ ਸਿੱਖਣ ਦੀ ਲੋੜ ਆ। ਉਹ ਕਹਿੰਦੇ ਆ ਕਿ ਮੈਂ ਇੱਕ ਵਾਰੀ ਵੈਰੀਫਾਈ ਕਰ ਲਿਆ ਵਾ
ਕਿ ਜਿਹੜੇ ਬ੍ਰਹਮਲੀਨ ਹੈਗੇ ਆ ਮੈਂ ਉਹਨਾਂ ਦੇ ਬਚਨਾਂ ਨੂੰ ਹੀ ਪਛਾਣਦਾ ਹਾਂ, ਦੂਜਿਆਂ ਦੀ ਬਾਤ ਨਹੀਂ ਮੈਂ ਮੰਨਦਾ। ਹੁਣ ਦੂਜਿਆਂ ਦੀ ਬਾਤ ਦਾ ਮਤਲਬ ਪਤਾ ਕੀ ਹੁੰਦਾ ਵਾ? ਆਪ ਜੀ ਸੋਚੋਗੇ ਕਿ ਦੂਜੇ ਵੀ ਤੇ ਰੱਬ ਦੀ ਗੱਲ ਕਰਦੇ ਨੇ, ਪਰ ਨਹੀਂ, ਉਹ ਰੱਬ ਦੀ ਗੱਲ ਨਹੀਂ ਕਰਦੇ। ਕਿਉਂਕਿ ਉਹ ਉਦੋਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਗਈ ਨਾ, ਤਾਂ ਉਦੋਂ ਕੁਝ ਬਾਣੀਆਂ ਨੂੰ ਕੱਚੀ ਬਾਣੀ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ। ਉਹਦਾ ਕਾਰਨ ਇਹ ਹੁੰਦਾ ਵਾ ਕਿ ਇੱਕ ਬੰਦਾ ਬੇਸ਼ੱਕ ਬਹੁਤ ਵਧੀਆ ਗਾਉਂਦਾ ਹੈ, ਤੁਕਬੰਦੀ ਬਹੁਤ ਵਧੀਆ ਹੈ, ਪਰ ਜੇ ਉਹਦਾ ਅਧਿਆਤਮਿਕ ਕੋਈ ਅਨੁਭਵ ਹੀ ਨਹੀਂ ਹੈਗਾ, ਗੱਲ ਸੁਣਨ ਦੀ ਨਹੀਂ ਹੈਗੀ, ਗੱਲ ਤੇ ਸਮਝਣ ਦੀ ਹੈ। ਕਿ ਜਿਹੜੇ ਇਸ ਬ੍ਰਹਮ ਨੂੰ ਸਮਝਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਬ੍ਰਹਮ ਦੇ ਅਨੁਸਾਰ ਬਤੀਤ ਕੀਤਾ, ਇਸੇ ਕਰਕੇ ਹੀ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤਾ ਗਿਆ। ਸਧਾਰਨ ਬੰਦੇ ਦੀ ਬਾਣੀ ਥੋੜੀ ਅੰਕਿਤ ਕੀਤੀ ਗਈ ਹੈ। ਹੁਣ ਆਮ ਹੀ ਬੰਦਾ ਕੋਈ ਰੱਬ ਦੀਆਂ ਗੱਲਾਂ ਕਰੇ, ਰੱਬ ਬੜਾ ਕਰੀਮ ਹੈ, ਰਹੀਮ ਹੈ, ਜਾਂ ਉਹਦੀ ਗੁਸਤੇ ਚ ਕੋਈ ਸ਼ਬਦ ਬੋਲਦੇ, ਪਰ ਉਹਦੇ ਬੋਲੇ ਸ਼ਬਦ ਸਹੀ ਨਹੀਂ ਆ। ਕਿਉਂ? ਕਿਉਂਕਿ ਜਾਣਦਾ ਹੀ ਨਹੀਂ ਹੈ ਰੱਬ ਨੂੰ। ਉਹ ਤੇ ਕੇਵਲ ਉਹਦੇ ਮਨ ਦੇ ਲੈਵਲ ਤੇ ਕੁਛ ਵੀ ਬੋਲ ਦੇਗਾ। ਮਨ ਦੇ ਲੈਵਲ ਤੇ ਆਪਾਂ ਕੁਛ ਵੀ ਬੋਲਦੇ ਹਾਂ, ਤੇ ਬਾਣੀ ਤੇ ਇਹ ਕਹਿੰਦੀ ਆ ਕਿ ਮਨ ਮੈਲੇ ਤੇ ਸਭ ਕੁਛ ਮੈਲਾ। ਜਿਸ ਤਰ੍ਹਾਂ ਬਾਣੀ, ਕਿਉਂਕਿ ਉਹ ਅਨਮਨੀ ਅਵਸਥਾ ਹੈ। ਹੁਣ ਜਿਹੜੀ ਬਾਣੀ ਦੇ ਵਿੱਚ ਉਚਾਰਨ ਕਰਨ ਦਾ ਮਤਲਬ ਇਹੋ ਹੀ ਆ ਕਿ ਅਨਮਨੀ ਅਵਸਥਾ ਚ ਉਹ ਸਥਿਰ ਹੋ ਗਏ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਨੁਭਵ ਗ੍ਰੰਥਾਂ 'ਚ ਲਿਖਤਾ। ਹੁਣ ਜਿਨ੍ਹਾਂ ਨੇ ਆਪਣਾ ਅਨੁਭਵ ਗ੍ਰੰਥਾਂ 'ਚ ਲਿਖਿਆ ਹੈ, ਉਹਨਾਂ ਨੇ ਉਸ ਜੀਵਨ ਨੂੰ ਅਨੁਭਵ ਕੀਤਾ, ਤੇ ਤਾਈਓ ਤੇ ਮੰਦਿਰਾਂ ਤੋਂ, ਸਿੱਲਾਂ ਤੋਂ, ਮੂਰਤੀ ਪੂਜਾ ਤੋਂ, ਇਹ ਕਰਮ ਕਾਂਡਾਂ ਤੋਂ ਸਾਨੂੰ ਰੋਕ ਰਹੇ ਨੇ। ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਦੇਖ ਲਿਆ ਹੈ ਕਿ ਉਹ ਜੜ 'ਚ ਤੇ ਹੈ ਨਹੀਂ ਪ੍ਰਮਾਤਮਾ, ਉਹ ਤੇ ਆਪਣਾ ਪਰਸਨਲ ਅਨੁਭਵ ਹੈ, ਔਰ ਉਹ ਕਾਇਆ ਦੇ ਅੰਦਰ ਹੀ ਹੈ, ਔਰ ਕਾਇਆ ਦੇ ਅੰਦਰ ਹੀ ਉਹਨਾਂ ਨੇ ਅਨੁਭਵ ਕੀਤਾ ਸੀ। ਹਾਂਜੀ ਨਜਰ ਸਾਹਿਬ, ਅੱਗੇ ਬੋਲੀਏ। ਰਹੇ ਵਿਅੰਗਮ, ਵਿਅੰਗਮ ਕਹਿੰਦੇ ਕੱਲਾ, ਰਹੇ ਵਿਅੰਗਮ ਕਹਿੰਦੇ ਇੱਧਰ ਉੱਧਰ ਜਿਹੜਾ ਹੈਗਾ ਦੁਨੀਆ ਦਾ ਮੋਹ ਜਿਹੜਾ ਹੈਗਾ, ਇਹ ਮੋਹ ਦੇ ਵਿੱਚ, ਦੁਨੀਆ ਦੇ ਮੋਹ, ਪਦਾਰਥਾਂ ਦੇ ਮੋਹ, ਆਕਾਰ ਦੇ ਮੋਹ ਦੇ ਵਿੱਚ ਨਾ ਫਸੇ, ਈਵਨ ਆਪਣੇ ਸਰੀਰ ਦੇ ਮੋਹ ਦੇ ਵਿੱਚ ਵੀ ਨਾ ਫਸੇ। ਰਹੇ ਵਿਅੰਗਮ ਕਤੇ ਨਾ ਜਾਏ, ਕਿਤੇ ਨਾ ਜਾਏ, ਆਪਣੇ ਅੰਦਰ ਵੜੇ ਬਸ। ਅਗਾ ਗਹਿ, ਅਗਾ ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਉਹਦੇ ਨਾਲ ਲਿਵ ਜੋੜੇ। ਅੱਗੇ ਗਹਿ, ਗਹਿ ਗਗਨ ਰਹਾਈ, ਗਗਨ ਦੇ ਵਿੱਚ ਜਿਹੜਾ ਆਪਣੇ ਅੰਦਰ ਗਗਨ ਮੰਡਲ ਦੇ ਵਿੱਚ ਆਪਣੀ ਸੁਰਤ ਨੂੰ ਟਿਕਾਏ। ਹਾਂਜੀ ਵੀਰ। ਹਾਂਜੀ, ਇੱਥੇ ਫਿਰ ਕਲੀਅਰ ਕਰ ਰਹੇ ਨੇ ਕਿ ਬਾਹਰ ਭਾਵੇਂ ਕੁਝ ਵੀ ਹੈ ਨਾ, ਉਸ ਤੋਂ ਸਾਨੂੰ ਰਿਸ਼ਤਾ ਤੋੜਨਾ ਪਵੇਗਾ। ਵਿਹੰਗਮ ਦਾ ਮਤਲਬ ਹੈਗਾ ਹੈ ਉਹ ਜਿਹਦਾ ਮਤਲਬ ਸੰਬੰਧ ਆ ਉਹ ਬਾਹਰੀ ਮੁਖੀ ਨਹੀਂ ਆ, ਅੰਤਰਮੁਖੀ। ਹੁਣ ਗਗਨ ਮੰਡਲ ਦਾ ਮਤਲਬ ਹੁੰਦਾ ਹੈ, ਗਗਨ ਦਾ ਮਤਲਬ ਇਹੋ ਹੀ ਹੈ ਕਿ ਸਾਡੇ ਅੰਦਰ ਇੱਕ ਆਕਾਸ਼ ਹੈ। ਇੱਕ ਤੇ ਤੁਹਾਨੂੰ ਬਾਹਰ ਆਕਾਸ਼ ਦਿੰਦਾ ਹੈ ਨਾ, ਇਸ ਤੋਂ ਵੀ ਵਿਸ਼ਾਲ ਆਕਾਸ਼ ਸਾਡੇ ਅੰਦਰ ਹੈ। ਉਹ ਆਕਾਸ਼ ਦੀ ਗੱਲ ਕਰਦੇ ਨੇ ਜਦੋਂ ਵੀ ਗਗਨ ਮੰਡਲ ਦੀ ਗੱਲ ਕਰਦੇ ਨਾ, ਕਿ ਗਗਨ ਮੰਡਲ ਜਿੱਥੇ ਧਰਤੀਆਂ ਨਹੀਂ, ਸੂਰਜ ਨਹੀਂ, ਉੱਥੇ ਬ੍ਰਹਮੇ ਨਹੀਂ ਹੈਗੇ, ਵਿਸ਼ਨੂੰ ਨਹੀਂ ਹੈਗੇ, ਸ਼ਿਵ ਨਹੀਂ ਹੈਗੇ, ਕੁਝ ਵੀ ਨਹੀਂ ਹੈਗਾ। ਉੱਥੇ ਕੇਵਲ ਨਿਰਾਕਾਰ ਪਰਮਾਤਮਾ ਖੁਦ ਬ੍ਰਹਮ ਬੈਠਾ ਹੈ ਆਤਮਾ ਦੇ ਰੂਪ। ਉਸ ਅਵਸਥਾ ਨੂੰ ਅਨੁਭਵ ਕਰਨ ਦੇ ਲਈ ਤੁਹਾਨੂੰ ਉਸ ਲੈਵਲ ਤੇ ਜਾਣਾ ਪਊਗਾ। ਤੁਸੀਂ ਵੀ ਇੱਕ ਛੋਟੇ ਜਿਹੇ ਪਰਮਾਤਮਾ ਬਣੋਗੇ, ਉਸ ਤੋਂ ਘੱਟ ਗੱਲ ਨਹੀਂ ਬਣੇਗੀ। ਕਿਉਂਕਿ ਬ੍ਰਹਮ ਹਰ ਦੇ ਵਰਗਾ ਹੀ ਸਾਨੂੰ ਹੋਣਾ ਪੈਣਾ ਹੈ। ਹਾਂ, ਸੰਸਾਰ ਏਦਾਂ ਹੀ ਚੱਲੂਗਾ। ਸੰਸਾਰ ਦਾ ਮਤਲਬ, ਹੁਣ ਦੇਖੋ ਸੰਸਾਰ ਕੀ ਹੈ। ਪਰਮਾਤਮਾ ਜਦੋਂ ਜੀਵ ਨੂੰ ਪੈਦਾ ਕਰਦਾ ਹੈ ਤਾਂ ਪਰਮਾਤਮਾ ਜੀਵ ਤੋਂ ਬਹੁਤ ਆਸ ਕਰਦਾ ਹੈ, ਐਕਸਪੈਕਟ ਕਰਦਾ ਹੈ। ਆਖਰ ਤੱਕ ਪਰਮਾਤਮਾ ਜਿਹੜਾ ਹੈ ਨਾ, ਉਹ ਚੀਜ਼ ਨੂੰ ਵੇਂਦਾ। ਬੇਸ਼ੱਕ ਉਹ ਸ੍ਰਿਸ਼ਟੀ ਦਾ ਮਾਲਕ ਹੈ, ਸ੍ਰਿਸ਼ਟੀ ਉਹਨੇ ਬਣਾਈ ਆ, ਹਰ ਚੀਜ਼ ਨੂੰ ਜਾਣਦਾ, ਇਹਦੇ ਬਾਵਜੂਦ ਉਹ ਜੀਵ ਤੋਂ ਆਸ ਕਰਦਾ ਹੈ। ਤੂੰ ਧਰਤੀ ਤੇ ਗਿਆ ਹਾਂ, ਕੀ ਕੋਈ ਚੰਗੀ ਮਹਿਕ ਛੱਡ ਕੇ ਆਇਆ? ਨਜਰ ਸਾਹਿਬ, ਆਪ ਜਸਟ ਚੀਜ਼ ਨੋਟਿਸ ਕਰਿਓ ਕਿ ਤੂੰ ਇੱਕ ਪਿਓ ਬਣਿਆ ਸੀ, ਤੂੰ ਇੱਕ ਪਿਓ ਬਣਿਆ, ਤੂੰ ਇੱਕ ਮਾਂ ਬਣਿਆ, ਤੂੰ ਇੱਕ ਪਤਨੀ ਬਣਿਆ, ਤੂੰ ਇੱਕ ਪਤੀ ਬਣਿਆ, ਤੂੰ ਉਹ ਕਰੈਕਟਰ ਪਲੇ ਕੀਤਾ, ਤੂੰ ਇੱਕ ਮੁੰਡਾ ਬਣਿਆ, ਤੂੰ ਇੱਕ ਕੁੜੀ ਬਣਿਆ। ਨਜਰ ਸਾਹਿਬ, ਇਹ ਸੱਚ ਆ। ਬਿਲਕੁਲ, ਇਹ ਰਿਸ਼ਤੇ ਐਵੇਂ ਨਹੀਂ ਆ। ਲੋਕੀ ਕਹਿ ਦਿੰਦੇ ਨਾ ਕਿ ਗੋਰੇ ਕਹਿੰਦੇ ਕੋਈ ਸਾਡਾ ਰਿਸ਼ਤੇ ਨਹੀਂ ਹੈਗੇ, ਜੇ ਉਹ ਇੱਥੋਂ ਏਦਾਂ ਹੀ ਹਵਾ ਝੁੱਡਦੇ ਆ ਗਏ। ਨਹੀਂ, ਹੈ ਰਿਸ਼ਤਾ। ਇਹ ਖਾਸ ਕਰਕੇ 4-5 ਰਿਸ਼ਤੇ ਤੁਹਾਡੇ ਬੜੇ ਕਰੀਬੀ ਨੇ ਉਹ, ਔਰ ਉੱਥੇ ਤੁਹਾਡੇ ਕਿਰਦਾਰ ਬੜੇ ਕਲੀਅਰ ਹੋਣੇ ਚਾਹੀਦੇ ਆ। ਜੇ ਤੁਸੀਂ ਉੱਥੇ ਆਪਣਾ ਪਲੇ ਬਰਾਬਰ ਨਹੀਂ ਨਾ ਕਰ ਰਹੇ। ਹੁਣ ਆਮ ਬੰਦਾ ਵੇਖੋ, ਆਮ ਵੀ ਘਰਾਂ 'ਚ ਕੰਪਲੇਂਟਾਂ ਕਰੀ ਜਾਂਦੇ ਨੇ ਕਿ ਮੇਰਾ ਜੀਵਨ ਸਾਥੀ ਨਹੀਂ ਸਹੀ, ਮੇਰਾ ਹਸਬੈਂਡ ਨਹੀਂ ਸਹੀ, ਮੇਰੀ ਵਾਈਫ ਨਹੀਂ ਸਹੀ। ਪਰ ਇੱਕ ਗੱਲ ਯਾਦ ਰੱਖੋ, ਜੇ ਉਹ ਬੰਦੇ 'ਚ ਕਮੀ ਹੈ ਨਾ ਤਾਂ ਉਹਨੂੰ ਮੂੰਹ ਤੇ ਕਹਿ ਦਿਓ।
ਉਹਨੂੰ ਦੱਸੋ ਵੀ ਆਹ ਚੀਜ਼ ਮੈਨੂੰ ਤੁਹਾਡੀ ਪਸੰਦ ਨਹੀਂ ਆ, ਪਰ ਲੋਕਾਂ ਦੇ ਸਾਹਮਣੇ ਨਾ ਉਹਦੀ ਚੁਗਲੀ ਕਰਿਓ। ਇਹ ਸਭ ਤੋਂ ਮਾੜੀ ਚੀਜ਼, ਪਲੀਜ਼ ਇਹਨੂੰ ਅਵੋਇਡ ਕਰੋ। ਜਿਹੜੇ ਬੰਦੇ ਨਾਲ ਤੁਹਾਡੀ ਕੋਈ ਅਣਬਣ ਹੈਗੀ ਆ, ਫੈਮਿਲੀ ਮੈਂਬਰ ਆ, ਉਹਦੇ ਨਾਲ ਇਕੱਲੇ ਬਹਿ ਕੇ 2 ਮਿੰਟ ਉਹਨੂੰ ਸਮਝਾਓ। ਨਹੀਂ ਸਮਝਦਾ ਤੇ ਪਿਆਰ ਦੇ ਨਾਲ ਉਹਦੇ ਨਾਲ ਗੱਲ ਕਰੋ, ਉਹਨੂੰ ਦੱਸੋ। ਲੋਕਾਂ ਨੂੰ ਨਾ ਦੱਸੋ। ਲੋਕਾਂ ਨੂੰ ਦੱਸੋਗੇ ਤੇ ਲੋਕਾਂ ਤੁਹਾਡਾ ਮਜ਼ਾਕ ਉਡਾਉਣਾ। ਲੋਕਾਂ ਨੇ ਤੇ ਕਹਿਣਾ ਵਾਵਾ ਲੜਨ ਦੇ ਚੰਗਾ ਸਮਾਂ ਭਾਂਡੇ ਖੜਕਾਉਂਦੇ। ਪਰ ਇਹ ਗੱਲ ਹੈਗੀ ਆ, ਧਿਆਨ ਫਿਰਕੀ ਆ, ਕਮਿਊਨੀਕੇਸ਼ਨ। ਜਦੋਂ ਵੀ ਗੱਲ ਕਰਨੀ ਹੈ ਤੈਸ਼ ਜਾ ਕੇ ਗੱਲ ਨਹੀਂ ਕਰਨੀ, ਪਿਆਰ ਨਾਲ ਗੱਲ ਕਰਨੀ ਹੈ। ਪਹਿਲਾਂ ਅਗਲੇ ਨੂੰ ਸਮਝਾਉਣ ਦੀ ਜਗ੍ਹਾ ਅਗਲੇ ਨੂੰ ਸਮਝਣ ਦੀ ਕੋਸ਼ਿਸ਼ ਕਰ, ਕਿਉਂਕਿ ਅਧਿਆਤਮਿਕ ਜੀਵਨ ਜਿਹੜਾ ਹੈਗਾ ਨਾ, ਦੇਖੋ ਪਰਮਾਤਮਾ ਜਿਹੜਾ ਨਾ ਸਾਨੂੰ ਸਮਝਾਉਣਾ ਚਾਹੁੰਦਾ, ਇਹ ਜੀਵਨ ਦਾ ਕਰੈਕਟਰ ਆ। ਇਹ ਆਪ ਪਰਮਾਤਮਾ ਕੱਲੀ ਭਗਤੀ ਨਹੀਂ ਚਾਹੁੰਦਾ ਨਿੱਜਰ ਸਾਹਿਬ। ਇਹ ਮਨ ਚੋਂ ਵਹਿਮ ਪਾਤਾ ਲੋਕਾਂ ਨੂੰ ਕਿ ਰੱਬ ਨੂੰ ਭਗਤੀ ਚਾਹੀਦੀ ਆ। ਰੱਬ ਕੱਲੀ ਭਗਤੀ ਥੋੜੀ ਚਾਹੁੰਦਾ। ਰੱਬ ਕਹਿੰਦਾ ਤੇਰਾ ਕਰੈਕਟਰ ਆ, ਤੂੰ ਪਲੇ ਕਰ, ਤੂੰ ਤਾਂ ਨਾ ਸਟੈਪ ਬੈਕ ਕਰ। ਦੂਜਾ ਗੇਮ ਨਹੀਂ ਖੇਡ ਰਿਹਾ, ਸਾਨੂੰ ਵੀ ਪਤਾ ਵਾ, ਤੇ ਪਰਮਾਤਮਾ ਨੂੰ ਵੀ ਪਤਾ ਉਹ ਆਪਣੀ ਗੇਮ ਨਹੀਂ ਖੇਡ ਰਿਹਾ। ਪਰ ਕਹਿੰਦਾ ਤੂੰ ਉੱਥੇ ਖਲੋਤਾ ਕਿਤੇ ਤੂੰ ਉਹਦੇ ਵਰਗਾ ਰੂਪ ਨਹੀਂ ਧਾਰਨ ਕਰ ਲਿਆ। ਹੁਣ ਇੱਕ ਬੰਦਾ ਉਹ ਕਹਿੰਦਾ ਨਹੀਂ ਸੀ ਕਿ ਇਹ ਜ਼ਰੂਰੀ ਨਹੀਂ ਕਿ ਜੇ ਪਿਓ ਸ਼ਰਾਬ ਪੀ ਕੇ ਮਰਿਆ ਤੇ ਪੁੱਤ ਵੀ ਸ਼ਰਾਬ ਪੀ ਕੇ ਮਰੇ। ਸਾਹਿਬ ਬਿਲਕੁਲ, ਇਹਦਾ ਮਤਲਬ ਇਹ ਆ ਕਿ ਜੇ ਇੱਕ ਬੰਦਾ ਮੂਰਖ ਹੋ ਗਿਆ, ਆਪਾਂ ਤਾਂ ਨਾ ਮੂਰਖ ਹੋ ਜਾਈਏ ਮਗਰ ਲੱਗ ਕੇ, ਤੇ ਉਹ ਚੀਜ਼ ਸਹੀ ਨਹੀਂ ਆ। ਦੇਖੋ ਅਧਿਆਤਮਿਕ ਜਿਹੜਾ ਜੀਵਨ ਹੈ ਨਾ, ਇਹ ਲੋਕਾਂ ਨੇ ਗਲਤ ਗਾਈਡ ਕਰਤਾ ਸਾਰੀ ਦੁਨੀਆ ਨੂੰ। ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਫੈਮਿਲੀ ਨੂੰ ਉਹਦੀਆਂ ਪੂਰੀਆਂ ਰਿਸਪੌਂਸਿਬਿਲਿਟੀਆਂ ਨਿਭਾਈਆਂ ਨੇ। ਇਹ ਆਪ ਦੇਖੋ, ਦੂਜੇ ਵੀ ਗੁਰੂ ਵੇਖੋ, ਜੇ ਗੁਰੂ ਗੋਬਿੰਦ ਸਿੰਘ ਜੀ ਵੇਖ ਲਓ, ਹੋਰ ਕਬੀਰ ਜੀ ਵੇਖ ਲਓ, ਇਹ ਰਵਿਦਾਸ ਜੀ ਵੇਖ ਲਓ, ਇਹਨਾਂ ਨੇ ਆਪਣੇ ਪਰਿਵਾਰ ਨੂੰ ਉਹ ਜੋ ਉਹਨਾਂ ਦੀਆਂ ਡਿਊਟੀ ਸੀ ਉਹ ਤੋਂ ਭੱਜੇ ਨਹੀਂ। ਇਹ ਚੀਜ਼ ਨੂੰ ਆਪਾਂ ਨੂੰ ਸਮਝਣਾ ਪਊਗਾ। ਜਿੱਥੇ ਆਪਾਂ ਭਗਤੀ ਕਰਨੀ ਆ, ਭਗਤੀ ਦੇ ਨਾਲ ਨਾਲ ਸਾਨੂੰ ਆਪਣਾ ਜਿਹੜਾ ਸੰਸਾਰਿਕ ਜੀਵਨ ਆ ਉਹਨੂੰ ਵੀ ਦੇਖਣਾ ਪਊਗਾ। ਕਹਿਣ ਤੋਂ ਭਾਵ 2 ਚੀਜ਼ਾਂ ਨੇ। ਇੱਕ ਕੱਲ ਵੀ ਗੱਲ ਚੱਲੀ ਸੀ, ਪਰਾ ਵਿਦਿਆ ਤੇ ਇੱਕ ਅਪਰਾ ਵਿਦਿਆ। ਪਰਾ ਵਿਦਿਆ ਪਰਮਾਤਮਾ ਦੇ ਨਾਲ ਲੀਨਤਾ, ਪਰ ਉਹਦਾ ਮਾਰਗ ਜਿਹੜਾ ਵਾ ਉਹ ਅਪਰਾ ਵਿਦਿਆ 'ਚ ਆ। ਕਿਉਂਕਿ ਸੰਸਾਰ 'ਚੋਂ ਮੈਂ ਫੇਲ ਹੋਣ ਦਿਆਂ, ਮੈਂ ਰੱਬ ਵੱਲ ਜਾਣ ਦਿਆਂ ਤੇ ਰੱਬ ਮੰਨੂਗਾ ਮੈਨੂੰ। ਉਹ ਕਹਿੰਦਾ ਤੂੰ ਇੱਕ ਚੰਗਾ ਪਿਓ ਹੀ ਨਹੀਂ ਬਣ ਸਕਿਆ, ਤੂੰ ਵਫਾਦਾਰ ਹੈ ਆਪਣੀ ਜੀਵਨ ਸਾਥੀ ਦੇ ਨਾਲ। ਵਿਜੇ ਸਾਹਿਬ ਬਿਲਕੁਲ ਮੈਨੂੰ ਕਹੂਗਾ ਕਿ ਤੂੰ ਆਪਣੀ ਵਾਈਫ ਦੇ ਨਾਲ ਵਫਾਦਾਰ ਹੈ, ਤੂੰ ਚੀਟਿੰਗ ਤੇ ਨਹੀਂ ਕਰ ਰਿਹਾ। ਹੁਣ ਜੇ ਜਨਾਨੀ ਜਾਂਦੀ ਹੈ ਤੇ ਰੱਬ ਕਹੂਗਾ ਤੂੰ ਆਪਣੇ ਪਤੀ ਦੇ ਨਾਲ ਵਫਾਦਾਰ ਹੈਗੀ ਆ, ਇਮਾਨਦਾਰ ਹੈਗੀ ਆ, ਤੂੰ ਬੇਈਮਾਨ ਤੇ ਨਹੀਂ। ਆਪ ਜਸਟ ਸਾਧ ਸੰਗਤ ਜੀ ਬੀ ਕੇਅਰਫੁਲ। ਇਹ ਚੀਜ਼ਾਂ ਸਾਡੀਆਂ ਇਹ ਫਾਊਂਡੇਸ਼ਨ ਆ। ਧਰਮ ਕੀ ਹੈ? ਧਰਮ ਤੇ ਜੜ੍ਹਾਂ ਵਾ ਇਹਦੀਆਂ। ਇੱਕ ਬਿਲਡਿੰਗ ਨੂੰ ਤੁਸੀਂ ਖੜਾ ਕਰਨਾ ਹੈ, ਜਦੋਂ ਹੁਣ ਕਬੀਰ ਜੀ ਕਿਹੜੀ ਪਹਾੜੀ ਤੇ ਚੜ ਰਹੇ ਆ, ਉਹਨਾਂ ਨੇ ਪਹਿਲਾਂ ਗਰਾਊਂਡ ਵਰਕ ਕੀਤਾ ਵਾ, ਜ਼ਮੀਨ ਦੀ ਤਿਆਰੀ। ਹੁਣ ਇੱਥੇ ਮੈਂ ਸੰਸਾਰ 'ਚ ਮੈਂ ਸੜਕ ਤੇ ਲਿਫਾਫਾ ਸੁੱਟੀ ਜਾਂਦਾ ਵਾ, ਬੋਤਲ ਪੀ ਕੇ ਪੈਸੇ ਸੁੱਟੀ ਆ, ਸੁੱਕੀ ਜਿੱਥੇ ਮਰਜ਼ੀ ਜਾਂਦਾ ਵਾ, ਲੋਕਾਂ ਨੂੰ ਗਾਲਾਂ ਕੱਢਦਾ ਵਾ, ਘਰੇ ਨਿਆਣੇ ਕੁੱਟੀ ਜਾਂਦਾ ਵਾ, ਇਹ ਉਲਟੇ ਪੁਲਟੇ ਕੰਮ ਕਰਦਾ ਵਾ, ਮੈਂ ਬਾਹਰ ਵੀ ਤੁਰਿਆ ਫਿਰਦਾ ਵਾ। ਪਰ ਸਾਧ ਸੰਗਤ ਜੀ ਫਿਰ ਧਰਮ ਥੋੜੀ ਮੇਰੇ ਜੀਵਨ 'ਚ ਹੋਇਆ। ਧਰਮ ਦਾ ਮਤਲਬ ਧਰਮ ਹੀ ਹੈ। ਧਰਮ ਦਾ ਮਤਲਬ ਬੈਲੈਂਸ। ਸਭ ਤੋਂ ਪਹਿਲਾਂ ਮੈਂ ਆਪਣਾ ਕਿਰਦਾਰ ਤੇ ਪੂਰਾ ਕਰਾਂ ਨਾ। ਭਗਤੀ ਦੇ ਅਗਾਂਹ ਉਹਨੇ ਮੈਨੂੰ ਤੇ ਚੁੱਕਣਾ ਵਾ। ਭਗਤੀ ਦੇ ਕਹਿੰਦੀ ਹੈ ਕਿ ਜੇ ਤੇਰੇ ਕੋਲ ਕਿਰਦਾਰ ਨਹੀਂ ਲਿਵ ਰਿਹਾ, ਮੰਨ ਲਾ ਹੁਣ ਤੂੰ ਤੇਰੇ ਕੋਲ ਡਾਇਲੌਗ ਬਰਾਬਰ ਨਹੀਂ ਆ, ਤੂੰ ਮਤਲਬ ਕਿਤੇ ਕਾਮ 'ਚ ਚੱਲ ਜਾਂਦਾ, ਕਿਤੇ ਕ੍ਰੋਧ 'ਚ ਚੱਲ ਜਾਂਦਾ, ਕਿਤੇ ਲੋਭ 'ਚ ਚੱਲ ਜਾਂਦਾ, ਕਿਤੇ ਮੋਹ 'ਚ ਆ ਜਾਂਦਾ, ਧਰਮ ਨਹੀਂ ਕੰਟਰੋਲ 'ਚ ਆ ਰਿਹਾ, ਜਿਹਦੇ ਜੀਵਨ 'ਚ ਧਰਮ ਨਹੀਂ ਹੈ, ਫਿਰ ਤੈਨੂੰ ਭਗਤੀ ਕਰਨੀ। ਵਿਮਲ ਕੀਰਤੀ ਦਾ ਕੰਮ। ਵਿਮਲ ਕੀਰਤੀ ਕਹਿੰਦਾ ਵਾ ਕਿ ਮੈਂ ਸ਼ਰਾਵਕ ਆ, ਜਿੱਦਾਂ ਦਾ ਮਹਾਤਮਾ ਬੁੱਧ ਕਹਿੰਦਾ ਮੈਂ ਕਹਿ ਕੇ ਕਰ ਦਿੰਦਾ, ਮੈਂ ਤੇ ਕਿੰਤੂ ਪਰੰਤੂ ਕਰਦਾ ਹੀ ਨਹੀਂ। ਤੇ ਕਹਿੰਦੇ ਦੂਜੇ ਕਿਹੜੇ ਕਹਿੰਦੇ ਅਸੀਂ ਸਾਧਕ ਆ, ਸਾਡਾ ਰੁਤਬਾ ਉੱਚਾ ਹੈ। ਕਹਿੰਦਾ ਸਾਧਕ ਦਾ ਮਤਲਬ ਹੈ ਕਿ ਤੁਹਾਡੇ ਵਾਸਤੇ ਦੀ ਗੱਲ ਨਹੀਂ ਹੈ। ਹੁਣ ਉਹ ਮਹਾਤਮਾ ਬੁੱਧ 'ਚ ਆ ਗਿਆ ਵੀ ਝੂਠ ਨਹੀਂ ਬੋਲਣਾ, ਤੇ ਮੈਂ ਝੂਠ ਬੋਲਣਾ ਬੰਦ ਕਰ ਦਿੰਦਾ। ਪਰ ਕਹਿੰਦੇ ਜੇ ਤੁਹਾਡੇ ਕੋਲ ਨਹੀਂ ਛੁੱਟਦਾ ਫਿਰ ਤੁਹਾਨੂੰ ਸਾਧਨਾ ਕਰਨੀ ਪੈਣੀ ਆ। ਬਿਲਕੁਲ, ਕਿਉਂਕਿ ਉਹ ਨਹੀਂ ਗੱਲ ਬਣ ਰਹੀ ਹੁਣ। ਹਾਂਜੀ ਨਿਜਰ ਸਾਹਿਬ। ਤੇ ਹੁਣ ਵੇਖੋ ਹੁਣ ਤੁਸੀਂ ਕਹੋਗੇ ਵੀਰ ਜੀ ਏਦਾਂ ਕਿੱਦਾਂ ਹੁੰਦਾ? ਹੁਣ ਕਿਸੇ ਬੰਦੇ ਨੂੰ ਨਸ਼ੇ ਦੀ ਆਦਤ ਲੱਗ ਗਈ ਆ, ਤੇ ਕਈ ਬੰਦੇ ਵੇਖੋ ਘਰੇ ਬਹਿ ਕੇ ਨਸ਼ਾ ਛੱਡ ਦਿੰਦੇ ਆ, ਪਰ ਕਈਆਂ ਨੂੰ ਸੁਧਾਰ ਘਰ ਲੈ ਕੇ ਜਾਣਾ ਪੈਂਦਾ ਨਸ਼ਾ ਛਡਾਊ ਕੇਂਦਰ 'ਚ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਸਹੀ ਹੈ। ਇਸੇ ਹੀ ਤਰ੍ਹਾਂ ਜੇ ਕੋਈ ਓਦਾਂ ਹੀ ਸਾਡੇ ਵਰਗਾ ਔਗਣਾਂ ਦਾ ਤਿਆਗ ਕਰਦੇ ਤਾਂ ਬਹੁਤ ਵਧੀਆ, ਪਰ ਜੇ ਔਗਣਾਂ ਦਾ ਤਿਆਗ ਨਹੀਂ ਹੋ ਰਿਹਾ ਤੇ ਫਿਰ ਸਾਨੂੰ ਭਗਤੀ ਹੀ ਕਰਨੀ ਪਊਗੀ। ਭਗਤੀ ਵੀ ਕਬੀਰ ਜੀ ਕਹਿੰਦੇ ਕਿ ਐਵੇਂ ਐਰੇ ਗੇਰੇ ਨੱਥੂ ਕਹਿਰੇ ਦੀ ਨਹੀਂ ਕਰਨੀ।
ਬ੍ਰਹਮ ਦੀ ਕਰਨੀ ਪਊਗੀ, ਪਰਮਾਤਮਾ ਦੀ ਕਰਨੀ ਪਊਗੀ। ਕਿਉਂਕਿ ਹੋਰ ਕਿਸੇ ਦੀ ਵੀ ਭਗਤੀ, ਕਿਸੇ ਦੀ ਵੀ ਮੂਰਤੀ ਆਪਣੇ ਅੰਦਰ ਧਿਆਨ ਲੈਣੀ, ਧਾਰਨ ਕਰ ਲੈਣੀ, ਉਹ ਜਿਹੜੀ ਆ ਉਹ ਸਾਨੂੰ ਇਹ ਜੜ ਦੇ ਨਾਲ ਹੀ ਜੁੜੂਗੀ, ਉਹ ਬ੍ਰਹਮ ਤੱਕ ਨਹੀਂ ਲੈ ਕੇ ਜਾ ਸਕਦੀ। ਆਪ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਦੀ ਭਗਤੀ ਕਰਨ ਬਾਰੇ ਜਾਂ ਕਿਸੇ ਦੀ ਕਿਤੇ ਬਾਣੀ ਪੜ੍ਹੀ ਆ ਤੁਸੀਂ ਵੇਖ ਲਓ। ਆਮ ਹੀ ਲੋਕੀ ਡੇਰੇ ਤੇ ਕਹਿ ਦਿੰਦੇ ਨੇ ਕਿ ਸਾਡੀ ਤਸਵੀਰ ਆਪਣੇ ਮੱਥੇ ਧਿਆਨ ਕਰੋ। ਲੋਕੀ ਘਰਾਂ ਚ ਜਿੱਦੇ ਸਾਡੀ ਫੋਟੋ ਲੈ ਲਓ, ਉੱਥੇ ਲਾਓ। ਆਪ ਬਾਣੀ ਪੜ੍ਹਦੇ ਜੋ, ਆਪਾਂ ਕਿੰਨੇ ਟਾਈਮ ਤੋਂ ਬਾਣੀ, 1 ਸਾਲ ਹੋ ਗਿਆ ਨਿੱਜਾ ਸਾਹਿਬ ਅਬਾਊਟ, ਰਾਈਟ? ਬਿਲਕੁਲ ਵੀਰ ਜੀ, ਉਹਨਾਂ ਨੂੰ ਦੇਖ ਕੇ ਆਪਾਂ ਵੀ ਗੁਰੂਆਂ ਦੀਆਂ ਫੋਟੋਆਂ ਕਾਰਾਂ ਦੇ ਵਿੱਚ, ਇੱਧਰਾਂ ਦੇ ਉੱਧਰ, ਘਰਾਂ ਦੇ ਵਿੱਚ ਸਾਰੀਆਂ ਪਤਾ ਨਹੀਂ ਕਿਹਨੇ ਬਣਾਈਆਂ, ਕੀ ਕੀਤਾ ਹੈ। ਆਪਾਂ ਘੱਟ ਥੋੜੀ ਨਾ ਹੈਗੇ, ਆਪਾਂ ਵੀ ਇਹੀ ਕੁਛ ਕਰੀ ਜਾ ਰਹੇ। ਹਾਂ ਵੇਖੋ, ਹੁਣ ਕਈ ਕਹਿੰਦੇ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਦੇ ਦੀ, ਕੋਈ ਕਹਿੰਦਾ ਸੀ ਉੱਥੇ ਮੈਨੂੰ ਕਹਿੰਦੀ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਹੀ ਪਰਮਾਤਮਾ। ਮੈਂ ਕਿਹਾ ਕਿੱਥੇ ਗੁਰੂ ਗ੍ਰੰਥ ਤੇ ਲਿਖਿਆ ਉਹਨਾਂ ਨੇ ਪਰਮਾਤਮਾ? ਮੈਂ ਤੁਹਾਨੂੰ ਪਤਾ ਪਰਮਾਤਮਾ ਕੀ ਹੈਗਾ? ਫਿਰ ਉਹ ਨਹੀਂ ਜੀ ਸਾਡੀ ਧਾਰਨਾ ਏਦਾਂ ਦੀ ਬਣੀ, ਸਾਨੂੰ ਏਦਾਂ ਸਿਖਾਇਆ। ਮੈਂ ਉਹ ਸਿਖਾਏ ਦੀ ਗੱਲ ਨਹੀਂ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਜੋ, ਬਾਣੀ ਚ ਲਿਖਿਆ ਕੀ ਉਹਨੂੰ ਸਮਝਿਆ ਕਦੇ ਕੀ ਕਹਿੰਦੀ ਹੈ ਤੁਹਾਨੂੰ? ਤਾਂ ਉਹਨੂੰ ਜੇ ਸਮਝਿਆ ਹੋਵੇ ਤਾਂ ਤੁਹਾਨੂੰ ਇਹੋ ਜਿਹਾ ਸਵਾਲ, ਇਹੋ ਜਿਹਾ ਭਰਮ ਨਾ ਤੁਹਾਡੇ ਅੰਦਰ ਪੈਦਾ ਹੋਵੇ। ਤਾਂ ਠੀਕ ਹੈ, ਅੱਗੇ ਚਲੀ ਰੱਜੋ ਸਾਹਿਬ। ਹਾਂਜੀ, ਰਹੇ ਭਿਅੰਗਮ। ਭਿਅੰਗਮ ਕਹਿੰਦੇ ਕਈ ਜਿਹੜੇ ਵਿਆਹ ਨਹੀਂ ਕਰਾਉਂਦੇ ਉਹਨਾਂ ਨੂੰ ਵੀ ਕਹਿੰਦੇ ਇਹ ਤਾਂ ਭਾਵੇਂ ਭਿਅੰਗਮ ਹੈਗਾ, ਇਹ ਤਾਂ ਕੋਈ ਟੀਨ ਟੱਪਰ ਹੈ ਨਹੀਂਗਾ। ਬਸ ਇਹ ਭਿਅੰਗਮ ਦਾ ਮਤਲਬ ਆ ਬਈ ਜ਼ਿਆਦਾ ਦੁਨੀਆ ਦੇ ਨਾਲ, ਮੋਹ ਮਾਇਆ ਦੇ ਨਾਲ ਅਟੈਚ ਨਾ ਹੋਏ, ਬਾਹਰ ਆਕਾਰ ਦੇ ਨਾਲ, ਬਾਹਰ ਜਿਹੜੇ ਪਦਾਰਥਾਂ ਦੇ ਨਾਲ, ਸਰੀਰ ਦੇ ਨਾਲ ਅਟੈਚ ਨਾ ਹੋਏ, ਕਤੇ ਨਾ ਜਾਈ, ਕਿਤੇ ਵੀ ਆਪਣੇ ਮਤਲਬ ਮਨ ਨੂੰ ਨਹੀਂ ਦੌੜਾਉਂਦਾ। ਅਗਾਹ ਗਹਿ ਗਗਨ ਰਹਾਈ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਅਗਾਹ ਹੈਗਾ ਜਿਹੜਾ ਮਾਲਕ ਪਰਮਾਤਮਾ, ਰੂਪ ਨਾ ਰੇਖ ਨਾ ਰੰਗ ਜਿਹਦਾ ਨਹੀਂ ਹੈਗਾ, ਉਸ ਮਾਲਕ ਪਰਮਾਤਮਾ ਨੂੰ ਆਪਣੇ ਅੰਦਰ ਉਹਦੇ ਨਾਲ ਸੁਰਤ ਜੋੜੇ, ਉਹਦੇ ਨਾਲ ਧਿਆਨ ਸਿਮਰਨ ਕਰੇ, ਔਰ ਗਗਨ ਦੇ ਵਿੱਚ, ਗਗਨ ਮੰਡਲ ਦੇ ਵਿੱਚ ਆਪਣੀ ਸੁਰਤ ਨੂੰ ਵਿਚਾਰ ਮੰਡਲ, ਵਿਚਾਰਾਂ ਤੋਂ ਪਰੇ ਕਰਕੇ ਗਗਨ ਮੰਡਲ ਦੇ ਵਿੱਚ ਟਿਕਾਏ। ਘੱਗਾ ਘਟ ਘਟ ਨਿਮਸੈ ਸੋਈ, ਕਹਿੰਦੇ ਉਹ ਘੱਗੇ ਅੱਖਰ ਤੋਂ ਗਿਆਨ ਦੇ ਰਹੇ। ਕਹਿੰਦੇ ਘਟ ਘਟ ਹਰੇਕ ਘਟ ਦੇ ਵਿੱਚ, ਹਰੇਕ ਸਰੀਰ ਦੇ ਵਿੱਚ ਉਹ ਮਾਲਕ ਪਰਮਾਤਮਾ ਹੀ ਹੈਗਾ। ਨਿਮਸੇ ਮਤਲਬ ਨਿਮਰਿਆ ਹੈ, ਮਾਲਕ ਪਰਮਾਤਮਾ ਹੀ ਹੈਗਾ ਹਰੇਕ ਦੇ ਵਿੱਚ। ਘੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਬਹਿ ਨਾ ਹੋਈ। ਕਹਿੰਦੇ ਭਾਵੇਂ ਜਿਹੜੇ ਹੈਗੇ ਲੋਕੀ ਮਰ ਜਾਂਦੇ, ਘਟ ਫੁੱਟ ਜਾਂਦਾ, ਸਰੀਰ ਚਲੇ ਜਾਂਦਾ, ਤੇ ਫਿਰ ਤਾਂ ਪਰਮਾਤਮਾ ਨੂੰ ਘੱਟ ਹੋ ਜਾਣਾ ਚਾਹੀਦਾ ਹੈ, ਪਰਮਾਤਮਾ 'ਚ ਕਮੀ ਆ ਜਾਣੀ ਚਾਹੀਦੀ ਹੈ। ਕਹਿੰਦੇ ਉਹ ਕਦੀ ਵੀ ਘੱਟ ਨਹੀਂ ਹੁੰਦਾ ਪਾਏ। ਜਿਹੜੇ ਘੱਟ ਫੁੱਟਦੇ, ਜਿੰਨੇ ਮਰਜੀ ਘੱਟ ਫੁੱਟ ਜਾਣ, ਭਾਵੇਂ ਸਾਰੇ ਘੱਟ ਫੁੱਟ ਜਾਣ, ਪਰਮਾਤਮਾ ਨੇ ਨਹੀਂ ਘੱਟ ਹੋਣਾ। ਤਾਂ ਘਟ ਮੈਂ ਘਾਟ, ਘਟ ਮਾਹੇ ਘਾਟ, ਜੋ ਪਾਵਾਂ ਸੋ ਘਟ ਛਾਟ, ਆਉ ਘਟ ਕਤ ਧਾਵਾਂ। ਕਹਿੰਦੇ ਮੈਂ ਆਪਣੇ ਘਰ ਦੇ ਅੰਦਰ ਹੀ ਜਦ ਮੈਂ ਔਖਾ, ਉਹ ਟਿਕਾਣਾ ਜਿਹੜਾ ਹੈਗਾ, ਮਨ ਨੂੰ ਵਿਚਾਰ ਸ਼ੂਨਿ ਕਰਕੇ ਉਹ ਟਿਕਾਣਾ ਪਾ ਲਵਾਂ। ਉਹ ਘਾਟ ਜਿਹੜਾ ਹੈਗਾ ਜਿੱਥੇ ਮੇਰਾ ਮਨ ਟਿਕ ਜਾਏ, ਜੇ ਘਾਟ ਮੇਰੇ ਅੰਦਰ ਉਹ ਘਾਟ ਲੱਭ ਜਾਏ, ਮੈਨੂੰ ਔਗਟ ਘਾਟੀ ਜੇ ਲੱਭ ਜਾਏ, ਸੋ ਘਟ ਛਾੜ ਆਉ ਘਟ ਕਤ ਜਾਵਾਂ। ਕਹਿੰਦੇ ਹੋ ਉਸ ਘਾਟ ਨੂੰ ਛੱਡ ਕੇ, ਉਸ ਘਾਟ ਨੂੰ ਛੱਡ ਕੇ ਮੈਂ ਹੋਰ ਜਿਹੜਾ ਹੈਗਾ ਇੱਧਰ ਉੱਧਰ ਕਾਹਦੇ ਵਾਸਤੇ ਭਟਕਾਂ। ਹਾਂਜੀ ਵੀਰ ਜੀ। ਪਹਿਲੀ ਤੋਂ ਬੋਲ ਦੋ। ਘੱਗਾ, ਹਾਂਜੀ, ਘੱਗਾ ਘਟ ਘਟ ਨਿਮਸੈ ਸੋਈ। ਕਹਿੰਦੇ ਘਟ ਘਟ ਦੇ ਵਿੱਚ ਉਹੀ ਪਰਮਾਤਮਾ ਵਸਿਆ ਹੋਇਆ ਆ। ਘਟ ਘਟ ਦੇ ਅੰਦਰ, ਹਰੇਕ ਸਰੀਰ ਦੇ ਅੰਦਰ ਉਹ ਮਾਲਕ ਪਰਮਾਤਮਾ ਵਸਿਆ ਹੋਇਆ। ਘਟ ਫੂਟੇ ਘਟ ਕਬਹਿ ਨਾ ਹੋਈ, ਔਰ ਉਹ ਸਰੀਰ ਭਾਵੇਂ ਫੁੱਟ ਜਾਏ ਤੇ ਉਹ ਮਾਲਕ ਪਰਮਾਤਮਾ ਕਦੀ ਵੀ ਘੱਟ ਨਹੀਂ ਹੁੰਦਾ। ਸਰੀਰ ਜਿੰਨੇ ਵੀ ਜੀਵ ਹੈਗੇ, ਸਰੀਰ ਫੁੱਟਣ ਦੇ ਨਾਲ, ਸਰੀਰ ਦੇ ਨਾਲ ਕਹਿੰਦੇ ਉਹ ਮਾਲਕ ਪਰਮਾਤਮਾ 'ਚ ਕੋਈ ਕਮੀ ਨਹੀਂ ਆਉਂਦੀ। ਤਾਂ ਘਟ ਮੈਂ ਘਟ ਮਾਹੇ ਘਾਟ ਜੋ ਪਾਵਾਂ। ਕਹਿੰਦੇ ਘਟ ਦੇ ਅੰਦਰ, ਆਪਣੇ ਸਰੀਰ ਦੇ ਅੰਦਰ ਹੀ ਉਹ ਘਾਟ ਹੈਗਾ। ਉਹ ਮਾਲਕ ਪਰਮਾਤਮਾ ਜਿੱਥੇ ਸੁਰਤ ਨੇ ਜਾ ਕੇ ਟਿਕਣਾ ਹੈ, ਉਹ ਆਤਮਾ ਦਾ ਟਿਕਾਣਾ ਸਰੀਰ ਦੇ ਅੰਦਰ ਹੀ ਹੈਗਾ। ਉਹ ਔਖਾ, ਉਹ ਘਾਟ ਜਿਹੜਾ ਹੈਗਾ। ਤਾਂ ਘਟ ਮੈਂ ਘਟ ਮਾਹੇ ਘਾਟ ਜੋ ਪਾਵਾਂ, ਸੋ ਘਟ ਛਾੜ ਅਵਗਟ ਕਤ ਧਾਵਾਂ। ਕਹਿੰਦੇ ਉਹ ਘਟ ਨੂੰ ਛੱਡ ਕੇ, ਉਹ ਘਾਟ ਨੂੰ, ਉਹ ਟਿਕਾਣੇ ਨੂੰ ਛੱਡ ਕੇ ਮੈਂ ਜਿਹੜਾ ਹੈਗਾ ਅਵਗਟ, ਉਹ ਸੁੰਨ ਅਵਸਥਾ ਨੂੰ ਛੱਡ ਕੇ ਮੈਂ ਜਿਹੜਾ ਹੈਗਾ ਅਵਗਟ ਕਹਿੰਦੇ ਆ, ਬਾਹਰ ਜਿਹੜਾ ਹੈਗਾ ਇੱਧਰ ਉੱਧਰ ਕਾਹਦੇ ਵਾਸਤੇ ਦੌੜਾਂ, ਇਹ ਕਰਮ ਕਾਂਡਾਂ ਦੇ ਵਿੱਚ ਕਾਹਦੇ ਵਾਸਤੇ ਜਾਵਾਂ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਆਪ ਬਾਣੀ ਨੂੰ ਦੇਖੋ,
ਕਬੀਰ ਜੀ ਫੇਰ ਗੱਲ ਕਰ ਰਹੇ ਨੇ, ਕਹਿੰਦੇ ਘੱਟ ਫੂਟੇ ਘੱਗਾ ਘੱਟ ਘੱਟ ਨਿਮਤੇ ਸੋਈ। ਹਰੇਕ ਘੱਟ ਘੱਟ ਦੇ ਵਿੱਚ ਹੋਈ। ਹਾਂ, ਮਤਲਬ ਘੱਟ ਦਾ ਮਤਲਬ ਹੈਗਾ ਜਿੱਥੇ ਜੀਵ ਹੈਗਾ, ਉੱਥੇ ਜੀਵ ਤੇ ਆਤਮਾ ਦਾ ਕਨੈਕਸ਼ਨ। ਵੈਸੇ ਤੇ ਸਾਰਾ ਬ੍ਰਹਮ ਹੀ ਹੈ, ਪਰ ਹੁਣ ਜਿੱਦਾਂ ਮੈਂ ਵਾਂ ਜਾਂ ਤੁਸੀਂ ਜੋ ਨਿੱਜਰ ਸਾਹਿਬ ਨੇ ਜਾਂ ਉਹ ਕੀੜੀਆਂ ਕੁੜੀਆਂ ਵਗੈਰਾ ਜੋ ਵੀ ਹੈਗੀਆਂ ਨੇ, ਇਹਦੇ ਅੰਦਰ ਉਹ ਖਾਸ ਹੈਗਾ। ਹੁਣ ਆਪ ਜੀ ਦੇਖੋ, ਇਹ ਪੱਥਰਾਂ 'ਚ ਵੀ ਪਰਮਾਤਮਾ ਹੈ, ਪਰ ਉੱਥੇ ਥੋੜਾ ਜਿਹਾ ਨਾ ਉਹਦੀ ਚੇਤਨਾ ਬਹੁਤ ਘੱਟ ਆ। ਇਹ ਨਾ ਸੋਚੋ ਪੱਥਰ ਉਦਾਂ ਹੀ ਬੈਠੇ, ਪੱਥਰ ਵੱਧਦੇ ਆ। ਪੱਥਰ ਵੇਖੋਗੇ ਨਾ, ਪਹਾੜ ਵੱਡੇ ਹੁੰਦੇ ਆ, ਵੱਧਦੇ ਜਿੱਦਾਂ ਬੰਦੇ ਵੱਧਦੇ। ਉਸੇ ਤਰ੍ਹਾਂ ਰੁੱਖਾਂ 'ਚ ਥੋੜੀ ਜ਼ਿਆਦਾ ਚੇਤਨਾ। ਰੁੱਖਾਂ ਤੋਂ ਲਾ ਲਓ, ਐ ਪੰਛੀ ਪੁੰਛੀ ਹੈ, ਜਿਹੜੇ ਪਰਿੰਦੇ ਆ ਜਾਂ ਜਾਨਵਰ, ਇਹਨਾਂ 'ਚ ਵੀ ਚੇਤਨਾ ਹੈਗੀ ਆ, ਇਹਨਾਂ 'ਚ ਹੋਰ ਜ਼ਿਆਦਾ ਚੇਤਨਾ ਹੈ। ਔਰ ਸਭ ਤੋਂ ਜ਼ਿਆਦਾ ਚੇਤਨਾ ਸਾਡੇ 'ਚ ਹੈ, ਇਨਸਾਨਾਂ ਦੇ ਵਿੱਚ। ਅਸੀਂ ਜ਼ਿਆਦਾ ਅਨੁਭਵ ਕਰਦੇ ਹਾਂ। ਤੁਸੀਂ ਜਾਨਵਰ ਨੂੰ ਗਾਲਾਂ ਗੂਲਾਂ ਕੱਢੋਗੇ, ਉਹਨੂੰ ਨਹੀਂ ਪਤਾ ਲੱਗਣਾ, ਪਰ ਤੁਸੀਂ ਬੰਦੇ ਨੂੰ ਮਾੜਾ ਲਫ਼ਜ਼ ਬੋਲੋਗੇ ਨਾ, ਪਤਾ ਲੱਗ ਜਾਏਗਾ ਉਹਦੇ। ਤੁਸੀਂ ਉਹਦੇ ਮੂੰਹ ਤੇ ਚਪੇੜ ਮਾਰਤੀ ਆ, ਤੁਸੀਂ ਮਾੜਾ ਲਫ਼ਜ਼ ਬੋਲਤਾ, ਇੱਕੋ ਹੀ ਕੰਮ ਹੋ ਗਿਆ। ਇਹ ਚੀਜ਼ ਨੂੰ ਦੇਖਣਾ ਪਏਗਾ। ਹੁਣ ਜ਼ਰੂਰੀ ਨਹੀਂ ਆ ਕਿ ਆਪਾਂ ਫਿਜ਼ੀਕਲੀ ਕਿਸੇ ਨੂੰ ਮਤਲਬ ਕਿ ਇਹਨੂੰ ਨੁਕਸਾਨ ਪਹੁੰਚਾਉਂਦੇ ਆ ਜਾਂ ਕਿਸੇ ਨੂੰ ਆਪਾਂ ਕਸ਼ਟ ਪਹੁੰਚਾਉਂਦੇ ਆ। ਆਪਾਂ ਲਫ਼ਜ਼ਾਂ ਦੇ ਨਾਲ ਵੀ ਬੜਾ ਲੋਕਾਂ ਨੂੰ ਕਹਿ ਦਿੰਦੇ ਹਾਂ। ਇੱਥੇ ਕਬੀਰ ਜੀ ਕਹਿੰਦੇ ਨੇ ਕਿ ਘੱਟ ਘੱਟ ਦੇ ਵਿੱਚ ਪਰਮਾਤਮਾ ਜੇ। ਤੂੰ ਕਿਸੇ ਨੂੰ ਮਾੜਾ ਲਫ਼ਜ਼ ਬੋਲਣ ਤੋਂ ਪਹਿਲਾਂ ਵਿਚਾਰ ਕਰ, ਐਵੇਂ ਨਾ ਜੋ ਮੂੰਹ ਚ ਆਇਆ ਬੋਲ ਦਿੱਤਾ। ਇਹ ਨਿੱਜਰ ਸਾਹਿਬ ਘੱਟ ਘੱਟ ਚੀਜ਼ ਉਹੀ ਲਿਖਿਆ ਨਾ। ਹਾਂ, ਘੱਟ ਘੱਟ ਚ ਪਰਮਾਤਮਾ ਹੈਗਾ ਭਾਈ। ਹਰੇਕ ਘੱਟ ਦੇ ਵਿੱਚ ਮਾਲਕ ਪਰਮਾਤਮਾ ਹੀ ਹੈਗਾ। ਹਰੇਕ ਘੱਟ ਦੇ ਵਿੱਚ ਪਰਮਾਤਮਾ ਹੀ ਹੈਗਾ ਵਾ, ਹੈਗਾ ਨਹੀਂ ਹੈ ਪਰਮਾਤਮਾ ਬੈਠਾ ਉੱਤੇ। ਹਾਂਜੀ, ਕਿਉਂਕਿ ਜਿਹੜਾ ਪਰਮਾਤਮਾ ਤੇਰੇ ਅੰਦਰ ਆ, ਉੱਧਰ ਬੈਠਾ ਵਾ। ਜਿੰਨਾ ਚਿਰ ਤੱਕ ਤੈਨੂੰ ਬਰਾਬਰ ਜੋਤ ਦਿਖਦੀ ਨਹੀਂ, ਖਤਮੇ ਜੋਤ ਦੇਖ ਕੇ ਆ। ਜੋਤ ਤੋਂ ਬਿਨਾਂ ਕਿੱਦਾਂ ਜਗੋਗੇ ਤੁਸੀਂ? ਹੁਣ ਬੱਤੀ ਮੇਰੇ ਘਰ ਜਾਂ ਤੁਹਾਡੇ ਘਰ ਵੱਖਰੀ ਥੋੜੀ ਹੈ, ਬੱਤੀ ਤੇ ਬੱਤੀ ਹੈ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਹੁਣ ਇੱਥੇ ਕਬੀਰ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਰਿਸ਼ਤੇ ਨਾਤੇ ਜਿਹੜੇ ਤੁਹਾਡੇ ਹੈਗੇ ਨਾ, ਤਾਣੇ ਬਾਣੇ, ਇਹਨਾਂ ਨੂੰ ਸੁਧਾਰੋ। ਇਹਨਾਂ ਨਾਲ ਵੀ ਉਲਝਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਤੁਸੀਂ ਅਟੈਕ ਕਰਦੇ ਹੋ, ਤੁਹਾਡੇ ਤੇ ਅਟੈਕ ਕਰਦੇ ਆ, ਕਿਉਂਕਿ ਪਰਮਾਤਮਾ ਹੀ ਹੈ। ਤੇ ਜੇ ਆਪਾਂ ਕਿਸੇ ਨੁਕਸਾਨ ਵੀ ਕਰਨੇ ਆ, ਹੁਣ ਲੋਕਾਂ ਦਾ ਪੈਸਾ ਖੋ ਕੇ ਲੈ ਆਉਂਦੇ ਆ, ਉਹ ਠੱਗੀ ਲੋਕਾਂ ਨਾਲ ਥੋੜੀ ਮਾਰਦੇ, ਤੇ ਰੱਬ ਨਾਲ ਠੱਗੀ ਮਾਰਦੇ ਆ, ਕਿਉਂਕਿ ਪ੍ਰਕਿਰਤੀ ਉਹਦੀ ਹੈ। ਔਰ ਜਿਹੜੀ ਚੀਜ਼ ਮੇਰੀ ਨਹੀਂ ਹੈ, ਮੈਂ ਚੁੱਕ ਕੇ ਲੈ ਆਉਂਗਾ ਤੇ ਕੀ ਮੈਂ ਸੁਖੀ ਹੋ ਸਕਦਾ? ਦੱਸੋ ਨਿੱਜਰ ਸਾਹਿਬ। ਬਿਲਕੁਲ ਨਹੀਂ ਹੋ ਸਕਦਾ। ਪਰਮਾਤਮਾ ਤੇ ਕਹਿੰਦਾ ਪਿਆ। ਹਾਂਜੀ, ਠੀਕ ਹੈ ਜੀ। ਕਹਿੰਦੇ ਘੱਟ ਫੂਟੇ ਘੱਟ ਕਬੂ ਨਾ ਹੋਏ। ਇਹਦਾ ਮਤਲਬ ਕੀ ਹੈ? ਸਰੀਰ ਫੁੱਟ ਜਾਂਦੇ ਆ, ਕਹਿੰਦੇ ਉਹ ਪਰਮਾਤਮਾ ਘੱਟ ਥੋੜੀ ਨਾ ਹੋ ਜਾਂਦਾ। ਉਹ ਤਾਂ ਅਪਾਰ ਮਾਲਕ ਪਰਮਾਤਮਾ ਤਾਂ ਉਹ ਹਰ ਜਗ੍ਹਾ ਉਹ ਹੈ ਹੀ ਪਰਮਾਤਮਾ। ਉਹਨੇ ਘੱਟ ਕਿੱਥੇ ਹੋਣਾ? ਹਾਂ, ਨਾ ਤੇ ਵਧਣਾ ਤੇ ਨਾ ਉਹਨੇ ਘਟਣਾ। ਉਹ ਕਿੱਥੇ ਘਟੂਗਾ? ਜਿਹੜਾ ਸਮੁੰਦਰ ਦਾ ਪਾਣੀ ਹੈ, ਉਸੇ ਤਰ੍ਹਾਂ ਹੀ ਸਮੁੰਦਰ 'ਚ ਹੀ ਰਹਿਣਾ ਵਾ, ਭਾਵੇਂ ਬਰਫ਼ ਦੇ ਰੂਪ 'ਚ ਜੰਮ ਜੇ। ਉਹ ਨਾ ਤੇ ਘਟਣਾ ਤੇ ਨਾ ਵਧਣਾ। ਇਸੇ ਹੀ ਤਰ੍ਹਾਂ ਪਰਮਾਤਮਾ ਨਾ ਤੇ ਵੱਧਦਾ ਨਾ ਘਟਦਾ। ਹੁਣ ਘੱਟ ਫੁੱਟਦੇ ਰਹਿੰਦੇ ਨੇ, ਹੁਣ ਲੱਖਾਂ ਹੀ ਲੋਕ ਮਰਦੇ ਨੇ। ਇਹ ਪਰਮਾਤਮਾ ਦਾ ਅਰੇਂਜਮੈਂਟ ਤੇ ਦੇਖੋ ਆਪ। ਮੈਂ ਹੈਰਾਨ ਹੁੰਦਾ ਕਿ ਉਹਦਾ ਮੈਕੈਨਿਜ਼ਮ ਦੇਖੋ ਕਿ ਐਸਾ ਗਰਭ ਮੰਡਲ ਹੋਊਗਾ ਜਿੱਥੇ ਕੀੜੀਆਂ ਦੀਆਂ ਜੋਨੀਆਂ, ਹਾਥੀਆਂ ਦੀਆਂ ਜੋਨੀਆਂ, ਕੁੱਤਿਆਂ ਦੀਆਂ ਜੋਨੀਆਂ ਦੇ ਮੰਡਲ ਬਣੇ ਹੋਏ ਨੇ। ਔਰ ਕਿੰਨਾ ਫਾਸਟ, ਕਿੱਦਾਂ ਬੱਚੇ ਪੈਦਾ ਹੋ ਰਹੇ ਨੇ, ਕਿੱਦਾਂ ਕੋਈ ਆ ਰਿਹਾ ਕੋਈ ਜਾ ਰਿਹਾ। ਆਪ ਜਸਟ ਸੋਚੋ ਪਰਮਾਤਮਾ ਦਾ ਅਰੇਂਜਮੈਂਟ। ਆਪ ਕਣਕ ਬੀਜਦੇ ਜੋ, ਵੇਖੋ ਕਿੰਨੀ ਔਖੀ ਹੈ ਪਾਲਣਾ, ਉਹਨੂੰ ਸਾਂਭਣਾ, ਫਿਰ ਜਾ ਕੇ ਉਹਨੂੰ ਵੱਢਣਾ, ਕਿੱਦਾਂ ਉਹਦੀ ਸਾਂਭ ਸੰਭਾਲ ਕਰਕੇ ਫਿਰ ਮੰਡੀ ਜਾ ਕੇ ਵੇਚਣਾ। ਉਸੇ ਤਰ੍ਹਾਂ ਪਰਮਾਤਮਾ ਵੇਖੋ ਇੱਕ ਏਦਾਂ ਸੰਸਾਰ ਨੂੰ ਉਹਨੇ ਇੱਕ ਸ਼ਕਤੀ ਨੂੰ ਹੁਕਮ ਦਿੱਤਾ ਹੈ। ਉਹ ਸ਼ਕਤੀ ਕੰਮ ਕਰ ਰਹੀ ਹੈ, ਜਿਹਨੂੰ ਚਿੱਤਰਗੁਪਤ ਕਹਿ ਦਿੰਦੇ ਆ ਆਪਾਂ। ਚਿੱਤਰਗੁਪਤ ਸਾਡਾ ਹੀ ਹੈ, ਪਰ ਚਿੱਤਰਗੁਪਤ ਸਾਡੇ ਅੰਦਰ ਹੀ ਉਹ ਸਾਰਾ ਕੁਝ ਲਿਖਿਆ ਜਾਂਦਾ ਹੈ। ਇਸੇ ਲਈ ਕਬੀਰ ਜੀ ਕਹਿ ਰਹੇ ਨੇ ਕਿ ਤੁਸੀਂ ਦੂਜਿਆਂ ਨੂੰ ਵੀ ਪਰਮਾਤਮਾ ਦਾ ਰੂਪ ਹੀ ਸਮਝੋ, ਕਿਉਂਕਿ ਉਹਦਾ ਤੁਸੀਂ ਦੂਜਿਆਂ ਨਾਲ ਕੀ ਕਰੋਗੇ? ਦਵੈਸ਼ ਕਰੋਗੇ, ਈਰਖਾ ਕਰੋਗੇ। ਤੁਸੀਂ ਉਦਾਂ ਤੁਸੀਂ ਕਿੱਦਾਂ ਕਿਸੇ ਨੂੰ ਪਿਆਰ ਕਰ ਸਕਦੇ ਹੋ? ਹਾਂ, ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਦੂਜੇ ਵਿੱਚ ਪਰਮਾਤਮਾ ਹੈ, ਤੇ ਹੋ ਸਕਦਾ ਨਿੱਜਰ ਸਾਹਿਬ ਥੋੜੀ ਬਹੁਤੀ ਤੁਹਾਡੀ ਸੋਚ ਬਦਲੇ। ਉਹ ਤੱਕ ਤੋਂ ਬਦਲਣੀ। ਇਸ ਲਈ ਕਬੀਰ ਜੀ ਸਾਡੀ ਸੋਚ ਨੂੰ ਵੱਡਾ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਕਿ ਸਾਰਿਆਂ 'ਚ ਪਰਮਾਤਮਾ ਹੀ ਹੋਵੇ, ਕਿਉਂਕਿ ਤੇਰੀ ਜਿਹੜੀ ਦ੍ਰਿਸ਼ਟੀ ਹੈ ਸਾਹਮਣੇ ਹੀ ਹੈਗੀ। ਤੂੰ ਕਿਸੇ ਨੂੰ ਵੱਧ ਤੇ ਕਿਸੇ ਨੂੰ ਘੱਟ ਦੇ ਰਿਹਾ, ਖੋ ਵੀ ਰਿਹਾ, ਪਰ ਤੈਨੂੰ ਪਤਾ ਕਿ ਸਾਹਮਣੇ ਵਾਲਾ ਬੰਦਾ ਜਿਹਨੂੰ ਠੱਗੀ ਮਾਰ ਰਿਹਾ, ਉਹ ਵੀ ਪਰਮਾਤਮਾ ਦਾ ਹੀ ਇੱਕ ਹਿੱਸਾ ਵਾ। ਬਿਲਕੁਲ, ਪਰਮਾਤਮਾ ਤੇ ਨਹੀਂ ਆ, ਪਰ ਪਰਮਾਤਮਾ ਦਾ ਹਿੱਸਾ ਹੈ। ਪਰ ਹੁਣ ਉਹ ਚੀਜ਼ ਦੇ ਨਾਲ ਤੂੰ ਜੋ ਵਰਤੋਂ ਕਰੇਗਾ ਜਾਂ ਉਹਦੇ ਨਾਲ ਕੋਈ ਲੈਣ ਦੇਣ ਕਰੇਗਾ, ਧਿਆਨ ਨਾਲ ਕਰ। ਉਹ ਸਾਨੂੰ ਜੀਵਨ ਦੀ ਸੋਚ ਹੀ ਦਿਖਾ ਰਹੇ ਨੇ। ਕੀ ਕਹਿ ਰਹੇ ਨੇ
ਕਿ ਘਰ 'ਚ ਇੱਕ ਨੌਂ ਆਈ ਆ, ਨੌਂ ਸੱਸ ਸਹੁਰੇ ਦੀ ਜਾਂ ਪਤੀ ਦੀ ਜਾਂ ਕੁੜੀ ਦੀ, ਹੁਣ ਜ਼ਿੰਮੇਵਾਰੀਆਂ ਸਾਰਿਆਂ ਦੀਆਂ ਆਪਣੀਆਂ ਨੇ। ਹੁਣ ਆਪਾਂ ਉਹ ਜਿੱਦਾਂ ਹੁਣ ਇੱਕ ਹੁਣ 5-6 ਜੀ ਆ, ਆਪਾਂ ਚਾਹੁੰਦੇ ਆ ਕਿ ਪਰਫਾਰਮੈਂਸ ਵਧੀਆ ਹੋਣੀ ਚਾਹੀਦੀ 101%, ਪਰ ਨਿੱਜਰ ਸਾਹਿਬ ਇੱਕਦਮ ਪਰਫਾਰਮੈਂਸ ਨਹੀਂ ਮਿਲਦੀ। ਅਗਲੇ ਨੂੰ ਖਿਲਾੜੀ ਨੂੰ ਟਾਈਮ ਤੇ ਦਿਓ ਥੋੜਾ ਬਹੁਤਾ। ਹੁਣ ਤੁਸੀਂ ਵੇਖਿਆ ਨੀ ਕ੍ਰਿਕਟ ਦੀ ਟੀਮ ਨਿੱਜਰ ਸਾਹਿਬ ਕਿੱਦਾਂ ਸੱਜੇ ਬੰਨੇ ਖੱਬੇ ਬੰਨੇ ਹੱਥ ਤਾਂ ਕਰਦੇ ਆ, ਧੂੜ ਵੀ ਲਾਉਂਦੇ ਆ। ਉਹਨੂੰ 2 ਮਹੀਨੇ ਤੇ ਮਸਲ ਸਿੱਧੇ ਕਰਨਾ ਤੇ ਦਿਓ, ਕਿਉਂਕਿ ਇਹ ਵੀ ਜਾਂਦੇ ਅਟੈਕ ਕਰ ਦੋ ਵੀ ਤੂੰ ਸਾਰਾ ਜ਼ਿੰਮੇਵਾਰੀ ਚੁੱਕ ਲਾ, ਸਾਰੀਆਂ ਸਾਰਾ ਕੰਮ ਮਸ਼ੀਨ ਵਾਂਗ ਹੋਣਾ ਚਾਹੀਦਾ ਜਿੱਦਾਂ ਪਹਿਲਾਂ ਚੱਲਣ ਦਿਆ। ਮਤਲਬ ਕਿ ਅਗਲੀ ਨੂੰ ਸਪੋਰਟ ਕਰੋ। ਉਹਦਾ ਮਤਲਬ ਇਹੀ ਹੈ, ਬਾਣੀ ਚ ਕਹਿ ਰਹੇ ਨੇ ਕਿ ਤੁਸੀਂ ਪਰਮਾਤਮਾ ਦਾ ਰੂਪ ਹੀ ਸਮਝੋ ਸੰਸਾਰ ਨੂੰ, ਓਦਾਂ ਨਹੀਂ ਤਾਂ ਤੁਸੀਂ ਬਰਾਬਰ ਨਹੀਂ ਚੱਲ ਸਕਦੇ। ਇੱਕ ਤੁਹਾਡਾ ਜਿਹੜਾ ਘਰ 'ਚ ਕੰਮ ਕਰਨ ਵਾਲਾ ਨਾ, ਉਹਦੇ ਨਾਲ ਵੀ ਨਾਤਾ ਬਣਾ ਕੇ ਰੱਖੋ, ਉਹਦਾ ਬਣਦਾ ਸਨਮਾਨ ਦਵੋ, ਉਹਦੀ ਇੱਜ਼ਤ ਕਰੋ। ਇਹ ਨਾ ਕਰੋ ਕਿ ਉਹਨੂੰ ਬੈਡ ਵਰਡ ਬੋਲੋ, ਉਹਦੀ ਇਨਸਲਟ ਕਰੋ। ਹਾਂਜੀ ਨਿੱਜਰ ਸਾਹਿਬ, ਤੇ ਕਹਿੰਦੇ ਘੱਟ ਦੇ ਵਿੱਚ ਉਹੀ ਸ਼ਕਤੀ ਸਮਾਈ ਹੋਈ ਆ। ਅੱਗੇ ਬੋਲੋ ਨਿੱਜਰ ਸਾਹਿਬ। ਤਾਂ ਘੱਟ ਮੈਂ ਘਾਟ ਜੋ ਪਾਵਾਂ। ਕਹਿੰਦੇ ਘੱਟ ਦੇ ਵਿੱਚ ਸਰੀਰ ਦੇ ਵਿੱਚ ਹੀ ਕਹਿੰਦੇ ਆ ਉਹ ਘਾਟ ਹੈਗਾ। ਉਹ ਘਾਟ ਚੜਾਈ ਜਿਹੜੀ ਹੈਗੀ ਚੜ ਕੇ, ਉਹ ਘਾਟ ਜਿਹੜਾ ਹੈਗਾ ਦਸਮ ਦੁਆਰ ਜਿਹੜਾ ਹੈਗਾ ਇਹ ਸਰੀਰ ਦੇ ਵਿੱਚ ਹੀ ਹੈਗਾ। ਤਾਂ ਘੱਟ ਮਾਹੇ ਘਾਟ ਜੋ ਪਾਵਾਂ, ਤਾਂ ਲਿਖਿਆ ਹੋਇਆ। ਕਹਿੰਦੇ ਜਦ ਤੂੰ ਘੱਟ ਦੇ ਵਿੱਚ ਮਾਲਕ ਪਰਮਾਤਮਾ ਨੂੰ ਦੇਖੇਗਾ ਤਾਂ ਤੇਰੇ ਵਿਚਾਰ ਜਿਹੜੇ ਹੈਗੇ ਬਾਹਰ ਮੁਖੀ ਨਹੀਂ ਹੋਣਗੇ। ਤਾਂ ਘੱਟ ਮਾਹੇ ਘਾਟ ਜੋ ਪਾਵਾਂ, ਤਾਂ ਤੈਨੂੰ ਉਹ ਦਸਮ ਦੁਆਰ ਤੱਕ ਪਹੁੰਚ ਹੋ ਜਾਏਗੀ ਭਾਈ। ਤਾਂ ਘੱਟ ਮੈਂ ਘਾਟ ਜੋ ਪਾਵਾਂ, ਸੋ ਘੱਟ ਛਾੜ ਆਉਗਟ ਕਤ ਧਾਵਾਂ। ਕਹਿੰਦੇ ਉਹ ਦਸਮ ਦੁਆਰ, ਉਹ ਘਾਟ ਨੂੰ ਛੱਡ ਕੇ ਹੁਣ ਮੈਂ 9 ਦਰਵਾਜ਼ਿਆਂ ਤੋਂ ਫਿਰ ਜਿਹੜਾ ਹੈਗਾ ਬਾਹਰਲੇ ਪਾਸੇ ਕਿਉਂ ਦੌੜਾਂ। ਹਾਂਜੀ ਵੀਰ ਜੀ, ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਉਹ ਜਿਹੜੀ ਸ਼ਕਤੀ ਆ ਉਹਦਾ ਘਾਟ ਆ, ਮੇਰਾ ਸਰੀਰ ਨੂੰ ਘਟ ਗਿਆ, ਘਾਟ ਦੇ ਅੰਦਰ ਹੀ ਪ੍ਰਮਾਤਮਾ ਦਾ ਘਾਟ ਆ, ਘਾਟ ਕਹਿਤਾ ਉਹਨੂੰ। ਹਾਂ, ਤੇ ਹੁਣ ਵੇਖੋ ਇਹ ਉਹ ਦੇਖਿਆ ਨਾ ਕਿ ਅੰਦਰ ਵੀ ਕਿਹਾ ਕਿ ਸਾਡੇ ਅੰਦਰ ਹੀ ਘਾਟ, ਸਾਡਾ ਇੱਕ ਸਰੀਰ ਆ, ਇਹਦੇ ਅੰਦਰ ਹੀ ਇੱਕ ਗਗਨ ਮੰਡਲ ਹੈ ਜਿਹਨੂੰ ਪ੍ਰਮਾਤਮਾ ਦਾ ਘਰ ਕਿਹਾ ਗਿਆ। ਕਿਉਂਕਿ ਪ੍ਰਮਾਤਮਾ ਨੂੰ ਫੜ ਨਹੀਂ ਸਕਦੇ, ਬਹੁਤ ਵਿਸ਼ਾਲ ਹੈ। ਹਾਂ, ਉਹਦੇ ਵਿੱਚ ਜਾ ਕੇ ਉਹਦਾ ਆਨੰਦ ਮਾਣ ਸਕਦੇ ਆ। ਔਰ ਜਦੋਂ ਅਸੀਂ ਉਹਦੇ ਅੰਦਰ ਜਾਂਦੇ ਹਾਂ ਤਾਂ ਸਾਡਾ ਜੀਵਨ ਆਪਣੇ ਆਪ ਹੀ ਬਦਲਣਾ ਸ਼ੁਰੂ ਹੋ ਜਾਂਦਾ ਹੈ। ਕੁਛ ਕਰਨ ਦੀ ਲੋੜ ਨਹੀਂ, ਕਿਉਂਕਿ ਪਰਮਾਤਮਾ ਪਾਰਸ ਹੈ ਤੇ ਉਹ ਸਾਡੀ ਮਲੀਨਤਾ ਨੂੰ ਸਾਡੇ ਤੋਂ ਅਲੱਗ ਕਰਦਾ। ਹਾਂਜੀ, ਅੱਗੇ ਨੇ ਸਰ। ਕਹਿੰਦੇ ਤਾਂ ਘੱਟ ਮਾਹੇ ਘਾਟ ਜੋ ਪਾਵਾਂ, ਜਦੋਂ ਟਿਕਾਣਾ ਲੱਭ ਗਿਆ ਤੇ ਸੋ ਘੱਟ ਛਾੜ ਅਵਗਟ ਕਥ ਧਾਵਾਂ। ਕਹਿੰਦੇ ਉਹ ਜਿਹੜਾ ਹੈਗਾ ਦਸਮ ਦੁਆਰ ਛੱਡ ਕੇ ਹੁਣ ਮੈਂ 9 ਦਰਵਾਜ਼ਿਆਂ ਤੋਂ ਬਾਹਰ ਜਿਹੜਾ ਹੈਗਾ ਕਿਉਂ ਦੌੜਾਂ, ਕਿਉਂ ਆਪਣੇ ਮਨ ਨੂੰ ਦੜਾਵਾਂ, ਕਿਉਂ ਆਪਣੀ ਸੁਰਤ ਨੂੰ ਬਾਹਰ ਦੜਾਵਾਂ। ਹਾਂ, ਠੀਕ ਹੈ ਜੀ। ਹੁਣ ਇੱਥੇ ਕਹਿੰਦੇ ਆ ਕਿ ਜਦੋਂ ਮੈਨੂੰ ਅੰਦਰ ਹੀ ਆਪਣਾ ਪ੍ਰਮਾਤਮਾ ਦਾ ਘੱਟ ਮਿਲ ਗਿਆ, ਆਤਮਾ ਤੱਤ ਦਾ ਅਨੁਭਵ ਹੋ ਗਿਆ, ਉਸ ਨੂੰ ਛੱਡ ਕੇ ਮੈਂ ਹੋਰ ਕਿੱਥੇ ਜਾਵਾਂ। ਉਹ ਕਹਿੰਦੇ ਥਾਂ ਮੈਂ ਭੱਜਣਾ ਬੰਦ ਕਰਤਾ, ਮੈਂ ਆਪਣੇ ਅੰਦਰ ਡੇਰਾ ਲਾ ਲਿਆ, ਸਵੈ ਵਿੱਚ ਸਥਿਤ ਹੋ ਗਿਆ। ਮੈਂ ਇਸ ਤੋਂ ਅੱਗੇ ਮੈਂ ਕੁਛ ਨਹੀਂ ਕਰ ਰਿਹਾ। ਹੁਣ ਮੈਂ ਬਸ ਆਪਣੇ ਚ ਸਥਿਤ ਹੀ ਰਹਿਣਾ ਵਾ। ਹੁਣ ਮੈਂ ਬਾਹਰ ਦੀ ਗਤੀ ਬੰਦ ਕਰ। ਹੁਣ ਸਾਧ ਸੰਗਤ ਜੀ, ਇੱਥੇ ਚੀਜ਼ ਨੂੰ ਸਮਝਣ ਦੀ ਲੋੜ ਆ। ਕੋਈ ਵੀ ਚੀਜ਼ ਆ ਉਹਨੂੰ ਪੱਕਣ ਲਈ ਟਾਈਮ ਲੱਗਦਾ ਜੇ। ਜਿਹੜਾ ਬੰਦਾ ਐਵੇਂ ਭੁੜਕਦਾ ਫਿਰਦਾ ਨਾ ਬਹੁਤਾ, ਉਹ ਇਸ ਮਾਰਗ ਤੇ ਜ਼ਿਆਦਾ ਚਿਰ ਨਹੀਂ ਚੱਲ ਸਕਦਾ। ਸਿੱਧੀ ਮੈਂ ਗੱਲ ਕਵਾਂ, ਕਿਉਂਕਿ ਇਹ ਕਬੀਰ ਜੀ ਸਾਨੂੰ ਕਿਉਂ ਮਜ਼ਬੂਤ ਕਰ ਰਹੇ ਨੇ ਕਿ ਤੂੰ ਇਹ ਨਾ ਹੋਵੇ ਕਿ 2-4 ਮਹੀਨੇ ਚੱਲ ਕੇ ਕਿਤੇ ਉੱਥੇ ਤੁਰਿਆ ਫਿਰਦਾ ਰਹੇ ਤੇ ਤੁਰੇ ਫਿਰਦੇ ਤੇਰਾ ਜੀਵਨ ਲੰਘ ਜਾਣਾ। ਕਬੀਰ ਜੀ ਸਾਨੂੰ ਇਸੇ ਗੱਲ ਦਾ ਭਗਿਆਈ ਕਰ ਰਹੇ ਨੇ ਕਿ ਜਦੋਂ ਤੂੰ ਆਪਣੇ ਅੰਦਰ ਯਾਤਰਾ ਸ਼ੁਰੂ ਕੀਤੀ ਤੇ ਫਿਰ ਭੁੜਕਣਾ ਬੰਦ ਕਰ ਦੇ, ਸ਼ਾਂਤ ਹੋ ਕੇ ਗਤੀ ਕਰ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਕਿਉਂਕਿ ਤੇਰੇ ਮਨ ਦੀ ਚਲਾਕੀ ਹੈ, ਮਨ ਨੇ ਤੈਨੂੰ ਭਟਕਾਉਣਾ ਵਾ। ਇਸ ਕਰਕੇ ਕਬੀਰ ਜੀ ਬਾਣੀ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ ਕਿ ਮੈਂ ਉਹ ਘਰ ਜਿਹੜਾ ਨਾ ਉਹਨੂੰ ਛੱਡਣਾ ਨਹੀਂ ਆ, ਉੱਥੇ ਬੈਠੇ ਰਹਿਣਾ। ਉਹਨੂੰ ਵਾਧਾ ਭੁੜਕਦਾ ਨਹੀਂ ਆ। ਪਰ ਕਈ ਲੋਕਾਂ ਨੂੰ ਚੈਨ ਹੀ ਨਹੀਂ ਆਉਂਦਾ, ਆਪਣੇ ਮਨ ਦੇ ਪਿੱਛੇ ਲੱਗੀ ਫਿਰਦੇ ਆ, ਕਿਤੇ ਇਹ ਜਗ੍ਹਾ ਤੇ, ਕਦੇ ਉਹ ਜਗ੍ਹਾ ਤੇ, ਕਦੇ ਉਹ ਜਗ੍ਹਾ ਤੇ। ਉਹ ਜੀਵਨ ਹੀ ਉਹਨਾਂ ਦਾ ਨਸ਼ਟ ਹੋ ਜਾਂਦਾ। ਕਿਉਂਕਿ ਇਹ ਰੁੱਖ ਨੂੰ ਲਾ ਕੇ ਫਿਰ ਉਹਨੂੰ ਪਾਣੀ ਪਾਉਣਾ ਹੁੰਦਾ ਹੈ। ਇਹ ਪਤਾ ਭਟਕਦੇ ਕੌਣ ਲੋਕ ਨੇ? ਜਿਨ੍ਹਾਂ ਦਾ ਆਪਣਾ ਕਿਰਦਾਰ ਬਹੁਤ ਗਿੱਠਾ ਹੁੰਦਾ ਹੈ, ਜਿਹੜੇ ਜੀਵਨ ਦੇ ਵਿੱਚ ਨਿੱਜਰ ਸਾਹਿਬ ਆਪਣੀਆਂ ਡਿਊਟੀਆਂ ਨਹੀਂ ਨਾ ਨਿਭਾਉਂਦੇ। ਉਹਨਾਂ ਦੇ ਅੰਦਰ ਇਨਸਿਕਿਉਰਿਟੀ ਰਹਿੰਦੀ ਆ। ਉਹਨਾਂ ਦੇ ਅੰਦਰ ਇੱਕ ਬਿਮਾਰੀ ਹੁੰਦੀ ਆ। ਉਹਨਾਂ ਨੂੰ ਪਤਾ ਹੈ ਕਿ ਇਹ ਬਰਾਬਰ ਨਹੀਂ ਹੈ, ਕਿਉਂਕਿ ਉਹ ਸਕੂਲੇ ਸਾਰੇ ਬੱਚੇ ਪੜ੍ਹਦੇ ਆ, ਪਰ ਸਾਰੇ ਬੱਚੇ
ਪੜ੍ਹਾਈ ਨਹੀਂ ਕਰਦੇ, ਕੁਝ ਪੜ੍ਹਦੇ ਆ, ਕੁਝ ਸ਼ਰਾਰਤਾਂ ਕਰਕੇ ਹੀ ਆ ਜਾਂਦੇ ਆ। ਇਸੇ ਤਰ੍ਹਾਂ ਸਾਧਨਾ ਤੇ ਬਹੁਤ ਦੁਨੀਆ ਕਰਦੀ ਆ, ਪਰ ਸਾਧਕ ਦੀ ਇੱਕੋ ਜ਼ਿੰਮੇਵਾਰੀ ਨਹੀਂ ਹੈ ਇਕੱਲੀ ਭਗਤੀ ਕਰਨੀ, ਉਹਦਾ ਕਿਰਦਾਰ ਵੀ ਉੱਚਾ ਹੋਣਾ ਚਾਹੀਦਾ। ਹੁਣ ਸਾਰਾ ਦਿਨ ਬੰਦਾ ਠੱਗੀਆਂ ਮਾਰੀ ਜਾਵੇ ਤੇ ਤੋਂ ਕਵੇ ਭਗਤੀ 'ਚ ਮੇਰੇ ਰਸ ਨਹੀਂ ਆਉਂਦਿਆ, ਮੈਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਕਿੱਥੋਂ? ਬਾਣੀ ਤੇ ਕਹਿੰਦੀ ਆ, ਬਾਣੀ ਕਹੇ ਸੇਵਕ ਜਨ ਮਾਣੇ ਤੇ ਪ੍ਰਤੱਖ ਗੁਰ ਨਿਸਤਾਰੇ। ਇਹ ਬਾਣੀ ਕਹਿੰਦੀ ਆ ਤੇ ਬਾਣੀ ਤੇ ਕਹਿੰਦੀ ਆ ਵੀ ਕ੍ਰਿਕਟਰ ਨੂੰ ਵੀ ਇੱਦਾਂ ਕਰਨਾ ਪੈਣਾ, ਤੈਨੂੰ ਸਮਾਜਿਕ ਤੌਰ ਤੇ ਤੈਨੂੰ ਆਪਣੀਆਂ ਡਿਊਟੀਆਂ ਨਿਭਾਉਣੀਆਂ ਪੈਣੀਆਂ, ਪਰ ਤੈਨੂੰ ਇਹ ਵੀ ਵੇਖਣਾ ਪਊਗਾ ਕਿ ਹਰ ਘਟ ਦੇ ਵਿੱਚ ਪ੍ਰਮਾਤਮਾ ਹੈ। ਬਿਲਕੁਲ। ਉਹ ਇਹ ਤੇ ਵੇਖਦਾ ਨਹੀਂ ਪ੍ਰਮਾਤਮਾ ਹੈਗਾ, ਤੇ ਜਿਹੜੇ ਪ੍ਰਮਾਤਮਾ ਨੂੰ ਲੱਭਦਾ ਫਿਰਦਾ ਉਹ ਕਿੱਥੋਂ ਖੁਸ਼ ਹੋਊਗਾ? ਕਿਉਂਕਿ ਪ੍ਰਕਿਰਤੀ ਉਹਦੀ ਆ, ਇਹ ਸੰਸਾਰ ਤੇ ਉਹਦਾ ਵਾ। ਤੂੰ ਇਹਨੂੰ ਰਿਜੈਕਟ ਕਰੀ ਜਾਂਦੇ ਆ ਤੇ ਉਹ ਪ੍ਰਮਾਤਮਾ ਤੈਨੂੰ ਕਿੱਥੋਂ ਚੰਗਾ ਲੱਗਣਾ, ਕਿਉਂਕਿ ਤੂੰ ਇਹਨੂੰ ਰਿਜੈਕਟ ਕਰਦਾ। ਸਾਰੇ ਤੇ ਦੁਸ਼ਮਣ ਬਣਾ ਲਏ ਆ। ਹਾਂਜੀ ਨਜਰ ਸਾਹਿਬ। ਹਾਂ, ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ। ਦੇਖੋ, ਇੱਕ ਸਨੇਹ ਹੈਗਾ, ਇੱਕ ਸੰਦੇਹ ਹੈਗਾ। ਸਨੇਹ ਦਾ ਮਤਲਬ ਹੁੰਦਾ ਹੈ ਪਿਆਰ, ਖਿੱਚ, ਤੇ ਸੰਦੇਹ ਦਾ ਮਤਲਬ ਹੁੰਦਾ ਡਾਊਟ। ਕਹਿੰਦੇ ਦੇਖ, ਤੈਨੂੰ ਹਾਲੇ ਭਰੋਸਾ ਨਹੀਂ ਹੈਗਾ ਪਰਮਾਤਮਾ ਦੇ ਉੱਤੇ, ਕਿਉਂਕਿ ਉਹ ਤਾਂ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪ੍ਰਭ ਭਿੰਨ। ਗੰਗੇ ਅੱਖਰ ਤੋਂ ਗਿਆਨ ਦੇ ਰਹੇ। ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ। ਕਹਿੰਦੇ ਆਪਣਾ ਸੰਦੇਹ ਦੂਰ ਕਰ। ਤੇਰਾ ਜਿਹੜਾ ਹੈਗਾ, ਤੇਰੀ ਖਿੱਚ ਜਿਹੜੀ ਹੈਗੀ ਆ, ਜਗ੍ਹਾ ਜਗ੍ਹਾ ਤੇਰੀ ਖਿੱਚ, ਚਾਰ ਪਾਸੇ ਆਕਾਰ ਦੇ ਨਾਲ ਤੇਰੀ ਖਿੱਚ ਹੈਗੀ ਆ, ਉਹ ਮਨ ਨੂੰ ਆਪਣੇ ਨੂੰ ਕੰਟਰੋਲ ਕਰ। ਇਹ 9 ਦਰਵਾਜ਼ਿਆਂ ਤੋਂ ਬਾਹਰ ਜਾ ਰਿਹਾ ਆ। 5 ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਇਹਨੂੰ ਜਿਹੜਾ ਹੈਗਾ ਭਰਮਾਈ ਫਿਰਦੀਆਂ। ਇਹ ਸਨੇਹ ਜਿਹੜਾ ਹੈਗਾ, ਇਹ ਖਿੱਚ ਜਿਹੜੀ ਹੈਗੀ, ਇਸ ਤੇ ਕੰਟਰੋਲ ਕਰ, ਮਨ ਨੂੰ ਕੰਟਰੋਲ ਕਰ। ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ, ਨਾਹੀ ਦੇਖ ਨਾ ਭਾਜੀਏ ਪਰਬ ਸਿਆਣਪ ਇਹ। ਕਹਿੰਦੇ ਜੇ ਪਰਮਾਤਮਾ ਨਹੀਂ ਦਿਖ ਰਿਹਾ ਤੈਨੂੰ ਤੇ ਤੂੰ ਸੋਚਦਾ ਹੈ ਪਰਮਾਤਮਾ ਹੈ ਹੀ ਨਹੀਂ, ਬਸ ਛੱਡ ਦੋ ਗੇਮ ਨੂੰ, ਖੇਡਣਾ ਹੀ ਨਹੀਂ ਮੈਂ ਗੇਮ, ਮੈਂ ਧਿਆਨ ਸਿਮਰਨ ਵਾਲੇ ਇਸ ਰਸਤੇ ਤੇ ਜਾਣਾ ਹੀ ਨਹੀਂ ਹੈ। ਕਹਿੰਦੇ ਇਹ ਕੋਈ ਸਿਆਣਪ ਦੀ ਗੱਲ ਹੈਗੀ ਆ? ਕਹਿੰਦੇ ਨਾ ਹੀ ਦੇਖ ਨਾ ਭਾਜੀਏ। ਕਹਿੰਦੇ ਨਾ ਭੱਜ, ਇਹ ਯੁੱਧ ਭੂਮੀ ਦੇ ਵਿੱਚ ਇਹ ਮੌਕਾ ਤੈਨੂੰ ਦੁਬਾਰਾ ਨਹੀਂ ਮਿਲਣਾ। ਇਹ ਬੈਟਿੰਗ ਕਰਨ ਦਾ, ਇੱਥੇ ਦੁਨੀਆ ਦੇ ਵਿੱਚ ਆਏ ਆ ਇਹ ਖੇਡ ਖੇਡਣ ਦਾ। ਨਾ ਹੀ ਦੇਖ ਨਾ ਭਾਜੀਏ। ਕਹਿੰਦੇ ਨਾ ਭੱਜ, ਪਰਮ ਸਿਆਣਪ ਇਹ। ਕਹਿੰਦੇ ਸਭ ਤੋਂ ਤੈਨੂੰ ਜਿਹੜਾ ਹੈਗਾ ਸਮਝਦਾਰੀ ਦੀ ਗੱਲ ਮੈਂ ਦੱਸ ਰਿਹਾ ਆ ਪਿਆਰਿਆ। ਤੇਰੇ ਕੋਲ ਸਮਾਂ ਹੈਗਾ, ਔਰ ਸਮਾਂ ਜਿਹੜਾ ਹੈਗਾ ਉਹਨੂੰ ਵੇਸਟ ਨਾ ਕਰ, ਔਰ ਗੇਮ ਖੇਡ। ਇਹ ਜੋ ਮਾਲਕ ਨੇ ਭੇਜਿਆ, ਆਪਾਂ ਨੂੰ ਭੇਜਿਆ ਹੈ ਦੁਨੀਆ ਦੇ ਵਿੱਚ, ਬਈ ਆਪਣਾ ਜੋ ਮਾਇਆ ਪਾਈ ਹੈ, ਜੋ ਚਿੱਤਰ ਮਾਲਕ ਨੇ ਜਿਹੜਾ ਹੈਗਾ ਇਹ ਪ੍ਰਕਿਰਤੀ ਬਣਾਈ ਆ, ਕਹਿੰਦੇ ਇਹ ਚਿੱਤਰ ਨੂੰ, ਇਹਦਾ ਮੋਹ ਛੱਡ ਕੇ ਉਹ ਚਿੱਤਰਕਾਰ ਵੱਲ ਨੂੰ ਸੁਰਤ ਜੋੜਨੀ ਆ, ਉਹ ਕੰਮ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ ਨੇ ਜਦੋਂ ਪਹਿਲੀ ਤੁਕ ਦੀ ਵਿਆਖਿਆ ਕਰ ਦੋ। ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ। ਕਹਿੰਦੇ ਆਪਣਾ ਸਨੇਹ ਜਿਹੜਾ ਹੈਗਾ, ਆਪਾਂ ਨੂੰ ਕੀ ਹੈ, ਹਰ ਚੀਜ਼ ਮਨ ਕਹਿੰਦਾ ਆ ਵੀ ਚਾਹੀਦੀ, ਆ ਵੀ ਚਾਹੀਦੀ। ਜੋ ਅੱਖਾਂ ਨਾਲ ਦੇਖ ਰਿਹਾ, ਜੋ ਹੱਥਾਂ ਨਾਲ ਟੱਚ ਕਰ ਰਿਹਾ, ਜੀਭ ਦੇ ਨਾਲ ਸਵਾਦ ਰਸ ਕਸ ਸਾਰੇ ਚੀਜ਼ਾਂ ਚਾਹੁੰਦਾ ਹੈ, ਹਰੇਕ ਜਗ੍ਹਾ ਅਟੈਚਮੈਂਟ ਲਾਈ ਹੋਈ ਆ, ਸਨੇਹ ਕੀਤਾ ਹੋਇਆ। ਕਹਿੰਦੇ ਇਹਨੂੰ ਨਿਗ੍ਰਹਿ ਕਰ। ਨਿਗ੍ਰਹਿ ਕਰਨ ਮਤਲਬ ਜਿਹੜਾ ਹੈਗਾ ਇਹਨੂੰ ਰੋਕਣਾ। ਮਨ ਜਿਹੜਾ ਤੇਰਾ ਜਿਹੜਾ ਹੈਗਾ, ਮਨ ਜਿਹੜਾ ਹੈਗਾ, ਇਹਨੂੰ ਮਨ ਨੂੰ ਕੰਟਰੋਲ ਕਰ, ਇਹ ਪਤੰਦਰ ਨੂੰ ਕੰਟਰੋਲ ਕਰ ਜਿਹੜਾ ਡਿਮਾਂਡਾਂ ਰੱਖੀ ਜਾ ਰਿਹਾ ਹੈ। ਨਿਰਵਾਰੋ ਸੰਦੇਹ, ਪਰਮਾਤਮਾ ਦੇ ਉੱਤੇ ਸੰਦੇਹ ਨਾ ਕਰ ਵੀ ਮਾਲਕ ਪਰਮਾਤਮਾ ਦਾ ਦਿਸਦਾ ਹੀ ਨਹੀਂ ਹੈ। ਕਹਿੰਦੇ ਉਹਦਾ ਸੰਦੇਹ ਉਹਨੂੰ ਦੂਰ ਕਰ ਲਾ ਭਾਈ। ਪਰਮਾਤਮਾ ਜਿਹੜਾ ਹੈਗਾ ਨਹੀਂ ਦਿਸਦਾ, ਤੇ ਇਹਦਾ ਮਤਲਬ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਆਪਾਂ ਨੇ ਜਿਹੜਾ ਹੈਗਾ ਲੱਭਣਾ ਹੀ ਨਹੀਂ ਹੈਗਾ, ਉਹਦੇ ਵੱਲ ਨੂੰ ਜਾਣਾ ਹੀ ਨਹੀਂ ਹੈਗਾ। ਕਹਿੰਦੇ ਭਾਈ ਨਹੀਂ ਦਿਸਦਾ, ਤੇ ਮਾਲਕ ਪਰਮਾਤਮਾ ਨੂੰ ਇੱਕ ਖੇਡ ਦੇ ਵਿੱਚ ਜਿਹੜਾ ਹੈਗਾ ਇਹਨੂੰ ਛੱਡਣਾ ਨਹੀਂ ਹੈਗਾ, ਖੇਡ ਨੂੰ, ਇਹ ਚਾਂਸ ਤੈਨੂੰ ਦੁਬਾਰਾ ਨਹੀਂ ਲੱਭਣਾ। ਇਹੀ ਸਿਆਣਪ ਦੀ ਗੱਲ ਹੈਗੀ ਬਈ ਇਹ ਧਿਆਨ ਸਿਮਰਨ ਕਰ ਲਾ। ਹੁਣ ਇਹ ਤੇਰਾ ਜਿਹੜਾ ਹੈਗਾ ਬੈਟਿੰਗ ਦਾ ਟਾਈਮ ਆਇਆ ਪਿਆ ਆ, ਤੇ ਆਪਣਾ ਜਿਹੜਾ ਹੈਗਾ ਗੇਮ ਖੇਡ ਲਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਇੱਥੇ ਬੜਾ ਉਹਨਾਂ ਨੇ ਕਲੀਅਰ ਕੱਟ ਕੀਤਾ ਹੈ। ਉੱਥੇ 2 ਗੱਲਾਂ ਕਹੀਆਂ ਨੇ, ਇੱਕ ਤੇ ਸਨੇਹ ਦੀ ਗੱਲ ਕੀਤੀ, ਇੱਕ ਸੰਦੇਹ ਦੀ ਗੱਲ ਕੀਤੀ। ਸੰਦੇਹ ਦਾ ਮਤਲਬ ਹੁੰਦਾ ਸ਼ੱਕ ਕਰਨਾ। ਬਿਲਕੁਲ। ਤੇ ਸਨੇਹ ਦਾ ਮਤਲਬ ਹੁੰਦਾ ਕਿਸੇ ਨਾਲ ਪਿਆਰ ਪਾਉਣਾ। ਜਿੱਦਾਂ ਆਪਾਂ ਨੂੰ ਕਹਿੰਦੇ ਸਨੇਹ ਨਹੀਂ ਕਹਿੰਦੇ, ਮੇਰਾ ਫਲਾਣੇ ਨਾਲ ਬਹੁਤ ਸਨੇਹ, ਮੇਰਾ ਉਹਦੇ ਨਾਲ ਬਹੁਤ ਪਿਆਰ। ਹੁਣ ਕਹਿੰਦੇ ਆ ਕਿ ਨਾ ਦੇਖ ਨਾ ਭੱਜਿਆ
ਭੱਜੀਏ, ਨਾ ਹੀ ਦੇਖਣਾ ਭੱਜੀਏ, ਨਾ ਹੀ ਮਤਲਬ ਨਹੀਂ ਹੈਗਾ ਪਰਮਾਤਮਾ ਦਿਸ ਨਹੀਂ ਰਿਹਾ ਤੇ ਭੱਜ ਜਾਓ ਭਾਈ। ਮਤਲਬ ਧਿਆਨ ਸਿਮਰਨ ਕਰਨਾ ਹੀ ਨਹੀਂ ਹੈ, ਭਗਤੀ ਕਰਨੀ ਨਹੀਂ ਹੈ ਭਾਈ, ਐਵੇਂ ਦਾ ਗੱਲ ਨਹੀਂ ਹੈ ਭਾਈ। ਹਾਂ, ਹੁਣ ਉਹ ਕਹਿੰਦੇ ਆ ਕਿ ਨਿਰਗੁਣ ਬ੍ਰਹਮ ਦੀ ਭਗਤੀ ਆ ਤੇ ਤੈਨੂੰ ਥੋੜੀ ਜਿਹੀ ਟੈਨਸ਼ਨ ਹੋਈ ਨਹੀਂ ਸ਼ੁਰੂ ਚ, ਕਿਉਂਕਿ ਤੇਰੀ ਤੇਰੀ ਬੁੱਧੀ ਏਦਾਂ ਦੀ ਬਣਾਈ ਆ ਸੰਸਾਰ ਨੇ ਕਿ ਮੂਰਤੀਆਂ ਦੀ ਪੂਜਾ ਕਰਨੀ ਆ, ਸਿੱਧ ਦੀ ਪੂਜਾ ਕਰਨੀ ਆ, ਕਰਮ ਕਾਂਡ ਕਰਨੇ ਆ, ਉਹ ਬੜਾ ਆਸਾਨ ਆ, ਬਹੁਤ ਆਸਾਨ ਕੰਮ ਹੈ। ਪਾਠ ਪੂਜਾ ਕੀਤੀ ਪਰ ਉਹਦੇ ਨਾਲ ਤੇਰਾ ਜੀਵਨ ਨਹੀਂ ਉੱਚਾ ਹੋਊਗਾ, ਇਹਦੇ ਜੀਵਨ ਚ ਉਚਾਈ ਨਹੀਂ ਆਉਣੀ, ਕਿਉਂਕਿ ਪਰਮਾਤਮਾ ਸੂਖਮ ਆ। ਬਾਣੀ ਚ ਇਸੇ ਕਰਕੇ ਸਮਝਾਇਆ, ਰੂਪ ਨਾ ਰੰਗ ਨਾ ਰੇਖ, ਇਤਨਾ ਚੀਜ਼ਾਂ ਤੋਂ ਪਰੇ ਆ। ਤੁਸੀਂ ਈਜ਼ੀ ਟਾਸਕ ਨਾ ਸੋਚੋ, ਜੇ ਉਹ ਪੱਥਰਾਂ ਪੁੱਥਰਾਂ ਦੀ ਪੂਜਾ ਕਰਨ ਦੀ ਗੱਲ ਹੁੰਦੀ ਤਾਂ ਸਾਨੂੰ ਸਮਝਾ ਜਾਣਾ ਹੀ ਸੀ ਉਹਨਾਂ ਨੇ ਕਿ ਪੱਥਰਾਂ ਦੀ ਪੂਜਾ ਕਰੋ, ਮੰਦਿਰਾਂ ਦੀ ਪੂਜਾ ਕਰੋ, ਆਰਤੀ ਕਰਕੇ ਘਰ ਨੂੰ ਆ ਕੇ ਬਹਿ ਜਾਓ, ਪ੍ਰਸ਼ਾਦੇ ਖਾਓ ਤੇ ਰਮਾਨਾ ਜੀਵਨ ਬਤੀਤ ਕਰੋ। ਉੱਥੋਂ ਕਿਉਂ ਰੋਕ ਰਹੇ ਨੇ? ਕਿਉਂਕਿ ਬਹੁਤ ਈਜ਼ੀ ਹੈ, ਔਰ ਖਾਸ ਕਰਕੇ ਜਿਹੜੇ ਉੱਧਰ ਗਏ ਨਹੀਂ ਆ, ਜਿਹੜੇ ਉਰਲੇ ਪਾਰ ਹੀ ਰਹਿ ਗਿਆ, ਤਾਂ ਸਾਨੂੰ ਉਹਨਾਂ ਨਾਲ ਹੀ ਜੋੜਦੇ ਆ, ਇਹ ਜੜਾਂ ਦੇ ਨਾਲ, ਜੜ ਤੱਤ ਦੇ ਨਾਲ। ਤੇ ਕਹਿੰਦੇ ਕਿ ਤੂੰ ਘਬਰਾਈ ਨਾ, ਲੱਗਾ ਰਵੀਂ, ਤੂੰ ਲੱਗਾ ਰਹੇਗਾ ਤਾਂ ਤੇਰਾ ਮਸਲਾ ਹੱਲ ਹੋ ਜਾਏਗਾ, ਆਪਣੇ ਆਪ ਹੀ ਹੋ ਜਾਏਗਾ। ਹਾਂਜੀ ਨਿੱਜਰ ਸਾਹਿਬ। ਚੱਚਾ ਰਚਿਤ ਚਿੱਤਰ ਹੈ ਭਾਰੀ। ਕਹਿੰਦੇ ਪ੍ਰੋਬਲਮ ਇਹ ਹੈਗੀ ਕਿ ਪਰਮਾਤਮਾ ਨੇ ਜਿਹੜਾ ਦੁਨੀਆ ਸ੍ਰਿਸ਼ਟੀ ਜਿਹੜਾ ਚਿੱਤਰ ਬਣਾ ਦਿੱਤਾ, ਇਹ ਚੱਲਦਾ ਫਿਰਦਾ ਚਿੱਤਰ ਜਿਹੜਾ ਹੈਗਾ, ਕਹਿੰਦੇ ਬਹੁਤ ਹੀ ਜਿਹੜਾ ਹੈਗਾ ਖਿੱਚ ਵਾਲਾ ਹੈਗਾ, ਬਹੁਤ ਭਾਰੀ ਹੈ ਭਾਈ, ਬਹੁਤ ਹੀ ਜ਼ਿਆਦਾ। ਇਹਨੂੰ ਜਿਹੜਾ ਹੈਗਾ, ਇਹਨੂੰ ਆਪਾਂ ਕਹੀਏ ਵੀ ਇਹਨੂੰ ਛੱਡਣਾ ਕਹਿੰਦੇ ਬੜਾ ਮੁਸ਼ਕਲ ਹੈ ਭਾਈ। ਚੱਚਾ ਰਚਿਤ ਚਿੱਤਰ ਹੈ ਭਾਰੀ। ਹੁਣ ਪਹਿਲੀ ਗੱਲ ਤਾਂ ਦੇਖੋ, ਜਿਹਨੇ ਇੰਨਾ ਭਾਰੀ ਚਿੱਤਰ ਬਣਾਇਆ ਆ ਉਹ ਚਿੱਤਰਕਾਰ ਕਿਹੋ ਜਿਹਾ ਹੋਏਗਾ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਕਹਿੰਦੇ ਚਿੱਤਰ ਤੈਨੂੰ ਇੰਨਾ ਖੂਬਸੂਰਤ ਲੱਗ ਰਿਹਾ ਹੈ ਪਿਆਰਿਆ, ਜਿਹਨੇ ਚਿੱਤਰ ਬਣਾਇਆ ਆ ਉਹ ਕਿਹੋ ਜਿਹਾ ਹੋਏਗਾ। ਤੇ ਚਿੱਤਰ ਦਾ ਮੋਹ ਛੱਡ ਕੇ ਚਿੱਤਰਕਾਰ ਵੱਲ ਨੂੰ ਮੋਹ ਲਾ ਲਾ। ਚਿੱਤਰ ਬਚਿੱਤਰ ਇਹ ਅਬ ਚੇਰਾ। ਫਿਰ ਕਬੀਰ ਜੀ ਆਪੇ ਹੀ ਜਵਾਬ ਦਿੰਦੇ ਆ, ਕਹਿੰਦੇ ਚਿੱਤਰ ਐਸਾ ਬਚਿੱਤਰ ਹੈਗਾ, ਬਸ ਇੱਥੇ ਹੀ ਪ੍ਰੋਬਲਮ ਹੈਗੀ ਆ, ਆਹੀ ਤਾਂ ਅਬਚੇਰਾ ਹੈਗਾ। ਕਹਿੰਦੇ ਚਿੱਤਰ ਇੰਨਾ ਜ਼ਬਰਦਸਤ ਬਣਾਇਆ, ਬਚਿੱਤਰ ਬਣਾਇਆ ਹੋਇਆ ਆ, ਉਹਦੇ ਨਾਲ ਹੀ ਜੁੜ ਜਾਂਦਾ ਇਨਸਾਨ। ਚਿੱਤਰ ਬਚਿੱਤਰ ਇਹ ਅਬਚੇਰਾ, ਤਜ ਚਿੱਤਰ ਹੈ ਚਿਤਰਾਖ ਚਿਤੇਰਾ। ਫਿਰ ਵਾਰਨਿੰਗ ਦਿੰਦੇ ਆ, ਕਹਿੰਦੇ ਚਿੱਤਰ ਨੂੰ ਛੱਡ ਕੇ ਚਿੱਤਰਕਾਰ ਦੇ ਵੱਲ ਨੂੰ ਚਿੱਤ ਲਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਉਹ ਕਹਿੰਦੇ ਕਿ ਜਿਹੜਾ ਚਿੱਤਰ ਬਹੁਤ ਖੂਬਸੂਰਤ ਹੈ। ਹਾਂ, ਚਿੱਤਰ ਦਾ ਮਤਲਬ ਸੰਸਾਰ। ਬਿਲਕੁਲ। ਇਹ ਜਿਹੜੇ ਤੁਹਾਡੇ ਰਿਸ਼ਤੇ ਆ, ਤੁਹਾਡੇ ਭੈਣ ਭਰਾ, ਤੁਹਾਡੇ ਮਾਂ ਪਿਓ, ਤੁਹਾਡਾ ਪਤੀ ਪਤਨੀ, ਤੁਹਾਡੇ ਬੱਚੇ, ਤੁਹਾਡਾ ਸਰੀਰ, ਤੁਹਾਡਾ ਸਰੀਰ, ਤੁਹਾਡੀਆਂ ਇੰਦਰੀਆਂ, ਕਿੰਨਾ ਮੋਹ ਇਹਨਾਂ ਦੇ ਨਾਲ। ਮਾੜੇ ਜਿਹੇ ਚਿੱਟੇ ਵਾਲ ਆਉਂਦੇ, ਬੰਦਾ 2 ਮਿੰਟ ਚ ਰੰਗ ਲਿਆਉਂਦਾ, ਨਾਲ ਹੀ ਕਾਲੇ ਕਰ ਲੈਂਦਾ। ਜੇ ਝੁਰੀਆਂ ਆ ਜਾਂਦੀਆਂ ਤੇ ਕਹਿੰਦੇ ਲਿਆਓ ਜੀ, ਉਹ ਫਲਾਨੀ ਮਸ਼ੀਨ ਹੈਗੀ ਹੈ, ਤੁਹਾਡੀਆਂ ਝੁਰੀਆਂ ਦੂਰ ਕਰ ਦਿੰਦੇ। ਬੰਦਾ ਕਰਦਾ ਕੀ ਫਿਰਦਾ? ਬਹੁਤ ਇਹਨੂੰ ਮੋਹ ਹੋ ਜਾਂਦਾ। ਪਰ ਇਹਨੂੰ ਪਤਾ ਵਾ ਕਿ ਜਿੰਨੀ ਮਰਜ਼ੀ ਤੂੰ ਕਰੀਮਾਂ ਮਲ ਲਾ, ਜੋ ਮਰਜ਼ੀ ਕਰ ਲਾ, ਇੱਕ ਸਮਾਂ ਆਊਗਾ ਇਹਨੇ ਆਪਣੇ ਆਪ ਹੀ ਸਮਾਪਤ ਹੋ ਜਾਣਾ। ਕਿਉਂਕਿ ਪ੍ਰਕਿਰਤੀ ਦਿੰਦੀ ਹੈ ਵਾਰਨਿੰਗ। ਪ੍ਰਕਿਰਤੀ ਨੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਿਭਾਉਣੀਆਂ ਹੁੰਦੀਆਂ। ਪ੍ਰਕਿਰਤੀ ਜੇ ਕੁਦਰਤ ਚਾਹੁੰਦੀ ਨਾ ਤਾਂ ਕੁਦਰਤ ਏਦਾਂ ਦਾ ਅਰੇਂਜਮੈਂਟ ਵੀ ਕਰ ਦਿੰਦੀ ਕਿ ਤੁਸੀਂ ਏਦਾਂ ਦਾ ਸਰੀਰ ਤੁਹਾਡੇ ਕੋਲ ਹੁੰਦਾ ਜਿੱਦਾਂ ਤੁਹਾਡੀ ਦੇਹ ਬੁੱਢੀ ਨਾ ਹੋ ਜਾਂਦੀ। ਹਾਂ, ਏਦਾਂ ਦੇ ਰਹਿੰਦੇ, ਇੱਕਦਮ ਤੁਸੀਂ ਮਰ ਜਾਂਦੇ। ਪਰ ਨਹੀਂ, ਪ੍ਰਕਿਰਤੀ ਨੇ ਕਲਾਉ ਚੇਂਜ ਕੀਤਾ। ਹਾਂਜੀ ਨਿਜਾ ਸਾਹਿਬ। ਹਾਂ ਬਿਲਕੁਲ, ਇਹ ਕਰ ਸਕਦਾ, ਮਾਲਕ ਤਾਂ ਕਰ ਸਕਦਾ। ਜਿਹੇ ਜਿਹਾ ਚਿੱਤਰ ਤੈਨੂੰ ਜਵਾਨੀ ਦਿੱਤੀ ਹੈ, ਉਹੀ ਜੀ ਆਖਰੀ ਦਮ ਤੱਕ ਰਹੇ। ਮਾਲਕ ਨੂੰ ਕੀ ਹੈ ਕਰਨ ਨੂੰ? ਪਰ ਉਹਦੇ ਵਿੱਚ ਫਿਰ ਜਿਹੜਾ ਰੱਬ ਵਾਲੇ ਪਾਸੇ ਕਿਵੇਂ ਆਉਣਾ? ਕਹਾਣੀ ਨਹੀਂ ਹੈਗੀ ਨਿਜਾ ਸਾਹਿਬ, ਕਰ ਸਕਦਾ ਸੀ, ਪਰ ਉਹ ਇਨਸਾਨ ਨੂੰ ਸਮਝਾਉਣ ਦੇ ਲਈ ਏਦਾਂ ਦਾ ਅਰੇਂਜਮੈਂਟ ਰਚਿਆ। ਹਾਂ, ਫਿਰ ਤਾਂ ਆਉਣਾ ਹੀ ਨਹੀਂ ਸੀ ਨਾ। ਫਿਰ ਤਾਂ ਉਹਨੇ ਜਿਹੜਾ ਭੋਗ ਵਿਲਾਸ ਛੱਡਣੇ ਹੀ ਨਹੀਂ ਸੀਗੇ। ਹਾਂ, ਫਿਰ ਤੇ ਬਹੁਤ ਵੇਖ ਲਓ, ਫਿਰ ਵੇਖ ਲਓ ਕਿ ਜਿਵੇਂ ਜਿਵੇਂ ਬੰਦਾ ਬੁੱਢਾ ਹੋ ਜਾਂਦਾ, ਤਿਵੇਂ ਤਿਵੇਂ ਅੰਦਰੀਆਂ ਤੇ ਉਹਦੇ ਰਸ ਵੱਧ ਜਾਂਦੇ ਆ। ਘਟਣੀ ਚਾਹੀਦੀ ਆ। ਮੈਂ ਇੱਥੇ ਵੀ ਨਾ ਸਾਡੇ ਲਾਭ ਰਿਸ਼ਤੇਦਾਰਾਂ ਚ ਵੀ ਹੈਗੇ, ਕਾਫੀ ਵੱਡੀਆਂ ਉਮਰਾਂ ਉਹਨਾਂ ਦੀਆਂ, ਪਰ ਉਹ ਆਊਟ ਆਫ ਕੰਟਰੋਲ ਹੋ ਗਏ ਨੇ ਚਿਰ ਤੱਕ। ਕਿਉਂਕਿ ਉਹ ਚੀਜ਼ ਜਿਹੜੀ ਆ ਉਹਦਾ ਅਸਰ ਘਟਣਾ ਚਾਹੀਦਾ ਸੀ। ਅਕਸਰ ਇੰਨਾ ਜੀਵਨ ਆ। ਹੁਣ ਤੁਸੀਂ ਗ੍ਰੰਥਾਂ ਚ ਪੜ੍ਹੋ, ਗ੍ਰੰਥਾਂ ਚ ਕਿਉਂ ਕਹਿੰਦੇ ਵਿਆਹ ਕਰਾਓ? ਕਿਉਂਕਿ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਵਾ ਕਰਾਓ, ਉਹਨੂੰ ਤੁਹਾਡਾ ਥੋੜਾ ਦਿਮਾਗ ਥੋੜਾ ਸ਼ਾਂਤ ਹੋ ਜਾਏ, ਬੱਚੇ ਬੱਚੀ ਜ਼ਿੰਮੇਵਾਰੀ ਨਿਭਾਓਗੇ, ਥੋੜਾ ਮਨ ਸ਼ਾਂਤ ਹੋ ਜਾਏਗਾ। ਫਿਰ ਇੱਕ ਸਮਾਂ ਆਊਗਾ ਸੰਨਿਆਸੀ ਹੋ ਜਿਓ। ਘਰ ਚ ਹੀ ਰਹਿ ਕੇ ਸੰਨਿਆਸੀ ਹੋਣਾ ਵਾ, ਪਰ ਏਦਾਂ ਨਹੀਂ ਹੁੰਦਾ। ਜਿਵੇਂ ਜਿਵੇਂ ਬੰਦਾ ਬੁੱਢਾ ਹੁੰਦਾ, ਉਹਦੀ ਸੰਸਾਰ ਦੇ ਨਾਲ ਪਕੜ ਵੱਧਦੀ ਜਾਂਦੀ ਹੈ। ਨਿਜਾ ਸਾਹਿਬ। ਬਿਲਕੁਲ। ਉਹ ਰਿਟਾਇਰਮੈਂਟ ਲੈਣ ਨੂੰ ਤਿਆਰ ਹੀ ਨਹੀਂ। ਉਹ ਕਹਿੰਦਾ ਬਈ
ਇਹ ਮੇਰੀ ਥੋੜੀ ਜਿਹੀ ਪਾਵਰ ਹੈਗੀ, ਮੈਨੂੰ ਛੱਡ ਦਾਂ? ਜਿਹੜੇ ਮੇਰੇ 2-4 ਕੰਮ ਹੈਗੇ ਮੈਨੂੰ ਬੰਦ ਕਰਦਾ? ਕੰਮ ਛੱਡਣ ਦੀ ਗੱਲ ਨਹੀਂ ਆ, ਕੰਮ ਕਰੋ ਪਰ ਪਕੜ ਘਟਾ ਦਿਓ ਆਪਣੀ ਥੋੜੀ। ਹਾਂਜੀ ਠੀਕ ਹੈ ਨਜਰ ਸਾਹਿਬ, ਅਗਲੀ ਬੋਲੋ। ਕਹਿੰਦੇ ਚਿੱਤਰਕਾਰ, ਜਿਹਨੇ ਚਿੱਤਰਕਾਰ ਨੇ ਇਹ ਚਿੱਤਰਕਾਰੀ ਬਣਾਈ ਆ ਉਹ ਇੰਨਾ ਸੋਹਣਾ ਹੈ, ਤੇ ਜਿਹਨੇ ਉਹ ਬਣਾਈ ਆ ਉਹ ਕਿਹੋ ਜਿਹਾ ਹੋਊਗਾ। ਔਰ ਉਹ ਗੱਲ ਬਿਲਕੁਲ ਸਹੀ ਆ, ਜਦੋਂ ਤੁਸੀਂ ਉਸ ਚਿੱਤਰਕਾਰ ਨੂੰ ਮਿਲੇ ਨਾ ਫਿਰ ਇਹ ਜਿਹੜੇ ਚਿੱਤਰ ਤੁਹਾਨੂੰ ਚੰਗੇ ਨਹੀਂ ਲੱਗਣੇ। ਚੰਗੇ ਨਹੀਂ ਲੱਗਣੇ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹਨਾਂ ਤੋਂ ਭੱਜੋਗੇ, ਪਰ ਤੁਹਾਨੂੰ ਇਹਦੀ ਅਸਲੀਅਤ ਸਾਹਮਣੇ ਆ ਜਾਣੀ ਹੈ। ਇਹ ਤੇ ਇੱਕ ਪਹੇਲੀ ਹੈ, ਇਹ ਤੇ ਪਰਮਾਤਮਾ ਨੇ ਏਦਾਂ ਇੱਕ ਤਮਾਸ਼ਾ ਰਚਿਆ ਹੈ, ਮਾਇਆ ਦਾ ਜਾਲ ਬਣਾਇਆ ਹੈ। ਫਿਰ ਸੰਸਾਰ ਦੇ ਨਾਲ ਤੁਹਾਡੀ ਅਟੈਚਮੈਂਟ ਨਹੀਂ ਹੋਊਗੀ, ਸਾਰਾ ਕੁਝ ਤੁਹਾਡੇ ਕੋਲ ਹੋਊਗਾ, ਘਰ-ਬਾਰ, ਬੱਚੇ, ਕੋਠੀਆਂ, ਮਕਾਨ, ਬਿਜ਼ਨਸ, A to Z, ਪਰ ਅਟੈਚਮੈਂਟ ਨਹੀਂ ਹੈਗੀ। ਹੁਣ ਤੁਸੀਂ ਅਲੱਗ ਹੋ ਜਾਓਗੇ ਕਮਲ ਦੇ ਫੁੱਲ ਵਾਂਗ। ਹਾਂਜੀ ਨਿੱਜੋ ਸਾਹਿਬ। ਚਿੱਤਰ ਬਚਿੱਤਰ ਇਹ ਅਵਚੇਰਾ, ਕਹਿੰਦੇ ਸਮੱਸਿਆ ਤਾਂ ਇੱਥੇ ਹੈਗੀ ਭਾਈ, ਇਹ ਚਿੱਤਰ ਇੰਨਾ ਬਚਿੱਤਰ ਹੈਗਾ, ਆਹੀ ਤਾਂ ਪ੍ਰੋਬਲਮ ਹੈਗੀ। ਕਬੀਰ ਜੀ ਕਹਿੰਦੇ ਆ, ਕਹਿੰਦੇ ਇਹੀ ਤਾਂ ਉਲਝਣ ਹੈਗੀ। ਅਵਚੇਰਾ ਮਤਲਬ ਉਲਝਣ, ਸਮੱਸਿਆ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿੱਤਰ ਆਖ ਚਿਤੇਰਾ। ਫਿਰ ਕਹਿੰਦੇ ਆ ਚਿੱਤਰ ਨੂੰ ਛੱਡ, ਚਿੱਤਰ ਦਾ ਮੋਹ ਛੱਡ ਕੇ ਚਿੱਤ ਨੂੰ ਉਸ ਚਿਤੇਰੇ ਵਰਗ, ਜਿਹਨੇ ਚਿੱਤਰਕਾਰ ਵੱਲ ਮੋਹ ਲਗਾ, ਚਿੱਤਰਕਾਰ ਵੱਲ ਸੁਰਤ ਲਗਾ। ਆਹੀ ਜਿਹੜੀ ਹੈਗੀ ਆ ਸਮਝਦਾਰੀ ਦੀ ਗੱਲ ਹੈਗੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਤੇ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ, ਠੀਕ ਹੈ ਸੰਸਾਰ 'ਚ ਰਹਿ ਤੂੰ ਚੱਲੀ ਜਾ, ਕੋਈ ਪ੍ਰੋਬਲਮ ਨਹੀਂ, ਕੰਮ ਕਾਜ ਕਰ, ਪਰ ਕਮ ਸੇ ਕਮ ਜਦੋਂ ਤੂੰ ਇਕੱਲਾ ਬੈਠਾ ਤੇਰਾ ਮਨ ਤੇ ਸ਼ਾਂਤ ਹੋਣਾ ਚਾਹੀਦਾ ਨਾ, ਪਰ ਤੇਰੇ ਵਿਚਾਰ ਹੀ ਨਹੀਂ ਬੰਦ ਹੁੰਦੇ। ਜੇ ਤੂੰ ਉੱਥੇ ਜੇ ਬੰਦੇ ਨੂੰ ਨਹੀਂ ਮਿਲਦਾ, ਕੋਈ ਬੰਦਾ ਤੇਰੇ ਨਹੀਂ ਹੈਗਾ ਲਾਗੇ, ਤੇ ਤੂੰ ਉਹਦੇ ਬਾਰੇ ਸੋਚੀ ਜਾਂਦਾ, ਚਿੰਤਨ ਹੀ ਤੇਰਾ ਚੱਲੀ ਜਾਂਦਾ, ਔਰ ਸੰਸਾਰ ਦਾ ਹੀ ਚਿੰਤਨ ਚੱਲੀ ਜਾਂਦਾ। ਤੇ ਇਹ ਕਹਿੰਦੇ ਕਿ ਇਹਨੂੰ ਆ ਮਸ਼ੀਨ ਨੂੰ ਥੋੜਾ ਰੋਕ ਲਾ, ਇਹਨੂੰ ਰੋਕੇਗਾ ਤੇ ਫਿਰ ਤੈਨੂੰ ਉਹ ਵੀ ਦਿਖ ਪਏਗਾ ਜਿਹੜਾ ਇਹਦੇ ਪਿੱਛੇ ਆ, ਜਿਹਦੇ ਅੰਦਰ ਸਭ ਕੁਝ ਚੱਲ ਰਿਹਾ। ਦੇਖੋ ਉਹਦੇ ਤੋਂ ਬਿਨਾਂ ਤੇ ਕੁਝ ਵੀ ਨਹੀਂ ਚੱਲ ਸਕਦਾ। ਇਹ ਕੀੜੀਆਂ ਨੂੰ ਰਿਜ਼ਕ ਕਿੱਥੋਂ ਪਹੁੰਚੂਗਾ? ਐ ਨੀ ਦੁਨੀਆ। ਹੁਣ ਆਪਾਂ ਕਿਤੇ ਕਿੰਨੇ ਗਏ ਧਰਤੀ ਤੇ? ਆਪਾਂ ਤਾਂ ਥੋੜੇ ਜਿਹੇ ਆ, ਆਪਣੇ ਤੋਂ ਇਲਾਵਾ ਤਾਂ ਹੋਰ ਜੂਨੀਆਂ ਕਿੰਨੀਆਂ ਵਾ, ਪਰ ਉਹਨਾਂ ਦਾ ਰਿਜ਼ਕ ਵੀ ਪਹੁੰਚ ਰਿਹਾ। ਉਹ ਕੌਣ ਬਣਾ ਰਿਹਾ ਉਹਨਾਂ ਦਾ ਰਿਜ਼ਕ? ਆਪਾਂ ਤੇ ਮੰਨਿਆ ਨਾ ਕਿ ਅਸੀਂ ਕਣਕ ਬੀਜਦੇ ਆ ਤੇ ਕਣਕ ਵੱਢ ਲੈਂਦੇ ਆ, ਝੋਨਾ ਬੀਜਦੇ ਝੋਨਾ ਵੱਢ ਲਿਆਉਂਦੇ, ਸਬਜ਼ੀਆਂ ਬੀਜਦੇ ਆ ਤੇ ਵੱਢ ਲਿਆਉਂਦੇ ਆ, ਪਰ ਜਿਹੜੀਆਂ ਦੂਜੀਆਂ ਚੀਨੀਆਂ ਵਾ ਉਹ ਕਿਹੜੀਆਂ ਭੁੱਖੀਆਂ ਬੈਠੀਆਂ ਨਿਜਲ ਸਾਹਿਬ? ਉਹਨਾਂ ਦਾ ਵੀ ਤੇ ਰਾਸ਼ਨ ਪਹੁੰਚ ਹੀ ਰਿਹਾ। ਹੁਣ ਦੇਖੋ ਜਿਹੜੀ ਗਾਂ ਮੱਝ ਆ ਉਹਨੂੰ ਪੱਠੇ ਖਵਾਓ ਤੇ ਪੱਠੇ 'ਚ ਸਾਰਾ ਕੁਝ ਹੈਗਾ, ਇੱਕੋ ਪੱਠਿਆਂ 'ਚ ਹੀ। ਸਾਨੂੰ ਪਤਾ ਨਹੀਂ ਕਿੰਨਾ ਫਰੂਟ, ਕਿੰਨਾ ਡਰਾਈ ਫਰੂਟ, ਤੇ ਪਤਾ ਨਹੀਂ ਕਿਹੜੇ ਚੌਲ ਤੇ ਕੀ ਕੋਈ ਖਾਣਾ ਪੈਂਦਾ। ਐਸ ਸਰੀਰ ਨੂੰ ਬਣਾਈ ਰੱਖਣ ਲਈ ਇਹਦੇ ਅੰਦਰ ਇੰਨੇ ਤੱਤ ਚਾਹੀਦੇ ਅੰਦਰ ਜਾਣ ਵਾਸਤੇ, ਜੋ ਤੱਤ ਕੋਈ ਨਹੀਂ ਜਾਂਦਾ ਸਰੀਰ 'ਚ ਨੁਕਸ ਪੈ ਜਾਂਦਾ। ਕੁਦਰਤ ਨੇ ਇਸ ਕਰਕੇ ਇਨਸਾਨ ਨੂੰ ਬਣਾਇਆ, ਇਹਦਾ ਰਿਜ਼ਕ ਵੀ ਥੋੜਾ ਔਖਾ ਬਣਾਇਆ, ਕਿਉਂਕਿ ਇਹ ਤੋਂ ਬਿਨਾਂ ਡਿਵੈਲਪਮੈਂਟ ਨਹੀਂ ਹੋ ਸਕਦੀ। ਉਦਾਂ ਕਿੰਨੇ ਕੰਮ ਕਰਨਾ ਸੀ। ਤੋ ਇਹ ਕਹਿੰਦੇ ਕਿ ਇਹ ਨਾ ਕਿ ਤੁਸੀਂ ਸੰਸਾਰ 'ਚ ਉਲਝ ਕੇ ਰਹਿ ਜਿਓ ਤੇ ਉਹ ਜਿਹੜੀ ਸ਼ਕਤੀ ਮੰਗ ਰਿਹਾ ਉਹਨੂੰ ਭੁੱਲ ਜਿਓ, ਤੇ ਕਰਕੇ ਉਹਨੂੰ ਵੀ ਯਾਦ ਰੱਖੋ। ਹਾਂਜੀ ਨੇ ਜਦੋਂ ਛੱਛਾ, ਹੁਣ ਫਿਰ ਛੱਛੇ ਅੱਖਰ ਤੋਂ ਗਿਆਨ ਦੇ ਰਹੇ। ਛੱਛਾ ਇਹ ਹੈ ਛਤਰਪਤ ਪਾਸਾ। ਛਤਰਪਤ ਕਹਿੰਦੇ ਆ ਰਾਜਾ, ਛਤਰਪਤੀ ਮਾਲਕ ਪਰਮਾਤਮਾ। ਕਹਿੰਦੇ ਮਾਲਕ ਪਰਮਾਤਮਾ ਉਹ ਚਿੱਤਰਕਾਰ, ਉਹਦੇ ਨੇੜੇ ਰਹਿ, ਉਹਦੇ ਪਾਸ ਰਹਿ ਪਾਏ। ਛੱਛਾ ਇਹ ਹੈ ਛਤਰਪਤ ਪਾਸਾ, ਛੱਕ ਕੇ ਨਾ ਰਹੋ, ਛਾੜ ਕੇ ਨਾ ਆਸਾ। ਕਹਿੰਦੇ ਤੂੰ ਜਿਹੜਾ ਹੈਗਾ ਸੰਤੋਸ਼ ਦੇ ਵਿੱਚ ਕਿਉਂ ਨਹੀਂ ਰਹਿੰਦਾ? ਛੱਕ ਕਹਿੰਦੇ ਬਈ ਮੈਂ ਤਾਂ ਛੱਕ ਲਿਆ ਜੀ, ਮੇਰਾ ਤਾਂ ਢਿੱਡ ਭਰਿਆ ਪਿਆ ਹੈ। ਛੱਕ ਕੇ ਨਾ ਰਹੋ, ਛਾੜ ਕੇ ਨਾ ਆਸਾ। ਕਹਿੰਦੇ ਤੂੰ ਇੱਧਰ ਉੱਧਰ ਦੀਆਂ ਖਿੱਚਾਂ, ਆਸਾਵਾਂ ਜਿਹੜੀਆਂ ਇੰਨੀਆਂ ਤੇਰੇ ਅੰਦਰ ਆਸਾ ਮਨਸਾ ਹੈਗਾ, ਇਹਨਾਂ ਨੂੰ ਛੱਡ ਕਿਉਂ ਨਹੀਂ ਦਿੰਦਾ? ਛੱਛਾ ਇਹ ਹੈ ਛਤਰਪਤ ਪਾਸਾ, ਛੱਕ ਕੇ ਨਾ ਰਹੋ, ਛਾੜ ਕੇ ਨਾ ਆਸਾ। ਕਿ ਮਤਲਬ ਕਿਉਂ ਨਹੀਂ ਛੱਡਦਾ? ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ। ਕਿਉਂਕਿ ਜਿਹੜਾ ਦੇਖੋ ਆਪਾਂ ਨੇ ਕੰਟਰੋਲ ਜਿਹੜਾ ਹੈਗਾ, ਹੁਣ ਇਹ ਆਪਾਂ ਨੇ ਇੰਦਰੀਆਂ ਤੇ ਕੰਟਰੋਲ ਨਹੀਂ ਕਰਨਾ, ਇੰਦਰੀਆਂ ਤੇ ਕੰਟਰੋਲ ਨਹੀਂ ਕਰ ਸਕਦੇ ਆਪਾਂ ਨੇ ਕੰਟਰੋਲ ਕਰਨਾ ਹੈ ਮਨ ਦੇ ਉੱਤੋਂ। ਮਨ ਹੈਗਾ ਪਤੰਦਰ, ਮੇਨ ਮਨ ਨੂੰ ਕੰਟਰੋਲ ਕਰ ਲਿਆ ਤੇ ਸਾਰਾ ਕਾਰਵਾਈ ਸਾਰੀ ਹੋ ਜਾਏਗੀ ਭਾਈ। ਇਹ ਮਨ ਨੂੰ ਹੀ ਜਿਹੜਾ ਇੰਦਰੀਆਂ ਲਈ ਫਿਰਦੀਆਂ ਹੈ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾਂ। ਕਹਿੰਦੇ ਬਾਰ ਤੈਨੂੰ ਮੈਂ ਸਮਝਾਉਣਾ ਹੈ ਮੇਰੇ ਮਨਾ, ਤਾਹੇ ਛਾੜ ਕਤੇ ਆਪ ਬੰਦਾਵਾਂ। ਛੱਡ ਦੇ ਤੂੰ ਚਿੱਤਰ ਨੂੰ, ਚਿੱਤਰਕਾਰ ਨੂੰ ਫੜ ਲਾ। ਕਿਉਂ ਆਪਣੇ ਆਪ ਨੂੰ ਬਣਾਈ ਜਾ ਰਿਹਾ? ਕਿਉਂ ਆਪਣੇ ਆਪ ਨੂੰ ਫਸਾਈ ਜਾ ਰਿਹਾ? ਕਿਉਂ ਆਪਣੇ ਆਪ ਨੂੰ ਮਾਇਆ ਦੀ ਜਕੜ ਦੇ ਵਿੱਚ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਉਲਝਾਈ ਜਾ ਰਿਹਾ ਹੈ? ਹਾਂਜੀ ਵੀਰ ਜੀ।
ਅੱਜ ਠੀਕ ਹੈ ਜੀ, ਕਬੀਰ ਜੀ ਕਹਿ ਰਹੇ ਨੇ ਮਨ ਆਪਣੇ ਨੂੰ ਕਿ ਬਈ ਮੈਂ ਆਪਣੇ ਮਨ ਨੂੰ ਨਾ ਛਾਣੇ ਛਾਣੇ ਸਮਝਾਉਣਾ, ਇਹ ਨਹੀਂ ਕਿ ਅਗਰੀ ਕਹਿ ਕੇ ਤੇ ਭੁੱਲ ਗਿਆ ਮੁੜ ਕੇ ਮੈਂ ਆਪਣੇ ਮਨ ਦੀਆਂ ਹਰਕਤਾਂ ਦੇ ਉੱਤੇ ਨਜ਼ਰ ਰੱਖ ਰਿਹਾ। ਜਿੱਦਾਂ ਇੱਕ ਸੁਪਰਵਾਈਜ਼ਰ ਹੁੰਦਾ, ਹੁਣ ਆਪਾਂ ਕਾਰ ਚਲਾਉਂਦੇ ਆ, ਤੁਹਾਡਾ ਧਿਆਨ ਸੜਕ ਤੇ ਹੀ ਰਹਿਣਾ ਪਊਗਾ, ਅਦਰਵਾਈਜ਼ ਤੇ ਕਾਰ ਤੇ ਚੱਲਣੀ ਨਹੀਂ। ਇਸੇ ਹੀ ਤਰ੍ਹਾਂ ਕਬੀਰ ਜੀ ਦਾ ਛਾਣੇ ਛਾਣੇ ਸਮਝਾਉਣ ਦਾ ਮਤਲਬ ਇਹ ਹੈ ਕਿ ਕਹਿੰਦੇ ਮੈਂ ਜਦੋਂ ਉੱਠ ਪੈਂਦਾ ਜਾਂ ਮੈਂ ਜੋ ਵੀ ਕੰਮ ਕਰਦਾ ਵਾਂ, ਮੈਂ ਆਪਣੇ ਮਨ ਦੀਆਂ ਹਰਕਤਾਂ ਨੂੰ ਨਜ਼ਰ ਹਟਾ ਪਿਆ ਵਾਂ। ਹੁਣ ਤੁਸੀਂ ਵੇਖ ਲਓ, ਜਿਹੜੇ ਕਿਸਾਨ ਹੁੰਦੇ ਜਿਹੜੇ ਮੱਝਾਂ ਮੁੱਝਾਂ ਚਾਰਦੇ ਆ, ਉਹ ਡੰਡਾ ਫੜਿਆ ਹੁੰਦਾ ਨੇ ਭੇਡਾਂ ਭੁੱਡਾਂ ਦੇ ਦੁਆਲੇ, ਕਿਉਂਕਿ ਮਾੜਾ ਜਿਹਾ ਉਹ ਸਾਈਡ ਤੇ ਹੋਇਆ ਨਾਲ ਹੀ ਭੇਡਾਂ ਨੇ ਦੂਜੇ ਦੀਆਂ ਫਸਲਾਂ 'ਚ ਵੜ ਜਾਣਾ, ਬਿਲਕੁਲ ਵੜ ਜਾਣਾ। ਇਸੇ ਕਰਕੇ ਸਾਡਾ ਮਨ ਆ, ਮਨ ਨੂੰ ਵੀ ਕਹਿੰਦੇ ਆ ਕਿ ਜਿੱਦਾਂ ਮੱਝਾਂ ਤੂੰ ਗਾਵਾਂ ਨੂੰ ਸਾਂਭ ਕੇ ਰੱਖਦਾ ਨਾ ਕਿ ਚਾਰ ਵਾਏ ਵਾਂਗੂ, ਉਸੇ ਤਰ੍ਹਾਂ ਤੈਨੂੰ ਇੱਕ ਨਜ਼ਰ ਰੱਖਣੀ ਪੈਣੀ ਹੈ, ਛਣ ਛਣ ਬਿਲਕੁਲ ਰੱਖਣੀ ਪਊ। ਤੂੰ ਮਾੜਾ ਜਿਹਾ ਮੂੰਹ ਪਰੇ ਨੂੰ ਕੀਤਾ, ਇਹਨੇ ਆਪਣੇ ਪਤਾ ਨਹੀਂ ਕਿਹੜਾ ਮਹਿਲ ਤਿਆਰ ਕਰ ਲੈਣਾ ਮਿੰਟੋ ਮਿੰਟੀ, ਇਹਨੇ ਸਾਹਮਣੇ ਬੰਦਾ ਵੇਖ ਲਿਆ ਪਤਾ ਨਹੀਂ ਕੀ ਬਣਾ ਦੇਣਾ, ਇਹਨੇ ਇੱਕ ਔਰਤ ਵੇਖ ਲਈ ਪਤਾ ਨਹੀਂ ਕੀ ਮਹਿਲ ਰਚ ਕੇ ਬਹਿ ਜਾਣਾ। ਇਸ ਕਰਕੇ ਕਹਿੰਦੇ ਮਨ ਦੀ ਸੁਪਰਵਾਈਜ਼ਰੀ ਕਰਨੀ ਪੈਣੀ ਆ, ਇਹ ਨਾ ਹੋਵੇ ਕਿ ਮੱਕੜੀ ਦਾ ਜਾਲ ਬਣਾਉਣਾ ਸ਼ੁਰੂ ਕਰ ਦੇ। ਹਾਂਜੀ ਨਿੱਜਲ ਸਾਹਿਬ ਕਹਿੰਦੇ ਨਹੀਂ ਤਾਂ ਆਪਣੇ ਆਪ ਨੂੰ ਜਿਹੜਾ ਹੈਗਾ ਇਹਨੇ ਮਨ ਨੇ ਕੀ ਕਰਨਾ, ਮਨ ਨੇ ਤਾਂ ਬੰਨੀ ਜਾਣਾ ਹੈ ਬਸ, ਇਹਨੇ ਆਪਣਾ ਜਿਹੜਾ ਹੈਗਾ ਜਾਲਾ ਜਿਹੜਾ ਹੈਗਾ ਬੁਣੀ ਜਾਣਾ ਹੈ, ਉਹਦੇ ਵਿੱਚ ਫਸ ਜਾਣਾ ਇਹਨੇ, ਜਿਹੜਾ ਰੇਸ਼ਮ ਦੇ ਕੀੜੇ ਵਾਂਗੂ। ਜੱਜਾ ਹਾਂਜੀ ਨਿੱਜਲ ਸਾਹਿਬ ਇਹਨੇ ਇੱਛਾ ਪ੍ਰਗਟ ਕਰ ਦੇਣੀ ਨਾ, ਇੱਛਾ ਪ੍ਰਗਟ ਕਰਨ ਤੋਂ ਬਾਅਦ ਫਿਰ ਗਤੀ ਹੋਣੀ ਆ। ਆਪਾਂ ਜੋ ਵੀ ਇੱਛਾ ਕਰਾਂਗੇ ਨਾ, ਉਹ ਇੱਛਾ ਨੂੰ ਸਾਨੂੰ ਉਹਨੂੰ ਪੂਰਾ ਹੀ ਕਰਨਾ ਪੈਣਾ ਹੈ। ਸਾਡੇ ਚਿੱਤ 'ਚ ਕੋਈ ਵੀ ਚੀਜ਼ ਆ ਗਈ, ਚਿੱਤ ਛੱਡਦਾ ਥੋੜੀ ਹੈ। ਹੁਣ ਕਿਸੇ ਬੰਦਿਆਂ ਨੂੰ ਤੁਸੀਂ ਕਹਿੰਦੇ ਨੀ ਕਿ ਵੀਰ ਜੀ ਆਪਣਾ ਸੁਭਾਅ ਬਦਲ ਦੋ, ਸੁਭਾਅ ਕਿਤੇ ਐਵੇਂ ਬਦਲਿਆ ਜਾਂਦਾ। ਆਪਾਂ ਕਿਸੇ ਨੂੰ ਕਹਿੰਦੇ ਆ ਕਿ ਫਲਾਣੇ ਜੀ ਯਾਰ ਮਾੜੀ ਆਦਤ ਹੈਗੀ, ਬਦਲ ਦੇ। ਘਰਾਂ 'ਚ ਲੜਾਈਆਂ ਕਾਹਦੀਆਂ, ਪਰ ਆਪਾਂ ਕਿਤੇ ਸੋਚਿਆ ਕਿ ਜਿਹੜੀਆਂ ਸਾਡੀਆਂ ਅੰਦਰ ਜਿਹੜੀਆਂ ਮਾੜੀਆਂ ਆਦਤਾਂ ਸੀ ਉਹਨਾਂ ਨੂੰ ਕਿਉਂ ਨਹੀਂ ਬਦਲ ਦਿੰਦੇ? ਨਹੀਂ ਬਦਲ ਸਕਦੇ ਅਸੀਂ, ਕਿਉਂਕਿ ਉਹ ਸਾਡੇ ਚਿੱਤ 'ਚ ਨੇ, ਉਹ ਸਾਡੇ ਸੰਸਕਾਰ ਨੇ, ਉਹ ਕਿੱਦਾਂ ਦਾ ਜੀਵਨ ਬਤੀਤ ਕੀਤਾ। ਹੁਣ ਕਈਆਂ ਨੂੰ ਆਪਾਂ ਕਹਿੰਦੇ ਨੇ ਕਿ ਫਲਾਣੇ ਨੂੰ ਆਦਤ ਹੈਗੀ ਝੂਠ ਬੋਲਣ ਦੀ, ਤੁਸੀਂ ਲੱਖ ਸਮਝਾਓ ਉਹਨੂੰ, ਉਹ ਗੱਲ ਸਮਝਦਾ ਨਹੀਂ, ਸਮਝੂਗਾ ਕਿਉਂਕਿ ਉਹਦਾ ਚਿੱਤ ਆ। ਹੁਣ ਜਿੱਦਾਂ ਅਧਰੰਗ ਜਦੋਂ ਬੰਦੇ ਨੂੰ ਹੋ ਜਾਂਦੀ ਆ, ਦੇਖਿਆ ਨੀ ਉਹਦਾ ਹੱਥ ਕੰਬੀ ਜਾਂਦਾ, ਤੁਸੀਂ ਉਹਨੂੰ ਕਹੋ ਕਿ ਆਪਣਾ ਹੱਥ ਰੋਕ ਲਾ, ਉਹ ਤਾਂ ਰੁਕਣਾ ਹੀ ਨਹੀਂ। ਇਸੇ ਤਰ੍ਹਾਂ ਜਿਹਦੇ ਬੰਦੇ ਦਾ ਚਿੱਤ ਮਲੀਨ ਆ, ਉਹਦੇ ਅੰਦਰ ਉਹ ਜੋ ਵੀ ਚੀਜ਼ ਹੈਗੀ ਆ ਨਾ, ਉਹਨੇ ਉਹੀ ਚੀਜ਼ ਕਰਨੀ ਆ, ਉਹਨੂੰ ਉਹੀ ਚੰਗੀ ਲੱਗਦੀ ਆ। ਹੁਣ ਸੂਰ ਨੂੰ ਉਹ ਲੈ ਨੀ ਗਿਆ ਸੀ, ਕਹਿੰਦਾ ਸੀ ਇਹ ਧਰੂ ਭਗਤ ਕਹਿੰਦਾ ਕਿ ਚਲੋ ਸੂਰ ਨੂੰ ਕਹਿੰਦੇ ਚਲੋ ਵੀ ਤੁਹਾਨੂੰ ਬੈਕੁੰਠ 'ਚ ਲੈ ਜਾਂਦੇ ਆ, ਤੇ ਸੂਰ ਨੇ ਕੋਈ ਜਵਾਬ ਦਿੱਤਾ ਕਿ ਮੈਨੂੰ ਬੈਕੁੰਠ ਦੇ ਵਿੱਚੋਂ ਇਹ ਬਿਸਟਾ ਖਾਣ ਨੂੰ ਮਿਲੂਗੀ, ਇਹ ਗੰਦ ਮਿਲੂਗਾ। ਉੱਥੇ ਉਹਨੂੰ ਚੰਗੀਆਂ ਚੀਜ਼ਾਂ ਦਾ ਮਤਲਬ ਨਹੀਂ ਹੈਗਾ, ਉਹਦੀ ਬੁੱਧੀ ਜਿਹੜੀ ਹੈਗੀ ਆ ਨਿੱਜਰ ਸਾਹਿਬ, ਉਹਦੇ ਲਈ ਉਹੀ ਬਹੁਤ ਵਧੀਆ ਚੀਜ਼ ਆ। ਬਿਲਕੁਲ ਆਪ ਦੇਖੋ, ਇਹ ਸਾਨੂੰ ਬੁਰਾਈ ਨਜ਼ਰ ਆਉਂਦੀ ਆ, ਸਾਨੂੰ ਨਜ਼ਰ ਆਉਂਦਾ ਹੈ ਨਾ ਕਿ ਉਹ ਇਹ ਮਾੜੀ ਚੀਜ਼ ਆ, ਪਰ ਉਹਨਾਂ ਨੂੰ ਨਹੀਂ ਨਜ਼ਰ ਆਉਂਦੀ, ਉਹਨਾਂ ਲਈ ਤਾਂ ਬਹੁਤ ਵਧੀਆ ਚੀਜ਼ ਆ, ਕਿਉਂਕਿ ਉਹਨਾਂ ਦੇ ਚਿੱਤ ਦੇ ਅੰਦਰ ਪ੍ਰੋਗਰਾਮਿੰਗ ਉਦਾਂ ਦੀ ਹੋਈ ਆ। ਇਸੇ ਕਰਕੇ ਤੇ ਉਹ ਚੀਜ਼ ਕਰ ਰਹੇ ਨੇ। ਤੁਸੀਂ ਕਿਉਂ ਨਹੀਂ ਕਰ ਪਾ ਰਹੇ? ਕਿਉਂਕਿ ਤੁਹਾਡੇ ਅੰਦਰ ਉਹ ਸੌਫਟਵੇਅਰ ਨਹੀਂ ਹੈਗਾ, ਇਸ ਕਰਕੇ ਤੁਹਾਨੂੰ ਸਿਗਨਲ ਚੰਗੇ ਨਹੀਂ ਲੱਗਦੇ, ਤੁਹਾਨੂੰ ਬੁਰੀ ਲੱਗਦੀ ਆ। ਜਿਹੜੀ ਚੀਜ਼ ਤੁਹਾਨੂੰ ਬੁਰੀ ਲੱਗ ਰਹੀ ਆ, ਉਸ ਨੂੰ ਬਹੁਤ ਵਧੀਆ ਲੱਗਦੀ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਜੱਜਾ ਜਾਓ ਤਨ ਜੀਵਤ ਜਰਾਵੈ। ਦੇਖ ਲਾ ਪਿਆਰਿਆ, ਮਨੁੱਖਾ ਸਰੀਰ ਮਿਲਿਆ ਹੋਇਆ ਹੈ, ਜਵਾਨੀ ਹੈਗੀ, ਸਾਰਾ ਕੁਝ ਤੇਰੇ ਕੋਲ ਹੈਗਾ ਹੁਣ ਇਸ ਟਾਈਮ, ਸਾਰਾ ਕੁਝ ਤੇਰਾ ਬਿਲਕੁਲ ਸਹੀ ਜਿਹੜਾ ਭਗਤੀ ਕਰਨ ਵਾਸਤੇ ਤੇਰੇ ਕੋਲ ਚਾਂਸ ਹੈਗਾ। ਜੀਵਨ ਆ, ਜਿੰਨਾ ਤੇਰਾ ਜੀਵਨ ਹੈਗਾ ਇਹਨੂੰ ਯੂਜ਼ ਕਰ ਸਕਦਾ, ਨਹੀਂ ਤਾਂ ਵੈਸੇ ਵੀ ਇਹਨੇ ਸੜ ਹੀ ਜਾਣਾ ਹੈ, ਇਹਨੇ ਸੜ ਜਾਣਾ ਹੈ, ਜੀਵਨ ਨੇ, ਤੇਰੇ ਸਰੀਰ ਨੇ ਵੀ ਸੜ ਜਾਣਾ ਹੈ, ਔਰ ਤੇਰੇ ਚਾਂਸ ਵੀ ਚਲੇ ਜਾਣਾ, ਤੇਰੀ ਉਮਰ ਵੀ ਖਤਮ ਹੋ ਜਾਣੀ ਹੈ। ਇਸ ਕਰਕੇ ਇਹਨੂੰ ਜਿਹੜਾ ਹੈਗਾ ਆਪਣੇ ਆਪ ਨੂੰ, ਆਪਣੇ ਮਨ ਨੂੰ ਜਿਹੜਾ ਹੈਗਾ ਸਾਧਨ ਵਾਸਤੇ ਯੂਜ਼ ਕਰ ਲਾ। ਆਹ ਸਰੀਰ ਮਿਲਿਆ, ਜੀਵਨ ਮਿਲਿਆ ਹੈ, ਇਹਨੂੰ ਮਨ ਨੂੰ ਸਾਧਨ ਵਾਸਤੇ ਸਾੜ ਦੇ, ਇਹਨੂੰ ਇਸ ਕੰਮ ਦੇ ਵਿੱਚ ਲਗਾ ਦੇ। ਜੱਜਾ ਜਾਓ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਇਹ ਜਵਾਨੀ ਜਿਹੜੀ ਹੈਗੀ, ਜਵਾਨੀ ਦੀ ਜਿਹੜੀ ਤੇਰੇ ਅੰਦਰ ਜਿਹੜੀ ਹੈਗੀ ਨਸ਼ਾ ਚੜਿਆ ਹੋਇਆ ਆ, ਇਹਨੂੰ ਜਿਹੜਾ ਹੈਗਾ ਇਹਨੂੰ ਸਾੜ ਦੇ। ਇਹਨੂੰ ਸਾੜਨਾ ਕੀ ਹੈ ਵੀ ਇਸ ਤੇ ਕੰਟਰੋਲ ਕਰ, ਮਨ ਤੇ ਕੰਟਰੋਲ ਕਰ, ਤਾਂ ਤੈਨੂੰ ਜੁਗਤੀ ਲੱਭ ਜਾਊਗੀ ਭਾਈ, ਮਾਲਕ ਪਰਮਾਤਮਾ ਵੱਲ ਨੂੰ ਚੱਲਣ ਦਾ ਉਹ ਦਸਮ ਦੁਆਰ ਮਿਲ ਜਾਏਗਾ। ਜੋਬਨ ਜਾਰ ਜੁਗਤ ਸੋ ਪਾਵੈ, ਅਸ ਜਰ ਪਰ ਜਰ ਜਰ ਜਬ ਰਹਿ। ਦੇਖ ਹਾਲੇ ਤੂੰ ਆਪਣੇ ਆਪ ਨੂੰ ਸੁਪੀਰੀਅਰ ਸਮਝਦਾ ਹੈ, ਦੂਸਰੇ ਨੂੰ ਇਨਫੀਰੀਅਰ ਸਮਝਦਾ ਹੈ। ਕਹਿੰਦੇ ਜਿਹੜਾ ਹੈਗਾ ਮੇਰ ਤੇਰ ਜਿਹੜਾ ਹੈਗਾ ਜਦ ਤੱਕ ਨਹੀਂ ਸੜਦਾ, ਅਸ ਜਰ ਪਰ ਜਰ, ਆਪਣਾਪਨ ਪਰਾਇਆਪਨ, ਜਰ ਜਬ ਰਹਿ, ਜਿਆਦੇ ਸੜ ਜਾਏਗਾ
ਤਬ ਜਾਏ ਜੋਤ ਉਜਾਰੋ ਲਹੈ, ਤਾਂ ਤੇਰੇ ਅੰਦਰ ਜਿਹੜਾ ਹੈਗਾ ਉਜਾਲਾ ਹੋ ਜਾਏਗਾ, ਆਤਮ ਪ੍ਰਕਾਸ਼ ਹੋ ਜਾਏਗਾ ਤੇਰੇ ਅੰਦਰ ਉਹ ਪਰਮਾਤਮਾ ਪ੍ਰਗਟ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਨਿੱਜੀ ਸਾਹਿਬ, ਕੀ ਇਹ ਦੁਬਾਰਾ ਬੋਲਿਓ। ਹਾਂਜੀ, ਇਹ ਕਹਿ ਰਿਹਾ ਕਿ ਕਹਿੰਦੇ ਹੁਣ ਤੇਰੇ ਕੋਲ ਜੱਜਾ ਜੋ ਤਨ ਜੀਵਤ ਜਰਾਵੇ। ਹੁਣ ਸਰੀਰ ਹੈ ਆਪਣੇ ਕੋਲ, ਇੱਕ ਮਨੁੱਖਾ ਸਰੀਰ ਆਪਣੇ ਕੋਲ ਹੈਗਾ, ਇਹ ਚਾਂਸ ਹੈਗਾ, ਔਰ ਆਪਣੀ ਉਮਰ ਹੈਗੀ, ਸਵਾਸ ਹੈਗੇ ਆਪਣੇ, ਆਪਣੀ ਪੂੰਜੀ ਹੈਗੀ, ਇਹਨੂੰ ਆਪਾਂ ਨੇ ਲਾਉਣਾ ਹੈਗਾ। ਇਹਨੇ ਤਾਂ ਵੈਸੇ ਹੀ ਸੜ ਜਾਣਾ ਹੈ, ਨਹੀਂ ਕੁਛ ਕਰਾਂਗੇ, ਮਾਇਆ ਦੇ ਵਿੱਚ ਗਲਤਾਨ ਰਵਾਂਗੇ ਤਾਂ ਵੀ ਇਹਨੇ ਸੜ ਜਾਣਾ ਹੈ, ਜੇ ਬੰਦਗੀ ਕਰਾਂਗੇ ਤਾਂ ਵੀ ਇਹ ਸਰੀਰ ਨੇ ਸਾੜੀ ਜਾਣਾ ਹੈ, ਸਰੀਰ ਨੇ ਤਾਂ ਵੀ ਜਿਹੜਾ ਹੈਗਾ ਚਾਂਸ ਤਾਂ ਵੀ ਆਪਣਾ ਜਿਹੜਾ ਹੈਗਾ ਸਮਾਂ ਤਾਂ ਹੋ ਹੀ ਜਾਣਾ ਹੈ। ਕਹਿੰਦੇ ਇਸ ਕਰਕੇ ਇਹਨੂੰ ਬੰਦਗੀ ਦੇ ਵਿੱਚ ਸਾੜ, ਇਹਨੂੰ ਜਿਹੜਾ ਹੈਗਾ ਇਹਨੂੰ ਇਹ ਜਿਹੜਾ ਮਾਇਆ ਜਿਹੜੀ ਹੈਗੀ, ਜਿਹਨੇ ਮਾਇਆ ਨੇ ਬੰਧਨ ਪਾਏ ਹੋਏ ਆ ਇਨਸਾਨ ਦੀਆਂ ਇੱਛਾਵਾਂ ਵਾਸਨਾਵਾਂ ਜਿਹੜੀਆਂ ਹੈਗੀਆਂ, ਇਹਨਾਂ ਵੱਲੋਂ ਆਪਣੇ ਮਨ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਹੈਗਾ ਇਹ ਸਮਾਂ ਲਗਾ। ਜੱਜਾ ਜਾਓ ਤਨ ਜੀਵਤ ਜਰਾਵੇ, ਆਇਆ ਤਨ ਨੂੰ ਜੀਵਤ ਜਰਾਉਣਾ। ਜੋਬਨ ਜਾਰ ਜੁਗਤ ਸੋ ਪਾਵੇ, ਆਪਣੀ ਜਵਾਨੀ ਦਿੱਤੀ ਹੋਈ ਜਵਾਨੀ ਆ, ਤੇ ਜਵਾਨੀ ਦੇ ਜਿਹੜੇ ਹੈਗੇ ਆ ਉਹ ਰਸਕਸ ਹੈਗੇ ਆ, ਇਹਨਾਂ ਨੂੰ ਕਹਿੰਦੇ ਇਹਨਾਂ ਤੇ ਕੰਟਰੋਲ ਕਰਕੇ ਤੇ ਤਾਂ ਜਿਹੜੀ ਜੁਗਤੀ ਲੱਭੂਗੀ ਤੈਨੂੰ। ਜੁਗਤ ਬਈ ਜੁਗਤੀ ਕੀ ਹੈ ਬਈ ਦੁਨੀਆ ਦੇ ਵਿੱਚ ਜਿਹੜਾ ਕਿਸ ਤਰੀਕੇ ਦੇ ਨਾਲ ਆਪਾਂ ਨੇ ਜੀਵਨ ਜਾਚ ਕਹਿ ਲਓ ਜੁਗਤੀ। ਜੋਬਨ ਜਾਰ ਜੁਗਤ ਸੋ ਪਾਵੇ ਔਰ ਅਸ ਜਰ, ਕਹਿੰਦੇ ਹੁਣ ਟਾਰਗੇਟ ਕਦੋਂ ਮਿਲਣਾ ਆ? ਅਸ ਜਰ ਪਰ ਜਰ ਜਬ ਰਹੇ, ਕਹਿੰਦੇ ਆਪਣਾ ਤੇ ਪਰਾਇਆ, ਇਹ ਜਿਹੜਾ ਹੈਗਾ ਆਪਣਾ ਤੇ ਪਰਾਇਆ ਜਦ ਮਿਟ ਜਾਏਗਾ, ਇਹ ਗੈਪ ਖਤਮ ਹੋ ਜਾਏਗਾ, ਆਪਣੀ ਹਉਮੈ ਖਤਮ ਹੋ ਜਾਏਗੀ, ਤੇ ਫਿਰ ਕੀ ਹੁੰਦਾ ਹੈ? ਤਬ ਜਾਏ ਜੋਤ ਉਜਾਰੋ ਲਹੈ, ਤਾਂ ਜਿਹੜਾ ਹੈਗਾ ਉਹ ਜੋਤ ਪ੍ਰਕਾਸ਼ ਹੋ ਜਾਂਦਾ ਹੈ ਉਹਦੇ ਅੰਦਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇੱਥੇ ਫਿਰ ਆਪਾਂ ਨੂੰ ਕਬੀਰ ਜੀ ਸਮਝਾ ਰਹੇ ਨੇ ਕਿ ਇਹ ਸਰੀਰ ਆ, ਹੁਣ ਕੋਈ ਵੀ ਚੀਜ਼ ਆ ਉਹਦੀ ਮਨਿਆਦ ਆ, ਔਰ ਇੱਕ ਸਮਾਂ ਆਊਗਾ ਤੁਸੀਂ ਚੀਜ਼ ਵਰਤੋ ਨਾ ਵਰਤੋ, ਉਹਨੇ ਹੌਲੀ ਹੌਲੀ ਅੰਦਰੋਂ ਸੜਨਾ ਸ਼ੁਰੂ ਹੋ ਜਾਣਾ, ਤੇ ਇੱਕ ਸਮਾਂ ਉਹ ਖਤਮ ਹੋ ਜਾਣਾ। ਉਹ ਕਹਿੰਦੇ ਇਹ ਨਾ ਹੋਵੇ ਕਿ ਤੇਰੀ ਮਸ਼ੀਨ ਪਹਿਲਾਂ ਖਰਾਬ ਹੋ ਜਾਏ, ਇਹਦੀ ਵਰਤੋਂ ਕਰ ਲਾ, ਜੋ ਵੀ ਤੂੰ ਕੰਮ ਕਰਨਾ ਵਾ ਨਾ ਮੇਨ ਉਹ ਕੰਪਲੀਟ ਕਰ ਲਾ। ਕੰਪਲੀਟ ਕੰਮ ਤੇ ਇਹੋ ਹੀ ਹੈ ਕਿ ਬੰਦਗੀ ਕਰਨੀ। ਬਿਲਕੁਲ, ਅਧਿਆਤਮਿਕ ਕੰਮ ਤੇ ਕਰਨਾ ਹੀ ਕਰਨੇ, ਰੋਟੀ ਪਾਣੀ ਦਾ ਤਾਂ ਕੰਮ ਚੱਲਦਾ ਹੀ ਹੈ। ਬੰਦਗੀ ਬੰਦਗੀ ਵੀ ਗੋਰਖੀ ਸਾਹਿਬ ਜਿਹੜੀ ਬੰਦਗੀ ਹੈਗੀ ਉਹ ਨਾ ਮਨ ਨੂੰ ਬੰਦੀ ਬਣਾਉਣਾ ਹੈ, ਬਸ ਆਹੀ ਬੰਦਗੀ ਹੈਗੀ। ਹਾਂ, ਔਰ ਮਨ ਦੀਆਂ ਵੇਖਣਾ ਕਿ ਮਨ ਦੀਆਂ ਹਰਕਤਾਂ ਕੀ ਆ, ਕੋਈ ਚੰਗਾ ਕੰਮ ਕਰ ਰਿਹਾ, ਕੋਈ ਮਾੜਾ ਤਾਂ ਨਹੀਂ ਕਰ ਰਿਹਾ, ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ, ਉਹ ਚੀਜ਼ ਤੋਂ ਰੋਕਣਾ। ਕਿਉਂਕਿ ਜਦੋਂ ਆਪਾਂ ਕਿਸੇ ਦਾ ਨੁਕਸਾਨ ਕਰਦੇ ਹਾਂ, ਚਾਹੇ ਮਨ ਦੇ ਅੰਦਰ ਹੀ ਕੀਤਾ ਹੈ, ਉਹ ਵੀ ਫਲਦਾਇਕ ਹੈਗਾ ਜੀ, ਮਾੜੀ ਚੀਜ਼ ਆ। ਤੇ ਇਹ ਹੁਣ ਕਹਿੰਦੇ ਆ ਕਿ ਅਗਲੇ ਹੁਣ ਜਿੱਦਾਂ ਗੱਡੀ ਦੇ ਟਾਇਰ ਆ, ਤੁਸੀਂ ਟਾਇਰ ਲੈ ਆਓ, ਨਵੇਂ ਗੱਡੀ ਨੂੰ ਟਾਇਰ ਪਾ ਲਓ, ਤੁਸੀਂ 6-7 ਮਹੀਨੇ ਨਹੀਂ ਚਲਾਈ ਤੇ ਟਾਇਰ ਖਰਾਬ ਹੋ ਜਾਣੇ। ਇਹ ਨਹੀਂ ਕਿ ਨਵੇਂ ਆ, ਹੈ ਤੇ ਨਵੇਂ ਆ ਪਰ ਅੰਦਰੋਂ ਸੜ ਗਏ। ਉਸੇ ਤਰ੍ਹਾਂ ਕਹਿੰਦੇ ਕਿ ਜੇ ਜੋਬਨ ਹੈਗੀ ਆ ਤੇ ਇਹਨੂੰ ਧਿਆਨ ਨਾਲ ਵਰਤ, ਕਿਉਂਕਿ ਇਹਨੂੰ ਜੀਵਣਾ ਆਉਣਾ ਚਾਹੀਦਾ ਵਾ। ਜੀਵਨ ਨੂੰ ਜੀਵਣਾ ਕਿੱਦਾਂ ਵਾ, ਇਹ ਵੀ ਇੱਕ ਕਲਾ। ਬਿਲਕੁਲ, ਇਹ ਮਾਂ ਪਿਓ ਦਾ ਵੀ ਫਰਜ਼ ਬਣਦਾ ਹੈ, ਉਹ ਜਿੱਦਾਂ ਦਾ ਜੀਵਨ ਬਤੀਤ ਕਰ ਰਹੇ ਬੱਚੇ ਉਹਨੂੰ ਹੀ ਕਾਪੀ ਕਰਨਗੇ। ਹੁਣ ਤੁਸੀਂ ਵੇਖ ਲਓ ਜਿੱਦਾਂ ਦੇ ਮਾਂ ਪਿਓ ਹੁੰਦੇ ਨੇ, ਹੁਣ ਕਈ ਵਾਰੀ ਉਹਨਾਂ ਨੇ ਆਪਣਾ ਜੀਵਨ ਜਿੱਦਾਂ ਦਾ ਬਤੀਤ ਕੀਤਾ, ਜਿੱਦਾਂ ਦਾ ਉਹਨਾਂ ਦਾ ਕਰੈਕਟਰ ਆ, ਉਹੋ ਜਿਹੇ ਬੱਚੇ ਪੈਦਾ ਕਰ ਜਾਂਦੇ ਆ। ਕਿਉਂਕਿ ਹੁਣ ਕਿਸੇ ਨੂੰ ਸਿਖਾਉਣ ਦੇ ਲਈ ਵੀ ਤੇ ਗੁਣ ਚਾਹੀਦਾ ਨਾ। ਜੇ ਮੇਰੇ ਤੇ ਕੋਈ ਗੁਣ ਨਹੀਂ ਹੈਗਾ ਤੇ ਮੈਂ ਨਿੱਜਤ ਗਾਂ ਕਿਤੇ ਸਿਖਾਊਂਗਾ। ਬਿਲਕੁਲ, ਬੱਚਿਆਂ ਨੂੰ ਨਾ ਮਾਂ ਪਿਓ ਦਾ ਸਭ ਤੋਂ ਜ਼ਿਆਦਾ ਤਾਂ ਮਾਂ ਪਿਓ ਦਾ ਸਾਥ ਹੁੰਦਾ ਨਾ, ਬੱਚਿਆਂ ਨੂੰ ਮੈਕਸੀਮਮ ਮਾਂ ਪਿਓ ਦੇ ਨਾਲ ਹੀ ਰਹਿੰਦੇ ਆ, ਬਚਪਨ ਸਾਰਾ ਉੱਥੇ ਗੁਜ਼ਰਦਾ। ਨਿੱਜਰ ਸਾਹਿਬ, ਜੇ ਟੀਚਰ ਨੂੰ ਨਹੀਂ ਆਉਂਦਾ ਸਟੂਡੈਂਟ ਨੂੰ ਕਿੱਥੋਂ ਪੜ੍ਹਾ ਲੂਗਾ? ਹਾਂ, ਇਹ ਤੇ ਗੱਲ ਹੈ ਨਾ। ਹੁਣ ਮੈਂ ਵੇਖਦਾ ਵਾਂ ਕਿ ਆਪਣੇ ਦੇਸ਼ ਦੇ ਵਿੱਚ ਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਗੱਡੀ ਦੇ ਦਿੰਦੇ ਆ, ਚਲਾਈ ਜਾਓ। ਹੁਣ ਗੱਡੀ ਆਪਾਂ ਜਦੋਂ ਆਪਾਂ ਕਾਰ ਲੈਂਦੇ ਆ ਤੇ ਪਹਿਲਾਂ ਟ੍ਰੇਨਿੰਗ ਲਈਦੀ ਕਿ ਨਹੀਂ ਲਈਦੀ? ਬਿਲਕੁਲ, ਹਾਂਜੀ। ਇਹਨੂੰ ਗੱਡੀ ਨੂੰ ਕਿੱਦਾਂ ਚਲਾਉਣਾ ਹੈ, ਜੇ ਤੇਲ ਪੈਂਦਾ, ਪਾਣੀ ਪੈਂਦਾ, ਗੱਡੀ ਦੀ ਗੈਸ ਚੈੱਕ ਕਰਨੀ ਪੈਂਦੀ ਹੈ, ਜੇ ਤੇਲ ਹੈ ਤੇ ਤੇਲ ਨਾਲ ਚੱਲਦੀ ਹੈ, ਤੇਲ ਚੈੱਕ ਕਰੋ, ਇੰਜਨ ਆਇਲ ਐਰਾ ਵਗੈਰਾ, ਰੇਡੀਏਟਰ ਦਾ ਪਾਣੀ, ਉਹਦੇ ਟਾਇਰਾਂ ਦੀ ਹਵਾ, ਸਾਰਾ ਕੁਝ ਦੇਖਣਾ ਪੈਂਦਾ। ਪਰ ਜਦੋਂ ਬੰਦੇ ਦਾ ਵਿਆਹ ਹੁੰਦਾ, ਨਿੱਜਰ ਸਾਹਿਬ ਕੋਈ ਟ੍ਰੇਨਿੰਗ ਦਿੰਦੇ ਕਿ ਤੇਰਾ ਵਿਆਹ ਹੋਇਆ, ਹੁਣ ਉਹ ਕਿੱਦਾਂ ਜੀਵਨ ਬਤੀਤ ਕਰਨਾ, ਤੇਰੀ ਪਤਨੀ ਆ, ਇੱਕਦਮ ਨਿਊ ਬੰਦਾ ਵਾ, ਤੇਰੇ ਘਰੇ ਆਊਗੀ, 6-7 ਜਾਣੇ ਤੁਸੀਂ ਪੁਰਾਣੇ, ਜੋ ਇੱਕ ਨਵੀਂ ਕੁੜੀ ਆਊਗੀ, ਉਹਦੇ ਨਾਲ ਕਿੱਦਾਂ ਐਡਜਸਟਮੈਂਟ ਕਰਨੀ ਆ, ਕਿਤੇ ਉਹ ਗਲਤ ਵੀ ਬੋਲ ਸਕਦੀ ਆ, ਉਹਨੂੰ ਕਿੱਦਾਂ ਝੱਲਣਾ ਵਾ ਜਾਂ ਕਿੱਦਾਂ ਸਮਝਾਉਣਾ ਹੈ। ਨਿੱਜਰ ਸਾਹਿਬ ਕੋਈ ਟ੍ਰੇਨਿੰਗ ਦਿੰਦਾ ਨਾ। ਮੁੜ ਕੇ ਕਹਿੰਦੇ ਬੱਚਾ
ਮੈਂ ਸੋਚਦਾ ਬੱਚਾ ਪੈਦਾ ਕਰਨ ਤੋਂ ਪਹਿਲਾਂ ਤੁਹਾਨੂੰ ਇੱਥੇ ਸਕੂਲ ਹੋਣਾ ਚਾਹੀਦਾ। ਮੈਂ ਸੋਚਦਾ ਮੈਂ ਸਕੂਲ ਹੀ ਖੋਲਦਾ ਅੰਮ੍ਰਿਤਸਰ ਚ ਕਿ ਪਹਿਲਾਂ ਬੱਚਾ ਤੁਸੀਂ ਪੈਦਾ ਕਰਨ ਲੱਗੇ ਜੋ ਕਮ ਸੇ ਕਮ ਮੇਰੇ ਕੋਲ 15 ਦਿਨ ਪੜ੍ਹੋ ਇੱਥੇ ਆ ਕੇ। ਇੱਕ ਬੱਚੇ ਨੂੰ ਜੰਮਣ ਤੋਂ ਪਹਿਲਾਂ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਨੇ, ਤੁਸੀਂ ਤਿਆਰ ਹੈਗੇ ਜੋ? ਤੇ ਲੋਕੀ ਬੱਚਾ ਜੰਮ ਕੇ ਤੇ ਬੜੀ ਵੱਡੀ ਢੋਲ ਢਲ ਵਜਾਈ ਜਾਂਦੇ ਆ। ਉਹ ਬੱਚਾ ਜਿਹੜਾ ਪੈਦਾ ਕੀਤਾ ਹੈ, ਬੱਚੇ ਨੂੰ ਪੈਦਾ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਸਿੱਖਣੀਆਂ ਪੈਣੀਆਂ। ਜੇ ਤੁਸੀਂ ਸਿੱਖੋਗੇ ਤੇ ਬੱਚੇ ਨੂੰ ਵੀ ਸਿਖਾ ਦੋਗੇ। ਹੁਣ ਜਿੰਨਾ ਆਪ ਹੀ ਕੋਈ ਨਹੀਂ ਸਿੱਖਿਆ ਤੇ ਬੱਚੇ ਵੀ ਉਦਾਂ ਦੇ ਹੀ ਆ, ਉਹੀ ਜਿਹੜੇ ਕੰਧਾ ਕੁੰਧਾ ਨਾਲ ਵੱਜ ਕੇ ਪੈਦਾ ਹੋ ਜਾਂਦੇ ਆ, ਮੁੜ ਕੇ ਫਿਰ ਉਹੋ ਜਿਹਾ ਜੀਵਨ ਚੱਲ ਪੈਂਦਾ। ਜਿੱਦਾਂ ਆਪਾਂ ਗੱਡੀ ਚਲਾਉਣੀ ਸਿੱਖਦੇ ਆ ਨਾ, ਉਸੇ ਹੀ ਤਰ੍ਹਾਂ ਆ ਦੇਖੋ ਆਪਾਂ ਟੀਵੀ ਲੈਂਦੇ ਆ ਤੇ ਉਹਦੇ ਨਾਲ ਕਿਤਾਬ ਦਿੰਦੇ ਆ ਨਿੱਜਾ ਸਾਹਿਬ, ਉਹਨੂੰ ਮੈਨੂਅਲ ਕਹਿੰਦੇ ਆ ਆਪਾਂ। ਬਿਲਕੁਲ ਛੋਟਾ ਜਿਹਾ ਮੈਨੂਅਲ ਦਿੰਦੇ ਆ, ਕਹਿੰਦੇ ਭਰਾ ਇਹਨੂੰ ਪੜ੍ਹ ਲਾ। ਇਹ ਰਿਮੋਟ ਕੰਟਰੋਲ ਹੀ ਇਹਦਾ ਏਦਾਂ ਚੱਲਦਾ ਹੀ ਟੀਵੀ, ਇਹਦੇ ਚ ਫੰਕਸ਼ਨ ਹੈਗੇ। ਪਰ ਜੀਵਨ ਦੇ ਵਿੱਚ ਵੀ ਕਈ ਚੀਜ਼ਾਂ ਹੈਗੀਆਂ ਨੇ ਜਿਹੜਾ ਉਹਦੇ ਮੈਨੂਅਲ ਹੈਗੇ ਨੇ, ਪਰ ਜੇ ਕੋਈ ਕੱਢੇ, ਜੇ ਕੋਈ ਪੜ੍ਹਨਾ ਚਾਹਵੇ, ਆ ਸੰਗਤ ਮੈਨੂਅਲ ਹੀ ਆ, ਕੁਛ ਨੀ ਹੈਗੀ। ਸੰਗਤ ਕਹਿੰਦੀ ਆ ਕਿ ਇਹ ਗੱਡੀ ਐਵੇਂ ਨਾ ਭਜਾਈ ਜਾ, ਇਹ ਗੱਡੀ ਦੇ ਵਿੱਚ ਦੋਸ਼ ਵੀ ਹੈਗੇ। ਹੈ ਜੇ ਤੇਰਾ ਮਨ ਭਜਾਈ ਜਾਊ ਨਾ ਗੱਡੀ, ਤੇਰੀ ਜੀਵਨ ਰੂਪੀ ਗੱਡੀ ਤੈਨੂੰ ਬੜੀ ਮੁਸ਼ਕਿਲ ਹੋ ਜਾਣੀ। ਇਹ ਪ੍ਰਕਿਰਤੀ ਚ ਪੱਕਾ ਹੀ ਵਜਾ ਰਹੇਗਾ। ਇਸ ਕਰਕੇ ਗੱਡੀ ਧਿਆਨ ਨਾਲ ਚਲਾ, ਠੀਕ ਹੈ। ਜ਼ਿਆਦੀਆਂ ਟਿਕਟਾਂ ਨਾ ਲੈ। ਹੁਣ ਜਿੰਨੀਆਂ ਜ਼ਿਆਦੀਆਂ ਟਿਕਟਾਂ ਲਈ ਜਾਓ, ਬਾਹਰ ਦੇ ਮੁਲਕਾਂ 'ਚ ਲਾਇਸੈਂਸ ਕੈਂਸਲ ਕਰ ਦਿੰਦੇ ਆ। ਬਿਲਕੁਲ ਕਰ ਦਿੰਦੇ ਆ। ਇਸੇ ਹੀ ਤਰ੍ਹਾਂ ਕਹਿੰਦੇ ਮਨੁੱਖਾ ਜਨਮਿਆ ਤੈਨੂੰ ਮਿਲਿਆ ਵਾ, ਜੇ ਤੂੰ ਬੰਦਿਆਂ ਵਾਂਗੂ ਬਤੀਤ ਕਰੇਗਾ ਹੋ ਸਕਦਾ ਤੈਨੂੰ ਰਿਪੀਟ ਹੋ ਜਾਏ, ਤੈਨੂੰ ਦੁਬਾਰਾ ਚਾਂਸ ਮਿਲ ਜੇ ਆਪਣੇ ਆਪ ਨੂੰ ਬਚਾਉਣ ਦੇ ਲਈ। ਪਰ ਜੇ ਤੂੰ ਬਹੁਤੀਆਂ ਮਿਸਟੇਕਾਂ ਕਰਦੀਆਂ ਫਿਰ ਤੇਰਾ ਲਾਇਸੈਂਸ ਕੈਂਸਲ ਕਰ ਦੇਣਾ, ਫਿਰ ਤੈਨੂੰ ਚੂਹਾ ਬਿੱਲੀ ਬਣਾਉਣਗੇ ਅਗਲੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਜ਼ਿਆਦਾ ਨੁਕਸਾਨ ਨਾ ਕਰੇ, ਠੀਕ ਹੈ ਨਿੱਜਰ ਸਾਹਿਬ? ਭੋਗੀ ਜਿੰਨਾ ਚ ਫਿਰ ਜਾ ਕੇ ਬੰਦੇ ਦੀਆਂ ਟਿਕਟਾਂ ਜਿੱਦਾਂ ਸਜ਼ਾ ਨਹੀਂ ਦਿੰਦੇ ਆਪਾਂ, ਇਹਦਾ ਲਾਇਸੈਂਸ ਖੋਹ ਲੈਂਦੇ ਆ ਜਾਂ ਉਹਨੂੰ ਕਹਿੰਦੇ 2-4 ਮਹੀਨੇ ਜਾਂ ਸਾਲ 2 ਸਾਲ ਤੋਂ ਡਰਾਈਵ ਨਹੀਂ ਕਰ ਸਕਦਾ। ਉਸੇ ਹੀ ਤਰ੍ਹਾਂ ਜਦੋਂ ਕੋਈ ਇਨਸਾਨ ਆਪਣਾ ਕਿਰਦਾਰ ਸਹੀ ਤਰੀਕੇ ਨਾਲ ਪਲੇ ਨਹੀਂ ਕਰਦਾ ਤੇ ਕੁਦਰਤ ਨੇ ਇੱਕ ਸਿਸਟਮ ਬਣਾਇਆ ਹੈ ਔਰ ਉਸ ਨੂੰ ਕੀ ਕਰਦੇ, ਡੀਗ੍ਰੇਡ ਕਰ ਦਿੰਦੀ ਹੈ ਕੁਦਰਤ। ਹਾਂਜੀ ਜੀ ਅੱਗੇ ਚੱਲੀ। ਹੱਸ ਜਰ ਪਰ ਜਰ ਜਰ ਜਬ ਰਹਿ, ਕਹਿੰਦੇ ਦੇਖ ਆਪਣਾਪਨ ਪਰਾਇਆਪਨ, ਆਪਣਾ ਪਰਾਇਆ ਤੈਨੂੰ ਨਜ਼ਰ ਆ ਰਿਹਾ, ਆ ਮੇਰਾ ਹੈਗਾ, ਆ ਮੇਰਾ ਹੈਗਾ, ਆ ਪਰਾਇਆ ਹੈਗਾ। ਤੂੰ ਆਪਣੇ ਨਾਲ ਅਲੱਗ ਵਰਤਦਾ ਹੈ, ਪਰਾਏ ਨਾਲ ਅਲੱਗ ਵਰਤਦਾ ਹੈ। ਕਹਿੰਦੇ ਆਹ ਚੀਜ਼ ਜਦ ਸੜ ਜਾਏਗੀ, ਆਹ ਤੇਰੀਆਂ ਇੱਛਾਵਾਂ ਜਿਹੜੀਆਂ ਜਿਹੜੀ ਹੈ ਚਿੱਤਰ ਦੇ ਨਾਲ ਜਿਹੜੀ ਤੇਰੀ ਖਿੱਚ ਹੈਗੀ ਆ, ਇਹ ਜਦ ਮਿਟ ਜਾਏਗੀ, ਸੜ ਜਾਏਗੀ, ਤਬ ਜਾਏ ਜੋ ਤੂੰ ਜਾਰੋ ਲਹੈ, ਤਾਂ ਤੇਰੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਪ੍ਰਕਾਸ਼ ਹੋਏਗਾ। ਜਦ ਸਮ ਦ੍ਰਿਸ਼ਟੀ ਹੋ ਜਾਏਗੀ, ਤੈਨੂੰ ਆਪਣੇ ਵਰਗੇ ਸਾਰੇ ਨਜ਼ਰ ਆਉਣਗੇ ਤਾਂ ਜਾ ਕੇ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਉਹਨਾਂ ਨੇ ਸ਼ੁਰੂ ਤੋਂ ਹੀ ਕਿਹਾ ਸੀ ਕਿ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ। ਉਹ ਕਹਿੰਦੇ ਜਦੋਂ ਤੈਨੂੰ ਯਕੀਨ ਹੋ ਗਿਆ ਕਿ ਇਹ ਸੰਸਾਰ ਤੇ ਪ੍ਰਮਾਤਮਾ ਦਾ ਰੂਪ ਹੈ, ਫਿਰ ਤੈਨੂੰ ਤੇਰੇ ਅੰਦਰ ਵਿਤਕਰਾ ਖਤਮ ਹੋ ਜਾਣਾ। ਉਹਦਾ ਵਿਤਕਰਾ ਨਹੀਂ ਖਤਮ ਹੋਣਾ ਜੈਸਾ। ਬਿਲਕੁਲ ਬੇਸ਼ੱਕ ਤੇ ਹੈ ਤੇ ਪ੍ਰਕਿਰਤੀ ਆ, ਪਰ ਜਦੋਂ ਮੇਰੇ ਮਨ 'ਚ ਕਿਸੇ ਨਾਲ ਕੋਈ ਪਿਆਰ ਹੀ ਨਹੀਂ, ਕੋਈ ਨਾਲ ਕਿਸੇ ਦੇ ਨਾਲ, ਤੇ ਫਿਰ ਉਹ ਮੇਰਾ ਜੀਵਨ ਕਿੱਦਾਂ ਦਾ ਹੋਊਗਾ? ਫਿਰ ਤੇ ਮੈਂ ਆਪਣੇ ਆਪ ਨੂੰ ਸੁਪੀਰੀਅਰ ਸਮਝੂੰਗਾ, ਮੈਂ ਆਪਣੇ ਆਪ ਨੂੰ ਸਪੈਸ਼ਲ ਸਮਝਾਂਗਾ, ਦੂਜਿਆਂ ਨੂੰ ਤੇ ਐਰਾ ਗੈਰਾ ਹੀ ਸਮਝੂੰਗਾ। ਉਹ ਕਹਿੰਦੇ ਜਦੋਂ ਤੁਹਾਡੇ ਅੰਦਰ ਇੱਕ ਅਵਸਥਾ ਬਣ ਗਈ ਕਿ ਇਹ ਸੰਸਾਰ ਜਿਹੜਾ ਹੈਗਾ ਹੈ ਇਹ ਪ੍ਰਮਾਤਮਾ ਦਾ ਹੀ ਘਰ ਆ ਔਰ ਇੱਕ ਇੱਕ ਚੀਜ਼ ਉਹਨੇ ਬਣਾਈ ਆ ਔਰ ਇਹ ਝੂਠ ਨਹੀਂ ਹੈ, ਸੱਚ ਆ। ਤੁਸੀਂ ਇਹਦਾ ਦੁਰਪ੍ਰਯੋਗ ਨਹੀਂ ਕਰ ਸਕਦੇ। ਇਹਦਾ ਪ੍ਰਯੋਗ ਕਰੋਗੇ ਤੇ ਕੁਦਰਤ ਤੁਹਾਨੂੰ ਕੁਛ ਨਹੀਂ ਕਹਿੰਦੀ, ਜਾਓ ਨਜ਼ਾਰੇ ਲਓ, ਬ੍ਰਹਮ ਤੇ ਵਾਪਸ ਚੱਲ ਜਾਓ। ਪਰ ਜਦੋਂ ਤੁਸੀਂ ਦੁਰਪ੍ਰਯੋਗ ਕੀਤਾ, ਆਪਣੀ ਡਿਊਟੀ ਤੋਂ ਭੱਜੇ, ਆਪਣਾ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰਦੇ, ਫਿਰ ਪ੍ਰਕਿਰਤੀ ਤੁਹਾਨੂੰ ਛੱਡੇਗੀ ਨਹੀਂ, ਉਹਨੇ ਫੜ ਲੈਣਾ ਤੁਹਾਨੂੰ। ਤੁਹਾਡੇ ਚਿੱਤ ਦੇ ਅੰਦਰ ਸਭ ਕੁਝ ਲਿਖਿਆ ਗਿਆ ਔਰ ਚਿੱਤ ਦੇ ਅੰਦਰ ਹੀ ਤੇ ਚਿੱਤਰਗੁਪਤ ਬੈਠਾ, ਉਹ ਫਾਈਲ ਕੱਢ ਕੇ ਦਿੰਦਾ ਅਗਲਿਆਂ ਨੂੰ ਕਿ ਬਈ ਆਹ ਵੇਖੋ ਚਰਨਜੀਤ ਨੇ ਇਹ ਕੰਮ ਕੀਤੇ, ਜੋ ਇਹਦਾ ਜੋ ਬਣਦਾ ਇਹਨੂੰ ਪ੍ਰਸ਼ਾਦ ਦਓ। ਅੱਛਾ ਸਭ ਬਿਲਕੁਲ। ਤੇ ਜੇ ਨਹੀਂ ਪ੍ਰਸ਼ਾਦ ਲੈਂਦਾ ਫਿਰ ਅਗਲੀ ਤੋਂ ਲਿਖਿਆ ਤਾਂ ਬਜਾਏ ਜੋਤ ਉਜਾਰੋ ਲਹਿ। ਤੇ ਜਦੋਂ ਅਸੀਂ ਆਪਣਾ ਜੀਵਨ ਪੂਰਾ ਸਹੀ ਤਰ੍ਹਾਂ ਨਿਭਾਉਂਦੇ ਹਾਂ, ਆਪਣੇ ਕਿਰਦਾਰ ਨੂੰ ਨਿਭਾਉਂਦੇ ਹਾਂ, ਬੰਦਗੀ ਕਰਦੇ ਹਾਂ, ਥੋੜੀ ਬਹੁਤੀ ਮਲੀਨਤਾ ਹੈਗੀ ਉਹਨੂੰ ਸਾਫ਼ ਕਰ ਲੈਂਦੇ ਹਾਂ, ਤੇ ਫਿਰ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ। ਬਿਲਕੁਲ। ਫਿਰ ਕੋਈ ਮੁਸ਼ਕਲ ਨਹੀਂ। ਫਿਰ ਕਿੱਥੇ ਜਾਣਾ? ਲੋਕੀ ਕਹਿੰਦੇ ਨਾ ਕਿ ਸਵਰਗ 'ਚ ਜਾਣਾ। ਸਵਰਗ ਉਹਦੇ ਲਈ ਆ ਜਿਹਨੇ ਕੋਈ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਨਹੀਂ ਕੀਤਾ। ਤੇ ਜਿਹੜਾ ਬੰਦਾ ਇੱਥੇ ਸ਼ਾਂਤ ਆ ਨਾ, ਉਹ ਜਿੱਥੇ ਹੈਗਾ ਉਹੀ ਸਵਰਗ ਆ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਆ।
ਜਦ ਕਹਿੰਦੇ ਨਾ 2 ਘੰਟੇ ਫਲਾਣੇ ਬਾਬੇ ਦੇ ਚਰਨਾਂ 'ਚ ਜਾ ਕੇ ਬਹਿ ਗਿਆ ਮੈਂ, ਬੜਾ ਆਨੰਦ ਆਇਆ। ਉਹਦੇ ਮਨ ਦੀ ਹੀ ਇੱਕ ਕਿਰਿਆ ਵਾ, ਬਾਹਰ ਤੇ ਸੁੱਖ ਹੈਗਾ ਹੀ ਨਹੀਂ। ਬਾਣੀ ਚ ਇਸ ਲਈ ਕਿਹਾ ਬਾਹਰ ਢੂੰਡੇ ਭਰਮ ਭੁਲਾਏ, ਬਾਹਰ ਢੂੰਡੇਗਾ ਤੇ ਤੂੰ ਭਰਮ ਦੇ ਵਿੱਚ ਵੜ ਜਾਏਗਾ, ਤੂੰ ਭੁੱਲਿਆ ਰਹੇਗਾ। ਇਸ ਕਰਕੇ ਗੁਰਮੁਖ ਹੋਵੇ ਤੇ ਕਾਇਆ ਕੋਈ, ਕਾਇਆ ਦੇ ਵਿੱਚ ਹੀ ਤੇ ਪ੍ਰਮਾਤਮਾ ਹੈ। ਠੀਕ ਹੈ, ਨਿੱਜਰ ਸਾਹਿਬ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੀ ਹੈ। ਹਾਂਜੀ ਬਿਲਕੁਲ ਵਧੀਆ ਗੋਲ ਸਾਹਿਬ। ਇੱਕ ਨਾ ਅਰਦਾਸ ਕਰਨੀ ਹੈ 2 ਕੁੜੀਆਂ ਦੀ, ਉਹਨਾਂ ਦਾ ਜਿਹੜਾ ਹੈਗਾ ਸਰੀਰਕ ਕਸ਼ਟ ਹੈਗਾ, ਤੇ ਇੱਕ ਰਵਿੰਦਰ ਕੌਰ ਹੈ, ਇੱਕ ਜਤਿੰਦਰ ਕੌਰ ਹੈ, ਇਹਨਾਂ ਦਾ ਕਰ ਦੇਣਾ ਪਲੀਜ਼। ਹਾਂਜੀ, ਇੱਕ ਸਰੀਰ ਹੋਰ ਦੀ ਅਰਦਾਸ ਤੋਂ ਕਹਿੰਦੇ ਮੇਰੇ ਚੱਲ ਕੱਟੇ। ਠੀਕ ਹੈ, ਜਤਿੰਦਰ ਕੌਰ ਤੇ ਰਵਿੰਦਰ ਕੌਰ ਇੱਕ ਬਾਈ ਨੇਮ ਕਰ ਦੇਣ। ਉਹ ਜਿੱਦਾਂ ਉਹ ਕਹਿੰਦੇ ਨਾ ਕਿ ਉਹ ਕਹਿੰਦੇ ਕਿਹੜੇ ਭਗਤ ਹੈਗੇ, ਉਹ ਕਹਿੰਦੇ ਗਾਂ ਜਿਹੜੀ ਲਵੇਰੀ ਚਾਹੀਦੀ ਮੈਨੂੰ। ਗੋ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘੋੜੀ ਵੀ ਚਾਹੀਦੀ ਹੈ ਕਹਿੰਦੇ ਚੰਗੀ, ਘਰ ਕੀ ਗੀਆਂ ਚੰਗੀ, ਕਹਿੰਦੇ ਘਰ ਦੀ ਘਰ ਵਾਲੀ ਵੀ ਮੈਨੂੰ ਵਧੀਆ ਚਾਹੀਦੀ ਹੈ, ਉਵੇਂ ਐਵੇਂ ਨਾ ਖੜਕਾ ਗਾਲ ਚ ਬੰਨ੍ਹਦੀ, ਘਰ ਕੀ ਗੀਆਂ ਚੰਗੀ। ਤੇ ਆਪਾਂ ਵੀ ਨਾਂ ਲੈ ਲੈਂਦੇ ਆ ਰਵਿੰਦਰ ਤੇ ਜਤਿੰਦਰ ਕੌਰ, ਪਤਾ ਕਿਉਂ? ਰੱਬ ਵੀ ਥੋੜਾ ਜਿਹਾ ਕਲੀਅਰ ਹੋ ਜਾਏ, ਕਨਫਿਊਜ਼ ਨਾ ਹੋ ਜਾਏ। ਤੇ ਉਹ ਭਗਤ ਵੀ ਏਦਾਂ ਹੀ ਕਰਦੇ ਆ। ਹਾਂਜੀ ਠੀਕ ਹੈ ਜੀ, ਅੱਜ ਦੇ ਵਿਚਾਰੇ ਤੇ ਸਮਾਪਤ।